ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਕੱਤਰਤਾ ਦੇ ਵਿੱਚ ਜਿੰਨੇ ਵੀ ਵੀਰ ਭੈਣ ਭਰਾ ਵਿਦਿਆਰਥੀ ਜੁੜ ਚੁੱਕੇ ਆ, ਸਭ ਦਾ ਸਵਾਗਤ ਹੈ ਜੀ। ਆਓ ਸ਼ੁਰੂਆਤ ਕਰਦੇ ਹਾਂ ਜੀ ਜਾਪ ਤੋਂ। ਅੱਜ ਦੀ ਜਾਪ ਦੀ ਸੇਵਾ ਲੈ ਰਹੇ ਆ ਤਰਨਜੀਤ ਕੌਰ, ਜ਼ੋਨ ਰੋਪੜ ਤੋਂ ਜੀ। EPP ਨੰਬਰ 13238। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਬੇਟਾ ਜੀ ਤੁਸੀਂ ਹਰ ਰੋਜ਼ ਜੁੜੇ। ਵਾਹਿਗੁਰੂ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਸਿਮਰਨ ਕਰਵਾਇਆ, ਸਾਨੂੰ ਜਾਪ ਕਰਵਾਇਆ, ਸੇਵਾ ਲਈ ਬਹੁਤ ਬਹੁਤ ਧੰਨਵਾਦ। ਪਰ ਇੱਕ ਗੱਲ ਨੋਟ ਕਰੋ ਬੇਟਾ ਜੀ, ਹਰ ਵਾਰੀ ਤੁਹਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਦੱਸਦੇ ਆ, ਕੋਈ ਗੱਲ ਨਹੀਂ, ਪਰ ਨੋਟ ਕਰੋ ਅਜੂਨੀ ਸੈਭੰ ਅਲੱਗ-ਅਲੱਗ ਸ਼ਬਦ ਹੈ ਨਾ, ਜਿਵੇਂ ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਤਰ੍ਹਾਂ ਕਰਕੇ ਬੋਲਣਾ, ਅਲੱਗ-ਅਲੱਗ ਸ਼ਬਦ ਹੈ ਨਾ, ਅੱਗੇ ਤੋਂ ਧਿਆਨ ਰੱਖਣਾ ਹੈ ਜੀ। ਸਾਰੇ ਬੱਚਿਆਂ ਨੂੰ ਬੇਨਤੀ ਹੈ, ਜਿੰਨੇ ਵੀ ਜੁੜ ਚੁੱਕੇ ਹੋ, ਤੁਸੀਂ ਜਾਪ ਦੀ ਸੇਵਾ ਹਰ ਰੋਜ਼ ਲਓ। ਤੁਹਾਡੀ ਵਾਰੀ ਹਰ ਰੋਜ਼ ਇੱਕ ਵਾਰੀ, ਘੱਟ ਤੋਂ ਘੱਟ ਇੱਕ ਵਾਰੀ ਆਉਣੀ ਚਾਹੀਦੀ ਹੈ ਜ਼ਰੂਰ। ਤਾਂ ਤੁਸੀਂ ਨੋਟ ਕਰਨਾ ਹੈ ਕਿ ਅਸੀਂ ਜਿਹੜਾ ਸਿੱਖ ਰਹੇ ਹਾਂ ਸਾਰੇ ਜਾਣੇ, ਹਨਾ। ਕੋਈ ਗੱਲ ਨਹੀਂ, ਜੇ ਕੋਈ ਗਲਤੀ ਵੀ ਹੁੰਦੀ ਹੈ ਤੇ ਅਸੀਂ ਮਾਈਂਡ ਨਹੀਂ ਕਰਨਾ ਗਾ, ਅਸੀਂ ਸਿੱਖਣਾ ਸਾਰਿਆਂ ਨੇ। ਸੋ ਹੁਣ ਕੀਰਤਨ ਦੀ ਸੇਵਾ ਲੈ ਰਹੇ ਨੇ ਜੀ ਜੈ ਮਨਦੀਪ ਸਿੰਘ ਜੀ, EPP ਨੰਬਰ 11440 ਜੀ। ਹਾਂਜੀ ਵਾਹਿਗੁਰੂ ਜੀ, ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਲਨ ਸੋਹੀ ਬਣੀ ਲਾਲਨ ਸੋਹੀ ਬਣੀ ਚੋਰੀ ਨਾ ਛੂਟੈ ਚੋਰੀ ਨਾ ਛੂਟੈ ਚੋਰੀ ਨਾ ਛੂਟੈ
चोरी न छूटे ऐसी माधु खिंचतनी ऐसी माधु खिंचतनी लालन स्वामी बनी लालन स्वामी बनी बिनस रैन मन माही बसत करके कृपा प्रभ अपनी करके कृपा प्रभ अपनी लालन स्वामी बनी लालन स्वामी बनी पल पल जाओ श्याम सुंदर अकथ कथा जाकी बात सुनी अकथ कथा जाकी बात सुनी पल पल जाओ श्याम सुंदर अकथ कथा जाकी बात सुनी अकथ कथा जाकी बात सुनी लालन स्वामी बनी लालन स्वामी बनी जन नानक दासन दास कहियत मोहि करो कृपा अपने जन नानक दासन दास कहियत मोहि करो कृपा अपनी मोहि करो कृपा ठाकुर अपने लालन स्वामी बनी लालन स्वामी बनी चोरी न छूटे चोरी न छूटे चोरी न छूटे लालन स्वामी बनी लालन स्वामी बनी लालन स्वामी बनी लालन स्वामी बनी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਬੇਟਾ ਜਮਨਦੀਪ ਸਿੰਘ ਜੀ ਦਾ, ਉਹਨਾਂ ਦੀ ਨਾਲ ਸਿਸਟਰ ਭੈਣ ਬੈਠੀ ਆ। ਬਹੁਤ ਬਹੁਤ ਧੰਨਵਾਦ ਜੀ ਦੋਨਾਂ ਭੈਣ ਭਰਾਵਾਂ ਦਾ, ਜਿਨ੍ਹਾਂ ਨੇ ਇੰਨਾ ਸੋਹਣਾ ਇਲਾਹੀ ਕੀਰਤਨ ਸਰਵਣ ਕਰਵਾਇਆ। ਮੂੰਹ ਲਾਲਣ ਸੋਂ ਪ੍ਰੀਤ ਬਣੀ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਆ ਕਿ ਮੇਰੀ ਪ੍ਰੀਤ ਬਣ ਗਈ। ਵਾਹਿਗੁਰੂ ਜੀ ਉਹ ਸਾਡੇ ਵੀ ਸਾਰਿਆਂ ਤੇ ਕਿਰਪਾ ਕਰੋ, ਸਾਡੀ ਵੀ ਉਸ ਵਾਹਿਗੁਰੂ ਜੀ ਨਾਲ ਐਸੀ ਪ੍ਰੀਤ ਬਣ ਜਾਵੇ ਜਿਹੜੀ ਤੋੜੀ ਨਾ ਟੁੱਟੇ। ਸੋ ਅੱਜ ਸਾਡੇ ਨਾਲ ਜੁੜ ਚੁੱਕੇ ਹਨ ਰਮੀਤ ਕੌਰ ਜੀ, ਜਿਨ੍ਹਾਂ ਦਾ ਵਿਸ਼ਾ ਹੈ ਸ਼ੁਕਰਾਨਾ। ਭੈਣ ਜੀ ਨੂੰ ਬੇਨਤੀ ਕਰਦੇ ਆ ਜੀ ਰਮੀਤ ਕੌਰ ਜੀ ਨੂੰ ਕਿ ਉਹ ਆਪਣੇ ਵਿਚਾਰ ਬੱਚਿਆਂ ਦੇ ਨਾਲ ਸਾਂਝੇ ਕਰਨਗੇ ਜੀ, ਜੇ ਜੁੜ ਚੁੱਕੇ ਹਨ ਤੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ ਜੀ। ਜਿਵੇਂ ਕਿ ਅੱਜ ਆਪ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੀ ਵਿਚਾਰ ਦਾ ਵਿਸ਼ਾ ਹੈ ਸ਼ੁਕਰਾਨਾ। ਗੁਰੂ ਸਾਹਿਬ ਦੀਆਂ ਬਖਸ਼ੀਆਂ ਹੋਈਆਂ ਬੇਅੰਤ ਦਾਤਾਂ ਦਾ ਸ਼ੁਕਰਾਨਾ ਅਸੀਂ ਕਿਵੇਂ ਕਰਨਾ ਹੈ, ਇਸ ਗੱਲ ਦੀ ਅੱਜ ਵਿਚਾਰ ਸਾਂਝੀ ਕਰਾਂਗੇ। ਉਸ ਦੇ ਲਈ ਅੱਜ ਅਸੀਂ ਇੱਕ ਕਹਾਣੀ ਤੋਂ ਸ਼ੁਰੂਆਤ ਕਰਦੇ ਹਾਂ, ਸਿਰਫ ਇੱਕ ਸਮਝਣ ਲਈ। ਵਾਹਿਗੁਰੂ ਜੀ ਤੇ ਪਰੀ ਦੀ ਕਹਾਣੀ ਤੇ ਇੱਕ ਛੋਟੀ ਚਿੜੀਆ ਜੋ ਸਦਾ ਹੀ ਸ਼ੁਕਰਾਨੇ ਚ ਰਹਿੰਦੀ ਹੈ। ਇੱਕ ਵਾਰੀ ਇੱਕ ਚਿੜੀ ਮਰੂਸਥਲ ਯਾਨੀ ਕਿ ਡੈਜ਼ਰਟਸ ਵਿੱਚ ਭਟਕ ਜਾਂਦੀ ਹੈ। ਬਹੁਤ ਪਰੇਸ਼ਾਨ ਹੁੰਦੀ ਹੈ, ਦੁਖੀ ਹੁੰਦੀ ਹੈ, ਕਿਉਂਕਿ ਉੱਥੇ ਦੂਰ ਦੂਰ ਤੱਕ ਸਿਰਫ ਤੇ ਸਿਰਫ ਗਰਮ ਰੇਤ ਹੈ, ਪਾਣੀ ਨਹੀਂ ਹੈ, ਪੇੜ ਨਹੀਂ ਹੈ, ਕੁਝ ਭੋਜਨ ਖਾਣ ਨੂੰ ਨਹੀਂ ਹੈ, ਸਿਰਫ ਤੇ ਸਿਰਫ ਗਰਮੀ, ਤਪਸ਼। ਬਹੁਤ ਦੁਖੀ ਹੁੰਦੀ ਹੈ। ਇਹ ਸਭ ਇੱਕ ਪਰੀ ਦੇਖ ਰਹੀ ਹੁੰਦੀ ਹੈ, ਜੋ ਕਿ ਵਾਹਿਗੁਰੂ ਜੀ ਕੋਲ ਜਾ ਰਹੀ ਹੁੰਦੀ ਹੈ। ਤੇ ਚਿੜੀ ਦਾ ਦੁੱਖ ਦੇਖ ਕੇ ਉਹ ਚਿੜੀ ਦੇ ਪਾਸ ਆਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਵਾਹਿਗੁਰੂ ਜੀ ਕੋਲ ਜਾ ਰਹੀ ਹਾਂ, ਕਿ ਤੁਸੀਂ ਕੋਈ ਸੰਦੇਸ਼ਾ ਗੁਰੂ ਸਾਹਿਬ ਲਈ ਭੇਜਣਾ ਹੈ? ਤਾਂ ਚਿੜੀ ਕਹਿੰਦੀ ਹੈ, ਤੁਸੀਂ ਗੁਰੂ ਸਾਹਿਬ ਅੱਗੇ ਮੇਰੇ ਲਈ ਬੇਨਤੀ ਅਰਦਾਸ ਕਰਨਾ, ਉਹਨਾਂ ਨੂੰ ਦੱਸਣਾ ਕਿ ਮੈਂ ਕਿੰਨੇ ਦੁੱਖ ਵਿੱਚੋਂ ਗੁਜ਼ਰ ਰਹੀ ਹਾਂ, ਮੇਰੇ ਕੋਲ ਕੁਝ ਵੀ ਨਹੀਂ ਹੈ, ਤੇ ਹੋਰ ਕਿੰਨਾ ਸਮਾਂ ਐਸਾ ਦੁੱਖਾਂ ਭਰਿਆ ਮੇਰਾ ਹੋਏਗਾ। ਪਰੀ ਉਹਦੀ ਗੱਲ ਸੁਣ ਕੇ ਚਲੀ ਜਾਂਦੀ ਹੈ ਤੇ ਵਾਹਿਗੁਰੂ ਜੀ ਨੂੰ ਜਾ ਕੇ ਸਾਰੀ ਗੱਲ ਦੱਸਦੀ ਹੈ। ਤੇ ਵਾਹਿਗੁਰੂ ਜੀ ਕਹਿੰਦੇ ਹਨ ਕਿ ਇਹ ਸਭ ਚਿੜੀ ਦੇ ਕੀਤੇ ਹੋਏ ਪਾਪ ਕਰਮਾਂ ਦਾ ਫਲ ਹੈ, ਜੋ ਕਿ ਉਸਨੂੰ ਭੋਗਣਾ ਪੈ ਰਿਹਾ ਹੈ, ਤੇ ਹਜੇ ਬਹੁਤ ਲੰਬਾ ਸਮਾਂ ਉਸਨੂੰ ਐਸਾ ਹੀ ਭੋਗਣਾ ਪਏਗਾ, ਕਿਉਂਕਿ ਉਸਦੇ ਪਾਪ ਕਰਮ ਬਹੁਤ ਸਾਰੇ ਹਨ। ਤੇ ਇਸ ਤਰ੍ਹਾਂ ਪਰੀ ਗੱਲ ਸੁਣ ਕੇ ਥੋੜਾ ਮਾਯੂਸ ਹੁੰਦੀ ਹੈ ਤੇ ਚਿੜੀ ਨੂੰ ਆ ਕੇ ਦੱਸਦੀ ਹੈ ਕਿ ਵਾਹਿਗੁਰੂ ਜੀ ਨੇ ਤੇਰੇ ਬਾਰੇ ਇਸ ਤਰ੍ਹਾਂ ਕਿਹਾ ਹੈ। ਚਿੜੀ ਥੋੜੀ ਦੇਰ ਉਦਾਸ ਹੁੰਦੀ ਹੈ, ਦੁਖੀ ਹੁੰਦੀ ਹੈ, ਪਰ ਫਿਰ ਉਸਨੂੰ ਯਾਦ ਆਉਂਦਾ ਹੈ ਕਿ ਪਰੀ ਨੇ ਤੇ ਉਸਦਾ ਸੁਨੇਹਾ ਵਾਹਿਗੁਰੂ ਜੀ ਤੱਕ ਪਹੁੰਚਾਇਆ, ਤੇ ਇਸ ਲਈ ਪਰੀ ਦਾ ਸ਼ੁਕਰਾਨਾ ਕਰਨਾ ਬਣਦਾ ਹੈ। ਉਹ ਪਰੀ ਨੂੰ ਥੈਂਕਸ ਕਰਦੀ ਹੈ, ਉਹਦਾ ਸ਼ੁਕਰਾਨਾ ਕਰਦੀ ਹੈ ਕਿ ਤੁਸੀਂ ਮੇਰੀ ਗੱਲ ਵਾਹਿਗੁਰੂ ਜੀ ਤੱਕ ਪਹੁੰਚਾਈ, ਤੇ ਪਰੀ ਉੱਥੋਂ ਚਲੀ ਜਾਂਦੀ ਹੈ। ਪਰ ਚਿੜੀ ਜਦੋਂ ਉਹਦਾ ਸ਼ੁਕਰਾਨਾ ਕਰ ਰਹੀ ਹੁੰਦੀ ਹੈ ਨਾ, ਉਹਨੂੰ ਇੱਕ ਅਜੀਬ ਜਿਹੀ ਠੰਡ ਮਹਿਸੂਸ ਹੁੰਦੀ ਹੈ, ਅਜੀਬ ਜਿਹਾ ਅੰਦਰ ਸਕੂਨ ਮਿਲਦਾ ਹੈ ਜਦੋਂ ਉਹ ਸ਼ੁਕਰਾਨਾ ਕਰਦੀ ਹੈ। ਇੱਕ ਖੁਸ਼ੀ, ਇੱਕ ਖੇੜਾ ਅੰਦਰ ਉਹਨੂੰ ਫੀਲ ਹੁੰਦਾ ਹੈ, ਤੇ ਉਹ ਫਿਰ ਹਰ ਸਮੇਂ ਸ਼ੁਕਰ ਵਿੱਚ ਹੀ ਬਤੀਤ ਕਰਨ ਲੱਗ ਜਾਂਦੀ ਹੈ। ਪਰੀ ਉੱਥੋਂ ਚਲੀ ਜਾਂਦੀ ਹੈ। ਥੋੜਾ ਸਮਾਂ ਬੀਤਦਾ ਹੈ ਤੇ ਪਰੀ ਫੇਰ ਜਦੋਂ ਗੁਰੂ ਸਾਹਿਬ ਕੋਲ ਜਾ ਰਹੀ ਹੁੰਦੀ ਹੈ ਤੇ ਸੋਚਦੀ ਹੈ ਕਿ ਮੈਂ ਚਿੜੀ ਦਾ ਹਾਲ ਦੇਖਾਂ। ਚਿੜੀ ਨੂੰ ਦੇਖਦੀ ਹੈ ਤੇ ਚਿੜੀ ਤਾਂ ਬਹੁਤ ਖੁਸ਼ ਹੈ। ਉੱਥੇ ਇੱਕ ਛੋਟਾ ਜਿਹਾ ਦਰਖਤ ਆ ਗਿਆ, ਪਾਣੀ ਵੀ ਹੈ, ਉੱਥੇ ਬਹੁਤ ਸਾਰੇ ਪੰਛੀ ਹੋਰ ਵੀ ਉਸ ਦੇ ਨਾਲ ਰਹਿਣ ਲਈ ਉਸ ਦਰਖਤ ਤੇ ਆ ਗਏ ਨੇ, ਭੋਜਨ ਵੀ ਹੈ। ਚਿੜੀ ਬਹੁਤ ਚਹਿਚਹਾ ਰਹੀ ਹੈ, ਬਹੁਤ ਸੁਖੀ ਜਾਪ ਰਹੀ ਹੈ। ਤੇ ਪਰੀ ਫਿਰ ਵਾਹਿਗੁਰੂ ਜੀ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਪੁੱਛਦੀ ਹੈ ਕਿ
ਤੁਸੀਂ ਤਾਂ ਦੱਸਿਆ ਸੀ ਵੀ ਚਿੜੀ ਦੇ ਪਾਪ ਕਰਮ ਕੱਟੇ ਨਹੀਂ ਜਾ ਸਕਦੇ, ਉਹਨੂੰ ਹਜੇ ਬਹੁਤ ਸਮਾਂ ਦੁਖੀ ਰਹਿਣਾ ਪਏਗਾ। ਤੇ ਵਾਹਿਗੁਰੂ ਜੀ ਪਰੀ ਨੂੰ ਦੱਸਦੇ ਹਨ ਕਿ ਜਦੋਂ ਤੁਸੀਂ ਉਹਦਾ ਸ਼ੁਕਰਾਨਾ ਕੀਤਾ ਤੇ ਚਿੜੀ ਨੂੰ ਬਹੁਤ ਸਕੂਨ ਮਿਲਿਆ, ਇਸ ਕਰਕੇ ਉਹਨੇ ਸੋਚਿਆ ਸਦਾ ਹੀ ਸ਼ੁਕਰਾਨੇ ਵਿੱਚ ਰਹਾ। ਉਹ ਜਦੋਂ ਭੁੱਖੀ ਪਿਆਸੀ ਹੁੰਦੀ ਸੀ ਨਾ, ਤੇ ਤਾਂ ਵੀ ਕਹਿੰਦੀ ਸੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ। ਦੂਰ ਦੂਰ ਤੱਕ ਗਰਮ ਰੇਤ ਕੱਲੀ ਬਿਲਕੁਲ, ਤਾਂ ਵੀ ਕਹਿੰਦੀ ਸੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ। ਜਦੋਂ ਥੱਕ ਹਾਰ ਕੇ ਗਰਮ ਰੇਤ ਦੇ ਉੱਤੇ ਗਿਰ ਜਾਂਦੀ ਸੀ, ਝੁਲਸ ਜਾਂਦੀ ਸੀ, ਫਿਰ ਵੀ ਕਹਿੰਦੀ ਸੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ। ਤੇ ਇਸ ਤਰ੍ਹਾਂ ਸ਼ੁਕਰ ਕਰਦੇ ਕਰਦੇ ਉਸਦੇ ਪਾਪ ਕੱਟੇ ਗਏ। ਸ਼ੁਕਰਾਨੇ ਦੇ ਕਾਰਨ ਉਸਦੇ ਕੀਤੇ ਪਾਪ ਬਹੁਤ ਜਲਦੀ ਖਤਮ ਹੋ ਗਏ ਤੇ ਉਸਨੂੰ ਸੁੱਖ ਮਿਲਣਾ ਆਰੰਭ ਹੋ ਗਿਆ। ਇਸ ਤਰ੍ਹਾਂ ਪਰੀ ਬੜਾ ਹੈਰਾਨ ਹੁੰਦੀ ਹੈ ਤੇ ਚਿੜੀ ਦੇ ਕੋਲ ਜਾ ਕੇ ਚਿੜੀ ਨੂੰ ਵਧਾਈ ਵੀ ਦਿੰਦੀ ਹੈ ਕਿ ਤੇਰੇ ਪਾਪ ਕਰਮ ਇੰਨੀ ਜਲਦੀ ਕੱਟੇ ਗਏ। ਤੇ ਚਿੜੀ ਸੁੱਖ ਵਿੱਚ ਵੀ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰ ਰਹੀ ਹੁੰਦੀ ਹੈ। ਹੁਣ ਅਸੀਂ ਦੇਖੀਏ ਕਿ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ। ਸਿੱਖਿਆ ਮਿਲੀ, ਦੱਦਾ ਦੋਸ਼ ਨ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰਜਨਾ। ਕਿ ਜੋ ਮੈਂ ਚੰਗੇ ਜਾਂ ਮਾੜੇ ਕਰਮ ਕੀਤੇ ਹਨ ਜਾਂ ਕਰਦੀ ਹਾਂ, ਉਹਨਾਂ ਦਾ ਭੁਗਤਾਨ ਮੈਨੂੰ ਹੀ ਕਰਨਾ ਪਏਗਾ, ਕੋਈ ਦੂਜਾ ਇਸ ਦਾ ਕਾਰਨ ਨਹੀਂ ਹੁੰਦਾ। ਉਹਦਾ ਭੁਗਤਾਨ ਮੈਨੂੰ ਖੁਦ ਕਰਨਾ ਪਏਗਾ। ਉਹ ਕਿਸੇ ਵੀ ਜਨਮ ਵਿੱਚ ਅਸੀਂ ਕਿਸੇ ਵੀ ਰੂਪ ਵਿੱਚ ਕਿਸੇ ਵੀ ਜੂਨ ਵਿੱਚ ਕਰ ਸਕਦੇ ਹਾਂ, ਕਰਨਾ ਪਏਗਾ। ਤੇ ਜੇ ਭੁਗਤਾਨ ਕਰਨਾ ਹੈ ਫਿਰ ਅਸੀਂ ਕੀ ਕਰੀਏ? ਕਹਿੰਦੇ ਕਾਰਨ ਕਰਤਾ ਜੋ ਕਰੇ, ਸਿਰ ਧਰ ਮਨ ਕਰੇ ਸ਼ੁਕਰਾਨਾ। ਕਹਿੰਦੇ ਦੁੱਖ ਦਾ ਸੁੱਖ ਦਾ ਜੋ ਵੀ ਕਾਰਨ ਪਰਮੇਸ਼ਰ ਬਣਾਏ, ਮੱਥੇ ਤੇ ਲੈ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ, ਜਿਵੇਂ ਕਿ ਉਹ ਚਿੜੀ ਕਰਦੀ ਹੈ। ਹਰ ਵੇਲੇ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ। ਅਸੀਂ ਕਿਸੇ ਦੂਜੇ ਨੂੰ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਅਸੀਂ ਆਪ ਹੀ ਆਪਣੇ ਕੀਤੇ ਕਰਮਾਂ ਦਾ ਭੁਗਤਾਨ ਕਰਨਾ ਹੈ। ਸੋ ਜੋ ਗੁਰਬਾਣੀ ਵਿੱਚ ਲਿਖਿਆ ਹੈ, ਗੁਰੂ ਸਾਹਿਬ ਨੇ ਉਹ ਸਭ ਕੁਝ ਆਪਣੇ ਤਨ ਉੱਪਰ ਹੰਡਾ ਕੇ ਸਾਨੂੰ ਸਮਝਾਇਆ ਹੈ। ਜਿਵੇਂ ਕਿ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ, ਤਤੀ ਤਵੀ ਤੇ ਬੈਠੇ, ਸਿਰ ਤੇ ਰੇਤ ਪਵਾਈ, ਭੁੱਖੇ ਪਿਆਸੇ ਰਹੇ, ਪਰ ਗਿਲਾ ਸ਼ਿਕਵਾ ਨਹੀਂ ਕੀਤਾ ਪਰਮੇਸ਼ਰ ਦੇ ਨਾਲ, ਸਿਰਫ ਤੇ ਸਿਰਫ ਸ਼ੁਕਰਾਨਾ ਕੀਤਾ। ਤੇਰਾ ਕੀਆ ਮੀਠਾ ਲੱਗੇ, ਸਿਰ ਧਰ ਮਨ ਕਰੇ ਸ਼ੁਕਰਾਨਾ, ਹੈ ਨਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਗੁਰੂ ਸਾਹਿਬ ਤਾਂ ਸਰਬ ਕਲਾ ਸਮਰੱਥ ਸਨ, ਉਹ ਕੁਝ ਵੀ ਕਰ ਸਕਦੇ ਸਨ, ਪਰ ਫਿਰ ਵੀ ਉਹਨਾਂ ਨੇ ਆਪਣੇ ਤਨ ਦੇ ਉੱਤੇ ਉਹ ਤਸੀਹੇ ਜੋ ਸਾਡੀ ਨਜ਼ਰ ਵਿੱਚ ਤਸੀਹੇ ਸਨ, ਪਰ ਗੁਰੂ ਸਾਹਿਬ ਨੇ ਚੱਲ ਕੇ ਦਿਖਾਏ। ਫਿਰ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੂੰ ਵੀ ਪਤਾ ਸੀ ਕਿ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਣਾ ਹੈ, ਪਰ ਉਹ ਫਿਰ ਵੀ ਪਿੰਜਰੇ ਵਿੱਚ ਅਡੋਲ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਰਹੇ। ਉਹਨਾਂ ਦੇ ਨਾਲ ਉਹਨਾਂ ਦੇ ਪਿਆਰੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਬਹੁਤ ਤਰ੍ਹਾਂ ਦੇ ਦੁਨਿਆਵੀ ਸੁੱਖਾਂ ਦਾ ਲਾਲਚ ਦਿੱਤਾ ਗਿਆ, ਪਰ ਉਹ ਫਿਰ ਵੀ ਡੋਲੇ ਨਹੀਂ। ਉਹਨਾਂ ਨੇ ਉਹ ਸੁੱਖ ਨਹੀਂ ਅਪਣਾਏ ਜੋ ਸਾਨੂੰ ਦੁਨਿਆਵੀ ਲੋਕਾਂ ਨੂੰ ਸੁੱਖ ਮਹਿਸੂਸ ਹੁੰਦੇ ਹਨ। ਉਹਨਾਂ ਨੇ ਵੀ ਸਿਰਫ ਇੱਕੋ ਹੀ ਸੁੱਖ ਮੰਗਿਆ ਉਹਨਾਂ ਪਾਸੋਂ ਕਿ ਅੰਤਿਮ ਸਮੇਂ ਤੱਕ ਸਾਡਾ ਮੂੰਹ ਗੁਰੂ ਸਾਹਿਬ ਵੱਲ ਹੋਵੇ। ਤੇ ਮਨ ਵਿੱਚ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਹੇ ਸਨ ਕਿ ਸ਼ੁਕਰ ਹੈ ਗੁਰੂ ਸਾਹਿਬ, ਤੁਸੀਂ ਸਾਨੂੰ ਐਸਾ ਬਲ ਬਖਸ਼ਿਆ ਕਿ ਅਸੀਂ ਆਪ ਜੀ ਦੇ ਬਣਾਏ ਹੋਏ ਕਾਰਨ ਦੇ ਉੱਤੇ ਖਰੇ ਉਤਰ ਰਹੇ ਹਾਂ। ਸਿਰਫ ਤੇ ਸਿਰਫ ਸ਼ੁਕਰਾਨੇ ਵਿੱਚ ਡੁੱਬੇ ਰਹੇ। ਅਸੀਂ ਦੇਖੀਏ ਕਿ ਜੇ ਕਿਸੇ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਜਾਵੇ
ਅਸੀਂ ਦੇਖਦੇ ਹਾਂ ਨਾ, ਕੁਝ ਥੋੜਾ ਜਿਹਾ ਵੀ ਗਰਮ ਸਾਡੇ ਸਰੀਰ ਨੂੰ ਟੱਚ ਕਰ ਜਾਏ ਤੇ ਅਸੀਂ ਕਿਵੇਂ ਮੁਸ਼ਕਿਲ ਵਿੱਚ ਆ ਜਾਂਦੇ ਆ। ਪਾਣੀ ਕਿਤੇ ਸਰੀਰ ਤੇ ਗਿਰ ਜਾਵੇ ਤੇ ਛਾਲੇ ਬਣ ਜਾਂਦੇ ਨੇ। ਪਰ ਭਾਈ ਦਇਆਲਾ ਜੀ ਤਨ ਸਨ ਜਿਹੜੇ ਆਪ ਉਸ ਦੇਗ ਵਿੱਚ ਚੱਲ ਕੇ ਬੈਠੇ। ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰੇ ਦੇ ਨਾਲ ਦੋਫਾੜ ਕਰ ਦਿੱਤਾ ਗਿਆ, ਪਰ ਫਿਰ ਵੀ ਉਹ ਸ਼ੁਕਰ ਵਿੱਚ ਰਹੇ, ਬਾਣੀ ਪੜ੍ਹਦੇ ਰਹੇ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਕਿੰਨੀ ਸੁੱਖ ਸਹੂਲਤਾਂ ਸਨ, ਹੈ ਨਾ। ਈਵਨ ਕਿ ਚਲਦੇ ਸਨ ਤੇ ਉਹਨਾਂ ਦੇ ਅੱਗੇ ਮਖਮਲੀ ਟਾਟ ਵਿਛਾਏ ਜਾਂਦੇ ਸਨ। ਇੰਨੇ ਸੁੱਖ, ਰਾਜਿਆਂ ਵਰਗੇ ਸੁੱਖ ਭੋਗ ਰਹੇ ਸਨ। ਪਰ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਵੀ ਪਰਮੇਸ਼ਰ ਨੂੰ ਗਿਲਾ ਸ਼ਿਕਵਾ ਨਹੀਂ ਕੀਤਾ। ਮਾਛੀਵਾੜੇ ਦੇ ਜੰਗਲਾਂ ਤੱਕ ਦਾ ਸਫ਼ਰ ਬਹੁਤ ਮੁਸ਼ਕਿਲ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ, ਪਰ ਫਿਰ ਵੀ ਸ਼ੁਕਰ ਵਿੱਚ ਰਹੇ। ਕਹਿੰਦੇ ਹਨ ਕਿ ਜਦੋਂ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚੇ ਨਾ, ਤੇ ਉਹਨਾਂ ਦਾ ਕਛਹਿਰਾ ਵੀ ਖੂਨ ਕਰਕੇ ਉਹਨਾਂ ਦੇ ਜਿਸਮ ਦੇ ਨਾਲ ਚਿਪਕ ਚੁੱਕਾ ਸੀ, ਜਿਹਨੂੰ ਕਿ ਬਾਅਦ ਚੋਂ ਬਹੁਤ ਮੁਸ਼ਕਿਲ ਦੇ ਨਾਲ ਭਾਈ ਦਇਆ ਸਿੰਘ ਜੀ ਨੇ ਉਤਾਰਿਆ ਸੀ। ਪੈਰਾਂ ਵਿੱਚ ਲਹੂ ਸੀ, ਕੰਡੇ ਸੀ, ਕਿਉਂਕਿ ਜੋੜਾ ਵੀ ਚਮਕੌਰ ਦੀ ਗੜੀ ਉਤਾਰ ਆਏ ਸਨ। ਕਿੰਨੇ ਮੁਸ਼ਕਿਲਾਂ ਭਰੇ ਸਮੇਂ ਵਿੱਚੋਂ ਗੁਜ਼ਰੇ ਹੋਣਗੇ, ਫਿਰ ਵੀ ਸ਼ੁਕਰ ਵਿੱਚ ਰਹੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹੈ ਨਾ। ਉੱਥੇ ਜਾ ਕੇ ਇਹ ਰੁਬਾਈ ਉਹਨਾਂ ਨੇ ਉਚਾਰਨ ਕੀਤੀ। ਗੁਰੂ ਸਾਹਿਬ ਸਾਡੇ ਰੋਲ ਮਾਡਲ ਬਣੇ, ਸਾਨੂੰ ਸਮਝਾਇਆ ਕਿ ਅਸੀਂ ਜੀਵਨ ਨੂੰ ਕਿਸ ਤਰ੍ਹਾਂ ਜੀਣਾ ਹੈ। ਪਰ ਕੀ ਅਸੀਂ ਵੈਸਾ ਜੀਵਨ ਜੀ ਰਹੇ ਹਾਂ, ਜਾਂ ਸਿਰਫ ਗਿਲੇ ਔਰ ਸ਼ਿਕਵੇ ਵਾਲਾ ਜੀਵਨ ਅਸੀਂ ਜੀ ਕੇ ਦੁਖੀ ਹੋ ਰਹੇ ਹਾਂ। ਇੱਕ ਇਨਸਾਨੀ ਫਿਤਰਤ ਹੈ ਕਿ ਉਹ ਹਮੇਸ਼ਾ ਆਪਣੇ ਤੋਂ ਉੱਚਿਆਂ ਨੂੰ ਦੇਖਦਾ ਹੈ। ਉੱਚਿਆਂ ਨੂੰ ਮਤਲਬ ਦੁਨਿਆਵੀ ਤੌਰ ਦੇ ਉੱਤੇ ਜਿਹੜੇ ਅਮੀਰ ਹਨ, ਉਹਨਾਂ ਵੱਲ ਅਸੀਂ ਦੇਖ ਕੇ ਚੱਲਦੇ ਹਾਂ। ਇਸੇ ਕਰਕੇ ਅਸੀਂ ਦੁੱਖ ਪਾਉਂਦੇ ਹਾਂ, ਕਿਉਂਕਿ ਫਿਰ ਗਿਲਾ ਸ਼ਿਕਵਾ ਰਹਿ ਜਾਂਦਾ ਹੈ। ਅਕਸਰ ਬੱਚੇ ਆਪਣੇ ਮਾਤਾ ਪਿਤਾ ਨੂੰ ਸ਼ਿਕਵਾ ਕਰਦੇ ਹਨ ਕਿ ਮੇਰੇ ਫਰੈਂਡ ਕੋਲ ਤਾਂ ਇੰਨਾ ਅੱਛਾ ਨਵਾਂ ਬੈਗ ਹੈ, ਉਹ ਇੰਨੇ ਅੱਛੇ ਅੱਛੇ ਪੈਨਸਿਲ ਬਾਕਸ ਲੈ ਕੇ ਆਂਦੀ ਹੈ, ਉਹਨਾਂ ਦਾ ਘਰ ਕਿੰਨਾ ਵੱਡਾ ਹੈ, ਉਹਨਾਂ ਕੋਲ ਤਾਂ ਫ੍ਰਿਜ ਹੈ, ਉਹਨਾਂ ਕੋਲ ਇਹ ਹੈ, ਉਹਨਾਂ ਕੋਲ ਉਹ ਹੈ ਨਾ। ਪਰ ਉਹਨਾਂ ਦੀਆਂ ਚੀਜ਼ਾਂ ਦੇਖ ਕੇ ਅਸੀਂ ਆਪਣੇ ਕੋਲ ਕੀ ਹੈ, ਅਮੋਲਕ ਦਾਤਾਂ, ਉਹ ਭੁੱਲ ਜਾਂਦੇ। ਉਹਨਾਂ ਨੂੰ ਭਾਈ ਦਇਆ ਸਿੰਘ ਜੀ ਨੂੰ, ਮਤੀ ਦਾਸ ਜੀ, ਸਤੀ ਦਾਸ ਜੀ ਜਾਂ ਗੁਰੂ ਸਾਹਿਬਾਨ ਨੂੰ ਉਹ ਦੁੱਖ ਕਿਉਂ ਪ੍ਰਤੀਤ ਨਹੀਂ ਹੋਇਆ? ਕਿਉਂਕਿ ਉਹਨਾਂ ਦਾ ਫੋਕਸ ਸ਼ੁਕਰਾਨਾ ਸੀ। ਜਦੋਂ ਅਸੀਂ ਇੱਕ ਚੀਜ਼ ਦੇ ਉੱਤੇ ਧਿਆਨ ਦਿੰਦੇ ਹਾਂ ਤੇ ਸਾਡੇ ਕੋਲੋਂ ਦੂਸਰਾ ਧਿਆਨ ਵਿਸਰ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਦੁੱਖਾਂ ਵੱਲੋਂ, ਤਕਲੀਫਾਂ ਵੱਲੋਂ, ਕਮੀਆਂ ਵੱਲੋਂ ਆਪਣਾ ਧਿਆਨ ਹਟਾ ਕੇ ਆਪਣਾ ਫੋਕਸ ਸ਼ੁਕਰਾਨੇ ਤੇ ਕਰ ਦਿਆਂਗੇ ਨਾ, ਤੇ ਸਾਨੂੰ ਵੀ ਉਹ ਦੁੱਖ ਤਕਲੀਫ ਉਹਨਾਂ ਸ਼ਹੀਦਾਂ ਵਾਂਗ ਬਹੁਤ ਛੋਟੇ ਲੱਗਣਗੇ। ਦੁਨਿਆਵੀ ਤੌਰ ਤੇ ਬਹੁਤ ਵੱਡੇ ਦੁੱਖ ਤਕਲੀਫ ਹੋ ਸਕਦੇ ਹਨ, ਪਰ ਉਹ ਬਹੁਤ ਛੋਟੇ ਹੋ ਜਾਣਗੇ ਉਸ ਸ਼ੁਕਰਾਨੇ ਦੇ ਅੱਗੇ, ਜਿਵੇਂ ਕਿ ਉਸ ਚਿੜੀ ਦੇ ਹੋ ਗਏ ਸੀ, ਹੈ ਨਾ। ਜੇ ਜੀਵਣਾ ਹੀ ਹੈ ਤੇ ਉੱਚਿਆਂ ਵੱਲ ਕਿਉਂ, ਨੀਵਿਆਂ ਵੱਲ ਵੀ ਤਾਂ ਦੇਖ ਕੇ ਜੀਆ ਜਾ ਸਕਦਾ ਹੈ ਨਾ। ਗੁਰੂ ਸਾਹਿਬ ਕਹਿੰਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਕਹਿੰਦੇ ਉੱਚਿਆਂ ਨੂੰ ਦੇਖ ਕੇ ਕੀ ਰੀਸ ਕਰਨੀ, ਆਪਣੇ ਤੋਂ ਨੀਵੇਂ ਵੱਲ ਵੀ ਤਾਂ ਝਾਤੀ ਮਾਰਨਾ। ਅਸੀਂ ਆਪਣੇ ਤੋਂ ਨੀਵਿਆਂ ਵੱਲ ਦੇਖੀਏ, ਐਸੇ ਸਾਨੂੰ ਬਹੁਤ ਬੱਚੇ, ਬਹੁਤ ਲੋਕ ਦਿਸ ਜਾਂਦੇ ਹਨ ਜਿਹੜੇ ਸੜਕਾਂ ਦੇ ਉੱਤੇ ਭੀਖ ਮੰਗਣ ਨੂੰ ਮਜਬੂਰ ਹਨ। ਉਹ ਬੱਚੇ ਜਿਹੜੇ ਕੂੜੇ ਵਿੱਚੋਂ ਇੱਕ ਟੁਕੜਾ ਰੋਟੀ ਦਾ ਚੁੱਕਣ ਲਈ ਮਜਬੂਰ ਹਨ, ਉਹਨਾਂ ਕੋਲ ਰਹਿਣ ਨੂੰ ਥਾਂ ਨਹੀਂ। ਅਸੀਂ ਆਪਣੇ ਵੱਲ ਦੇਖੀਏ,
ਸਾਨੂੰ ਗੁਰੂ ਸਾਹਿਬ ਨੇ ਬੇਅੰਤ ਦਾਤਾਂ ਬਖਸ਼ੀਆਂ ਹਨ, ਜਿਵੇਂ ਕਿ ਮਾਤਾ ਪਿਤਾ, ਘਰ-ਬਾਰ, ਚਾਹੇ ਛੋਟਾ ਚਾਹੇ ਵੱਡਾ, ਸਾਨੂੰ ਬਚਾਉਂਦਾ ਤਾਂ ਹੈ ਨਾ ਸਰਦੀ ਤੋਂ, ਗਰਮੀ ਤੋਂ, ਕੀੜੇ ਮਕੌੜਿਆਂ ਤੋਂ, ਦੁਸ਼ਮਣਾਂ ਤੋਂ। ਕਿੰਨੀ ਤਰੀਕਿਆਂ ਨਾਲ ਸਾਨੂੰ ਸੇਫਟੀ ਬਖਸ਼ੀ ਹੈ ਗੁਰੂ ਸਾਹਿਬ ਨੇ। ਸਾਨੂੰ ਸੰਭਾਲਣ ਲਈ ਮਾਤਾ ਪਿਤਾ ਬਖਸ਼ੇ ਹਨ, ਬੱਚੇ ਬਖਸ਼ੇ ਹਨ, ਬੱਚਿਆਂ ਨੂੰ ਅੱਗੋਂ ਹੋਰ ਵੀ ਦੋਸਤ ਮਿੱਤਰ ਬਖਸ਼ੇ ਹਨ। ਕਿੰਨੀਆਂ ਹੀ ਬੇਅੰਤ ਦਾਤਾਂ ਸਾਨੂੰ ਗੁਰੂ ਸਾਹਿਬ ਬਖਸ਼ਦੇ ਹਨ, ਪਰ ਅਸੀਂ ਕੀ ਸ਼ੁਕਰਾਨਾ ਕਰਦੇ ਹਾਂ ਇਹਨਾਂ ਦਾਤਾਂ ਦਾ? ਜੇ ਨਹੀਂ ਕਰਦੇ ਤੇ ਅੱਜ ਤੋਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ, ਕਿਉਂਕਿ ਸ਼ੁਕਰਾਨਾ ਹੀ ਜੀਵਨ ਵਿੱਚ ਅਸਲ ਸੁੱਖ ਦਾ ਕਾਰਨ ਬਣ ਸਕਦਾ ਹੈ। ਦੁੱਖਾਂ ਤੋਂ ਦੂਰ, ਕਿਤੇ ਦੂਰ ਲੈ ਜਾਏਗਾ, ਜਿੱਥੇ ਸਿਰਫ ਤੇ ਸਿਰਫ ਸੁੱਖ ਹੀ ਸੁੱਖ ਹੋਣਗੇ। ਇੱਕ ਹੋਰ ਛੋਟੀ ਜੀ ਕਹਾਣੀ ਲੈਂਦੇ ਆ। ਇੱਕ ਵਾਰੀ ਇੱਕ ਬਾਬਾ ਜੀ ਬਿਮਾਰ ਹੋ ਜਾਂਦੇ ਆ ਤੇ ਉਹਨਾਂ ਨੂੰ ਹਸਪੀਟਲਾਈਜ਼ ਕਰਨਾ ਪੈਂਦਾ ਹੈ। ਡਾਕਟਰਸ ਉਹਨਾਂ ਨੂੰ ਆਕਸੀਜਨ ਲਗਾਉਂਦੇ ਨੇ ਤੇ ਜਦੋਂ ਛੁੱਟੀ ਹੁੰਦੀ ਹੈ ਤੇ ਉਹਨਾਂ ਨੂੰ ਇੱਕ ਬਿੱਲ ਦਿੱਤਾ ਜਾਂਦਾ ਜੋ ਹਸਪੀਟਲ ਦੇ ਲਈ ਪੇ ਕਰਨਾ ਪੈਂਦਾ ਹੈ। ਤੇ ਉਹ ਬਾਬਾ ਜੀ ਬਹੁਤ ਉੱਚੀ ਉੱਚੀ ਰੋਣ ਲੱਗ ਜਾਂਦੇ ਆ। ਸਾਰਾ ਸਟਾਫ ਬੜਾ ਹੀ ਅਪਸੈਟ ਹੋ ਜਾਂਦਾ ਵੀ ਬਾਬਾ ਜੀ ਨੂੰ ਕੀ ਹੋ ਗਿਆ, ਸ਼ਾਇਦ ਇਹ ਬਿੱਲ ਪੇ ਨਹੀਂ ਕਰ ਸਕਦੇ। ਤੇ ਇੱਕ ਡਾਕਟਰ ਉਹਨਾਂ ਨੂੰ ਕਹਿੰਦੇ ਆ ਕਿ ਵੀ ਬਾਬਾ ਜੀ ਤੁਸੀਂ ਬਿੱਲ ਪੇ ਨਹੀਂ ਕਰ ਸਕਦੇ, ਮੈਂ ਤੁਹਾਨੂੰ ਥੋੜਾ ਡਿਸਕਾਊਂਟ ਕਰਵਾ ਦੇਣਾ ਜੇ ਤੁਸੀਂ ਬਿੱਲ ਪੇ ਨਹੀਂ ਕਰ ਸਕਦੇ, ਤੁਸੀਂ ਇਸ ਲਈ ਰੋ ਰਹੇ ਹੋ? ਤੇ ਬਾਬਾ ਜੀ ਕਹਿੰਦੇ ਨੇ ਨਹੀਂ ਨਹੀਂ, ਮੈਂ ਇਸ ਲਈ ਨਹੀਂ ਰੋ ਰਿਹਾ, ਮੇਰੇ ਬੱਚੇ ਇਹ ਬਿੱਲ ਪੇ ਕਰ ਸਕਦੇ ਹਨ। ਮੈਂ ਤਾਂ ਇਸ ਲਈ ਰੋ ਰਿਹਾ ਹਾਂ ਕਿ ਮੇਰੀ ਉਮਰ ਤਕਰੀਬਨ 80 ਸਾਲ ਦੀ ਹੋਣ ਵਾਲੀ ਹੈ। ਇੰਨੇ ਸਾਲਾਂ ਤੋਂ, 80 ਸਾਲਾਂ ਤੋਂ ਮੈਂ ਉਸ ਪਰਮੇਸ਼ਰ ਦੀ ਦਿੱਤੀ ਹੋਈ ਆਕਸੀਜਨ ਹਵਾ ਯੂਜ਼ ਕਰ ਰਿਹਾ ਹਾਂ। ਸਾਡੇ ਸਵਾਸ ਚੱਲਦੇ ਆ ਨਾ ਆਕਸੀਜਨ ਤੇ ਹਵਾ ਤੇ। ਉਸ ਪਰਮੇਸ਼ਰ ਨੇ ਤਾਂ ਕਦੀ ਮੇਰੇ ਕੋਲੋਂ ਇਸ ਦਾ ਕੋਈ ਹਰਜਾਨਾ, ਕੋਈ ਫੀਸ ਨਹੀਂ ਮੰਗੀ, ਪਰ ਇੱਥੇ 2 ਕੁ ਦਿਨਾਂ ਲਈ ਹਸਪੀਟਲ ਵਿੱਚ ਐਡਮਿਟ ਹੋਇਆ ਹਾਂ ਤੇ ਇੰਨੀ ਭਾਰੀ ਰਕਮ ਮੈਨੂੰ ਪੇ ਕਰਨੀ ਪਏਗੀ। ਮੈਂ ਉਸ ਗੁਰੂ ਦਾ, ਉਸ ਪਰਮੇਸ਼ਰ ਦਾ ਸ਼ੁਕਰਾਨਾ ਕਿਉਂ ਨਹੀਂ ਕੀਤਾ ਜਿਨੇ ਮੈਨੂੰ 80 ਸਾਲਾਂ ਤੱਕ ਇਹ ਹਵਾ, ਪਾਣੀ, ਕੁਦਰਤ ਦੀਆਂ ਸੋਮੇ ਮੁਫਤ ਵਿੱਚ ਹੀ ਦਿੱਤੇ ਹਨ। ਮੇਰਾ ਇਹ ਸਰੀਰ ਦਿੱਤਾ ਹੈ ਜਿਸ ਦੇ ਨਾਲ ਚੱਲ ਫਿਰ ਸਕਦੇ ਹਾਂ, ਅਸੀਂ ਖਾ ਪੀ ਸਕਦੇ ਹਾਂ, ਹੰਡਾ ਸਕਦੇ ਹਾਂ, ਸਭ ਕੁਝ ਕਰ ਸਕਦੇ ਹਾਂ। ਅਸੀਂ ਸ਼ੁਕਰਾਨੇ ਵਿੱਚ ਭਿੱਜ ਜਾਈਏ। ਤੁਸੀਂ ਜਿਵੇਂ ਹੁਣ ਸਾਰੇ ਬੱਚੇ ਐਜੂਕੇਟ ਪੰਜਾਬ ਨਾਲ ਜੁੜੇ ਹੋਏ ਹੋ, ਕਿੰਨਾ ਅੱਛਾ ਗੁਰੂ ਸਾਹਿਬ ਨੇ ਇੱਕ ਉਪਰਾਲਾ ਕਾਰਨ ਬਣਾਇਆ ਹੈ। ਤੁਹਾਨੂੰ ਸਾਰਿਆਂ ਨੂੰ ਐਸੀ ਸੰਸਥਾ ਦੇ ਨਾਲ ਜੋੜਿਆ ਹੈ ਜਿਹੜੀ ਤੁਹਾਨੂੰ ਜੀਵਨ ਜਾਚ ਸਿਖਾ ਰਹੀ ਹੈ, ਇਸ ਸੰਸਾਰ ਵਿੱਚ ਜਿਉਣ ਦੇ ਕਾਬਿਲ ਬਣਾ ਰਹੀ ਹੈ। ਪੜ੍ਹਾਈ ਲਿਖਾਈ ਕਰਵਾ ਕੇ ਉੱਚੇ ਉੱਚੇ ਅਹੁਦਿਆਂ ਤੱਕ ਇਸ ਸੰਸਥਾ ਦੇ ਬੱਚੇ ਪੜ੍ਹੇ ਹੋਏ ਜਾ ਰਹੇ ਹਨ ਤੇ ਨਾਲ ਦੇ ਨਾਲ ਹੀ ਤੁਹਾਨੂੰ ਆਤਮਿਕ ਉਚਾਈਆਂ ਤੇ ਵੀ ਲੈ ਕੇ ਜਾ ਰਹੀ ਹੈ, ਆਤਮਿਕ ਗਿਆਨ ਬਖਸ਼ ਰਹੀ ਹੈ। ਫਿਰ ਅਸੀਂ ਕਿਉਂ ਨਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ, ਹੈਨਾ? ਅਸੀਂ ਇਸ ਤਰ੍ਹਾਂ ਹੀ ਤਾਂ ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ, ਗੁਰਸਿੱਖ ਜੱਜ ਬਣਾਂਗੇ ਤੇ ਫਿਰ ਦੇਸ਼ ਔਰ ਪੰਥ ਦੀ ਸੇਵਾ ਕਰਾਂਗੇ। ਸੁਸਾਇਟੀ ਵਿੱਚ ਵੀ ਗੁਰੂ ਸਾਹਿਬ ਦਾ ਨਾਮ ਉੱਚਾ ਹੁੰਦਾ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ, ਚੰਗੇ ਅਹੁਦਿਆਂ ਤੇ ਪਹੁੰਚਾਂਗੇ ਤੇ ਸਾਡੇ ਹੱਥ ਵਿੱਚ ਵੀ ਤਾਂ ਪਾਵਰ ਆਏਗੀ ਨਾ। ਜਦੋਂ ਅਸੀਂ ਸ਼ੁਕਰਾਨਾ ਕਰਦੇ ਹਾਂ, ਸ਼ੁਕਰਾਨਾ ਸਾਡੇ ਅੰਦਰ ਇੱਕ ਅਜੀਬ ਤਰ੍ਹਾਂ ਦਾ ਜੋਸ਼ ਭਰ ਦਿੰਦਾ ਹੈ, ਅਜੀਬ ਤਰ੍ਹਾਂ ਦੀ ਸਪਿਰਿਟ ਭਰ ਦਿੰਦਾ ਹੈ। ਸ਼ੁਕਰਾਨਾ ਕਰਦੇ ਕਰਦੇ ਸਾਨੂੰ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਗੁਰੂ ਸਾਹਿਬ ਸਾਡੇ ਅੰਗ ਸੰਗ ਹੀ ਹਨ। ਅਸੀਂ ਸਿਰਫ ਹਜੇ ਪੜ੍ਹਦੇ ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰ ਇਸ ਨੂੰ ਕੋਈ ਵਿਰਲਾ ਵਿਰਲਾ ਮਹਿਸੂਸ ਕਰਦਾ ਹੈ ਕਿ ਵਾਕਈ ਹੀ ਗੁਰੂ ਮੇਰੇ ਨਾਲ ਹੈ। ਜਦੋਂ ਅਸੀਂ ਸ਼ੁਕਰਾਨੇ ਵਿੱਚ ਭਿੱਜੇ ਹੁੰਦੇ ਆ ਨਾ ਤੇ ਗੁਰੂ ਸਾਹਿਬ ਆਪ ਹੀ ਸਾਡੀ ਬਾਹ ਫੜਦੇ ਹਨ, ਸਾਨੂੰ ਸਹੀ ਜੀਵਨ ਜਾਚ, ਜੀਵਨ ਦਾ ਰਸਤਾ ਬਖਸ਼ਦੇ ਹਨ, ਨਵੀਆਂ ਨਵੀਆਂ ਉਚਾਈਆਂ ਬਖਸ਼ਦੇ ਹਨ, ਜਿੱਥੇ ਜਾ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ, ਇਸ ਜਨਮ ਨੂੰ ਸਫਲਾ ਕਰ ਸਕਦੇ ਹਾਂ, ਹੋਰਨਾਂ ਵਾਸਤੇ ਪ੍ਰੇਰਨਾ ਬਣ ਸਕਦੇ ਹਾਂ ਕਿ ਇਹ ਬੱਚੇ ਸ਼ੁਕਰਾਨਾ ਕਰਕੇ, ਹੁਕਮ ਨੂੰ ਮੰਨ ਕੇ
ਪਰਮੇਸ਼ਰ ਦੇ ਰਾਹ ਤੇ ਤੁਰ ਪਏ ਤੇ ਜੀਵਨ ਨੂੰ ਸਫਲਾ ਕਰਕੇ ਗਏ। ਸੰਸਾਰ ਵਿੱਚ ਵੀ ਉਚਾਈਆਂ ਛੂਈਆਂ ਤੇ ਆਤਮਿਕ ਤੌਰ ਤੇ ਵੀ ਉੱਚੇ ਹੋ ਗਏ। ਅਸੀਂ ਦੇਖੀਏ ਜੋ ਵੀ ਸ਼ੁਕਰਾਨੇ ਵਿੱਚ ਡੁੱਬੇ ਹੁੰਦੇ ਨਾ, ਸ਼ੁਕਰਾਨਾ ਕਰਦੇ ਹਨ, ਉਹਨਾਂ ਦਾ ਜੀਵਨ ਇਸ ਦੁਨੀਆ ਦੇ ਲੋਕਾਂ ਤੋਂ ਨਿਆਰਾ ਹੁੰਦਾ ਹੈ। ਜਿਵੇਂ ਕਿ ਗੁਰੂ ਸਾਹਿਬ ਸਾਨੂੰ ਕਹਿੰਦੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਤੇ ਇੱਕ ਜਗ੍ਹਾ ਕਿਹਾ ਵੀ ਖਾਲਸਾ ਜਿਹੜਾ ਹੈ ਨਿਆਰਾ ਹੁੰਦਾ ਹੈ। ਨਿਆਰਾ ਮਤਲਬ ਵੱਖਰਾ, ਸੰਸਾਰ ਤੋਂ ਵੱਖਰੀ ਚਾਲ ਵਾਲਾ ਹੁੰਦਾ ਹੈ। ਤੇ ਜੋ ਸ਼ੁਕਰਾਨਾ ਕਰਦਾ ਹੈ ਉਹ ਖਾਲਸ ਹੋ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ, ਕਿਉਂਕਿ ਗੁਰੂ ਸਾਹਿਬ ਉਹਦੇ ਅੰਗ ਸੰਗ ਹੁੰਦੇ ਹਨ। ਫਿਰ ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰ ਸਕਦਾ, ਕਦੇ ਵੀ ਕਿਸੇ ਬਾਰੇ ਮਾੜਾ ਸੋਚ ਵੀ ਨਹੀਂ ਸਕਦਾ। ਬੋਲਣਾ ਔਰ ਕਰਨਾ ਬਹੁਤ ਦੂਰ। ਸੋ ਅਸੀਂ ਵੀ ऐसे ही शुकराने दे राह ते तुरीए, हर समय हर पल हर घड़ी उस गुरु साहब दा शुकराना करिए जिसने सानू बेअंत दातां बख्शियां हन। सानू ये शरीर बख्शिया ना, असी श्वास लै रहे हैं, असी देख सकते हैं, असी बोल सकते हैं, असी सुन सकते हैं, असी दुनिया दे होर कर्म कर सकते हैं। इसे तरह असी बाणी दे नाल जुड़ के बाणी तो सेध लैके गुरु साहब दे राह ते भी तुर सकते हैं। ਉਹਦਾ ਸ਼ੁਕਰਾਨਾ ਕਰਦੇ ਹੋਏ ਜੀਵਨ ਬਿਤਾਵਾਂਗੇ ਤੇ ਜੋ ਸੁੱਖ ਸਾਨੂੰ ਮਿਲੇਗਾ ਨਾ ਉਹ ਕਿਤੋਂ ਵੀ ਨਹੀਂ ਮਿਲ ਸਕਦਾ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀਏ। ਦੁਨੀਆ ਦੇ ਰਾਜ ਵੀ ਐਸੇ ਸੁੱਖ ਸਾਨੂੰ ਨਹੀਂ ਦੇ ਸਕਦੇ ਜੋ ਸੁੱਖ ਸਾਨੂੰ ਸ਼ੁਕਰਾਨੇ ਵਾਲੇ ਜੀਵਨ ਵਿੱਚੋਂ ਮਿਲ ਸਕਦਾ ਹੈ। ਸੋ ਇਸ ਕਰਕੇ ਅਸੀਂ ਹਰ ਸਮੇਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ। ਮੈਂ ਆਸ ਕਰਦੀ ਹਾਂ ਕਿ ਅਸੀਂ ਸਾਰੇ ਮਿਲ ਕੇ ਇੱਕ ਐਸੇ ਸਮਾਜ ਦੀ ਸਿਰਜਣਾ ਕਰਾਂਗੇ ਜਿਸ ਵਿੱਚ ਕੋਈ ਕਿਸੇ ਦਾ ਮਾੜਾ ਨਹੀਂ ਕਰੇਗਾ, ਸਭ ਇੱਕ ਦੂਸਰੇ ਦਾ ਭਲਾ ਮੰਗਣਗੇ। ਔਰ ਸਾਡਾ ਤਾਂ ਪੰਥ ਇਹੀ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਰਮੀਤ ਕੌਰ ਜੀ ਦਾ, ਜਿਨ੍ਹਾਂ ਦਾ ਵਿਸ਼ਾ ਵੀ ਸ਼ੁਕਰਾਨਾ ਸੀ ਤੇ ਸੱਚਮੁੱਚ ਪ੍ਰੇਮ ਦੇ ਵਿੱਚ ਭਿੱਜ ਕੇ ਜਿਨ੍ਹਾਂ ਦੀ ਇਤਿਹਾਸ ਦੇ ਵਿੱਚੋਂ ਜਾਂ ਹੋਰ ਗੱਲਾਂ ਸਾਨੂੰ ਸਾਡੇ ਨਾਲ ਸਾਂਝੀਆਂ ਕੀਤੀਆਂ, ਪਿਆਰ ਦੇ ਵਿੱਚ ਭਿੱਜ ਕੇ ਇੱਕ ਇੱਕ ਗੱਲ ਸਾਡੇ ਮਨ ਦੇ ਵਿੱਚ, ਸਾਡੇ ਹਿਰਦੇ ਵਿੱਚ ਚਲੀ ਜਾਂਦੀ ਸੀ, ਨਾਲ ਦੀ ਨਾਲ ਉਸੇ ਤਰ੍ਹਾਂ ਉਵੇਂ ਸੀਨ ਬਣਦਾ ਜਾਂਦਾ ਸੀ। ਸੋ ਬਹੁਤ ਬਹੁਤ ਧੰਨਵਾਦ। ਜੀ ਨੂੰ ਬੇਨਤੀ ਹੈ ਕਿ ਫਿਰ ਵੀ ਸਮਾਂ ਕੱਢ ਕੇ ਫਿਰ ਵੀ ਦਰਸ਼ਨ ਦੇਣਗੇ, ਫਿਰ ਵੀ ਕਦੇ ਮੌਕਾ ਬਣਿਆ ਤੇ ਫਿਰ ਵੀ ਆਉਣਗੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਬਹੁਤ ਬਹੁਤ ਧੰਨਵਾਦ ਜੀ। ਬੱਚਿਆਂ ਦੀ ਕੁਝ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਪੂਰਾ ਧੰਨਵਾਦ ਜੀ। ਤੇ ਹੁਣ ਬੱਚਿਆਂ ਦੇ ਕੁਝ ਹੈਂਡ ਰੇਜ਼ ਨੇ ਤਾਂ ਉਹ ਆਪਾਂ ਲੈ ਲਈਏ ਭੈਣ ਜੀ ਜਾਂ ਹਾਂਜੀ ਹੋਰ ਜੀ? ਹਾਂਜੀ ਹਾਂਜੀ ਭੈਣ ਜੀ ਲੈ ਲੈਂਦੇ ਮੈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਪਹਿਲਾਂ ਤੇ ਮੈਮ ਜੀ ਦਾ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇੰਨੀ ਵਧੀਆ ਸਿੱਖਿਆ ਦਿੱਤੀ ਕਿ ਸਾਨੂੰ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਮੈਮ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਰੋਟੀ ਖਾਂਦੇ ਹਾਂ ਤਾਂ ਅਸੀਂ ਕਦੀ ਵੀ ਪਰਮਾਤਮਾ ਦਾ ਬਹੁਤ ਘੱਟ ਜਾਣੇ ਹੋਊਗੇ ਜਿਹੜੇ ਪਰਮਾਤਮਾ ਦਾ ਰੋਟੀ ਖਾਂਦੇ ਸ਼ੁਕਰਾਨਾ ਕਰਦੇ ਹਾਂ। ਜਦੋਂ ਅਸੀਂ ਇੱਕ ਬੁਰਕੀ ਬਿਨਾਂ ਸ਼ੁਕਰਾਨੇ ਤੋਂ ਕਰਕੇ ਖਾਂਦੇ ਹਾਂ ਤਾਂ ਸਾਨੂੰ ਹੋਰ ਹੀ ਤਰ੍ਹਾਂ ਦਾ ਟੇਸਟ ਆਉਂਦਾ ਹੈ, ਸਵਾਦ ਆਉਂਦਾ ਹੈ। ਤੇ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ, ਕਦੀ ਏਦਾਂ ਵੀ ਕੋਸ਼ਿਸ਼ ਕਰੋ ਜਦੋਂ ਤੁਸੀਂ ਇੱਕ ਰੋਟੀ ਖਾਂਦੇ ਆ ਤਾਂ ਵਾਹਿਗੁਰੂ ਵਾਹਿਗੁਰੂ ਬੋਲੋ ਤਾਂ ਫਿਰ ਤੁਹਾਨੂੰ ਅਲੱਗ ਹੀ ਟੇਸਟ ਆਏਗਾ ਤੇ ਅਲੱਗ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੋਗਾ। ਇਸ ਕਰਕੇ ਸਾਨੂੰ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਸਾਨੂੰ ਹਰ ਵੇਲੇ ਦੁੱਧ ਪੀਂਦੇ ਵਕਤ, ਹਰ ਇੱਕ ਚੀਜ਼ ਕਰਦੇ ਵਕਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਅਸੀਂ ਦੁੱਧ ਪੀਂਦੇ ਵਕਤ ਵੀ ਕਿ ਵਾਹਿਗੁਰੂ ਜੀ ਕਿ ਤੁਸੀਂ ਸਾਨੂੰ ਦੁੱਧ ਦਿੱਤਾ ਤੇ ਆਪਾਂ ਤੁਹਾਡੇ ਬਹੁਤ ਸ਼ੁਕਰੀਆ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਬੱਚਿਆਂ ਦੇ ਸਵਾਲ ਨੇ ਜੀ ਪਹਿਲਾਂ ਉਹ ਹੈਂਡ ਰੇਜ਼ ਕਰੋ ਆਪਣੇ, ਜਿਨ੍ਹਾਂ ਦੇ ਸਵਾਲ ਨੇ ਜੀ, ਫਿਰ ਆਪਾਂ ਆਪਣੇ ਵਿਚਾਰ ਵੀ ਰੱਖਾਂਗੇ। ਪਰ ਪਹਿਲਾਂ ਜਿਨ੍ਹਾਂ ਦਾ ਕੋਈ ਸਵਾਲ ਹੈ ਉਹ ਆਪਣੇ ਸਵਾਲ ਲੈ ਕੇ ਆਓ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
मैम मैं पहला मैम जी का बहुत धन्यवाद करती हूँ जिन्होंने सानू इतनी वधिया सिक्ख्या दी। मैम मेरा क्वेश्चन ये है, ਅਸੀਂ ਜੇ ਗੁਰੂ ਸਾਡਾ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਤਾਂ ਗੁਰੂ ਸਾਡਾ ਸ਼ੁਕਰਾਨਾ ਕਿਵੇਂ ਕਰੂਗੇ? गुरु साडा शुकराना करेंगे? जी अच्छा क्वेश्चन है। गुरु साहब साडा शुकराना तां करनगे ਜਦੋਂ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ। ਜਿਵੇਂ ਅਸੀਂ ਸਾਨੂੰ ਕੋਈ ਚੀਜ਼ ਅਗਰ ਸਾਨੂੰ ਦਿੰਦਾ ਹੈ ਤੇ ਅਸੀਂ ਕਹਿੰਦੇ ਨਾ ਥੈਂਕ ਯੂ, ਤੇ ਅੱਗੋਂ ਕਹਿਣਗੇ ਵੈਲਕਮ, ਹੈ ਨਾ। ਵੈਲਕਮ ਦਾ ਮਤਲਬ ਵੀ ਸ਼ੁਕਰਾਨਾ, ਵੀ ਤੁਸੀਂ ਸਾਨੂੰ ਥੈਂਕ ਯੂ ਬੋਲਿਆ, ਠੀਕ ਹੈ, ਇਸ ਲਈ ਤੁਹਾਡਾ ਵੀ ਸਵਾਗਤ ਹੈ। ਤੇ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ, ਸ਼ੁਕਰਾਨਾ ਕਰਨ ਦਾ ਮਤਲਬ ਅਸੀਂ ਉਹਨਾਂ ਨਾਲ ਪ੍ਰੇਮ ਕਰਦੇ ਹਾਂ, ਤੇ ਫਿਰ ਗੁਰੂ ਸਾਹਿਬ ਵੀ ਸਾਨੂੰ ਉਨਾ ਹੀ ਪਿਆਰ ਕਰਦੇ ਹਨ। ਜਿਵੇਂ ਅਸੀਂ ਪ੍ਰੇਮ ਕਰਦੇ ਹਾਂ ਉਵੇਂ ਗੁਰੂ ਸਾਹਿਬ ਵੀ ਸਾਨੂੰ ਪ੍ਰੇਮ ਕਰਦੇ ਹਨ। ਸਾਨੂੰ ਸ਼ੁਕਰਾਨਾ, ਉਹ ਸਾਡਾ ਸ਼ੁਕਰਾਨਾ ਕਿਵੇਂ ਕਰਦੇ ਹਨ ਕਿ ਸਾਡੇ ਪਾਪ ਕਰਮ ਕੱਟਦੇ ਜਾਂਦੇ ਹਨ। ਪਾਪ ਕਰਮ ਕੱਟਦੇ ਕੱਟਦੇ ਤੇ ਉਹ ਹੀ ਸਾਡੇ ਲਈ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਦਾਤ ਹੁੰਦੀ ਹੈ, ਸ਼ੁਕਰਾਨਾ ਹੁੰਦਾ। ਬਹੁਤ ਧੰਨਵਾਦ ਜੀ। ਹਾਂਜੀ ਬੇਟਾ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਦੱਸਿਆ ਨਾ ਇਤਿਹਾਸ ਵਿੱਚੋਂ ਵੀ ਸ਼ੁਕਰਾਨਾ, ਵੀ ਗੁਰੂ ਗੋਬਿੰਦ ਸਿੰਘ ਨੇ ਇੰਨੇ ਮਾੜੇ ਹਾਲਾਤਾਂ 'ਚ ਵੀ ਹਨਾ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਸਾਨੂੰ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਮੈਮ ਜਿਵੇਂ ਵੀ ਮੇਰੇ ਇੱਕ ਕੁਐਸਚਨ ਸੀ ਵੀ ਜਿਵੇਂ ਆਪਾਂ ਸ਼ੁਕਰਾਨਾ ਪਰਮਾਤਮਾ ਦਾ ਕਰਦੇ ਹਾਂ, ਵੀ ਆਪਾਂ ਨੂੰ ਸਿਮਰਨ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ, ਜਾਂ ਵੀ ਜਿਵੇਂ ਆਪਾਂ ਕਹਿੰਦੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ ਨਾ, ਆਪਾਂ ਪੈਸੇ ਦਾ ਮੱਥਾ ਟੇਕਦੇ ਹਾਂ, ਵੀ ਉਹ ਸ਼ੁਕਰਾਨਾ ਅਸਲ ਸ਼ੁਕਰਾਨਾ ਹੈ, ਜਾਂ ਵੀ ਆਪਾਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਵੀ ਉਹ ਸ਼ੁਕਰਾਨਾ ਅਸਲ ਸ਼ੁਕਰਾਨਾ ਹੈ? ਸ਼ੁਕਰਾਨਾ ਅਸਲ ਵਿੱਚ ਸਾਡੇ ਮਨ ਦੀ ਭਾਵਨਾ ਹੁੰਦੀ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਕਿੰਨਾ ਆਪਣੇ ਨੇੜੇ ਸਮਝ ਰਹੇ ਹਾਂ। ਅਸੀਂ ਗੁਰਦੁਆਰਾ ਸਾਹਿਬ ਜਾ ਕੇ ਵੀ ਅਗਰ ਉੱਥੇ ਪ੍ਰੈਜ਼ੈਂਟ ਨਹੀਂ ਹਾਂ ਤੇ ਉਹ ਸਾਡੇ ਵੱਲੋਂ ਕੀਤਾ ਹੋਇਆ ਸਿਰਫ ਇੱਕ ਕਰਮ ਹੀ ਰਹਿ ਜਾਂਦਾ ਹੈ। ਅਸਲ ਥੈਂਕ ਯੂ ਨਹੀਂ ਬਣਦਾ, ਅਸਲ ਸ਼ੁਕਰਾਨਾ ਨਹੀਂ ਬਣਦਾ। ਦੂਸਰਾ, ਅਸੀਂ ਆਪਣੇ ਜੀਵਨ ਨੂੰ ਗੁਰੂ ਅਨੁਸਾਰ ਜਿਉਂ ਕੇ ਵੀ ਗੁਰੂ ਦਾ ਸ਼ੁਕਰਾਨਾ ਕਰ ਸਕਦੇ ਹਾਂ। ਜਿਵੇਂ ਗੁਰੂ ਸਾਹਿਬ ਕਹਿੰਦੇ ਆ, ਮਿੱਠਾ ਬੋਲੋ, ਚੰਗੇ ਕਰਮ ਕਰੋ, ਕਿਸੇ ਦਾ ਦਿਲ ਨਾ ਦੁਖਾਓ। ਜੋ ਐਸੇ ਕਰਮ ਨੇ, ਨੇਕ ਕਰਮ ਨੇ, ਅਸੀਂ ਇਸ ਤਰ੍ਹਾਂ ਅਗਰ ਗੁਰੂ ਦੇ ਭਾਣੇ ਵਿੱਚ ਚੱਲਾਂਗੇ, ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਜੀਵਾਂਗੇ, ਉਹ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਮੰਨਿਆ ਜਾਂਦਾ ਹੈ। ਜੋ ਸਿਮਰਨ ਕਰਦੇ ਹਾਂ, ਜੋ ਅਸੀਂ ਬੋਲ ਕੇ, ਗਾ ਕੇ, ਜਾਂ ਸਾਨੂੰ ਜੋ ਕੀਰਤਨ ਦੀ ਦਾਤ ਗੁਰੂ ਸਾਹਿਬ ਨੇ ਬਖਸ਼ੀ ਹੈ, ਉਹਦੀ ਕੀਰਤੀ, ਉਹਦੀ ਸਿਫਤ ਸਲਾਹ, ਉਹਦੀ ਵਡਿਆਈ ਅਸੀਂ ਕਰਦੇ ਹਾਂ, ਉਹ ਵੀ ਇੱਕ ਸ਼ੁਕਰਾਨੇ ਦਾ ਹੀ ਰੂਪ ਹੈ, ਕਿਉਂਕਿ ਉਹਦੇ ਵਿੱਚ ਵੀ ਉਹਦੀਆਂ ਦਾਤਾਂ ਦਾ ਅਸੀਂ ਸ਼ੁਕਰਾਨਾ ਕਰ ਰਹੇ ਹੁੰਦੇ। ਅਸਲ ਵਿੱਚ ਸਾਡਾ ਮਨ, ਸਾਡੀ ਭਾਵਨਾ ਹੀ ਸ਼ੁਕਰਾਨਾ ਬਣਦੀ ਹੈ। ਸਿਰਫ ਤਨ ਕਰਕੇ ਕੀਤੇ ਹੋਏ ਕੰਮ ਪਾਖੰਡ ਹੋ ਜਾਂਦੇ ਨੇ ਕਈ ਵਾਰੀ। ਇਸ ਕਰਕੇ ਗੁਰਦੁਆਰਾ ਸਾਹਿਬ ਸਾਨੂੰ ਜਾਣਾ ਰੋਜ਼ ਇੱਕ ਹੁਕਮ ਹੈ। ਅਸੀਂ ਦਰਸ਼ਨ ਕਰਨੇ ਨੇ, ਗੁਰੂ ਸਾਹਿਬ ਦੀ ਸੇਵਾ ਕਰਨੀ ਹੈ, ਨਾਲ ਨਾਲ ਅਸੀਂ ਲੋਕਾਈ ਦੀ ਵੀ ਸੇਵਾ ਕਰਨੀ ਹੈ, ਕਿਉਂਕਿ ਸਾਰਿਆਂ ਵਿੱਚ ਹੀ ਉਹ ਪਰਮੇਸ਼ਰ ਵਸਦਾ ਹੈ। ਤੇ ਅਸੀਂ ਕੋਈ ਵੀ ਢੰਗ ਅਪਣਾਈਏ, ਪਰ ਗੁਰੂ ਸਾਹਿਬ ਦੀ ਯਾਦ ਸਾਡੇ ਅੰਦਰ ਬਣੀ ਰਹੇ, ਸਾਡੀ ਭਾਵਨਾ ਚੰਗੀ ਹੋਵੇ, ਇਹ ਦੋਨੋਂ ਗੱਲਾਂ ਜਦੋਂ ਮਿਲ ਜਾਣਗੀਆਂ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਹੋਏਗਾ। ਬਹੁਤ ਧੰਨਵਾਦ ਭੈਣ ਜੀ ਦਾ। ਮੈਂ ਇੱਕ ਪੁਆਇੰਟ ਇੱਥੇ ਇੱਕ ਗੱਲ ਹੋਰ ਬੱਚਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ। ਹਾਂਜੀ। ਕਿ ਜਿਸ ਤਰ੍ਹਾਂ ਤੁਸੀਂ ਕਈ ਬੱਚਿਆਂ ਨੇ ਸੁਣੀ ਹੋਣੀ ਹੈ ਕਿ ਇੱਕ ਪੇਰੈਂਟਸ, ਉਹਨਾਂ ਦੇ 2 ਬੱਚੇ ਸਨ। ਮੈਂ ਥੈਂਕ ਯੂ ਦੀ ਗੱਲ ਕਰਨ ਲੱਗੀ ਹਾਂ ਕਿ ਥੈਂਕ ਯੂ ਜਿੱਦਾਂ ਭੈਣ ਜੀ ਨੇ ਗੱਲ ਕੀਤੀ ਕਿ ਉਹ ਫਿਜ਼ੀਕਲੀ ਨਹੀਂ ਹੁੰਦਾ ਕਿ ਅਸੀਂ ਮੂੰਹ ਤੋਂ ਬੋਲਦਾ ਧੰਨਵਾਦ ਤਾਂ ਉਹ ਧੰਨਵਾਦ ਨਹੀਂ ਹੁੰਦਾ। ਜਿਸ ਤਰ੍ਹਾਂ ਉਹਨਾਂ ਦੇ 2 ਬੱਚੇ ਸਨ ਤੇ ਹੋਇਆ ਕਿ ਦੋਨੋਂ ਬੱਚੇ ਆਪਣੇ ਮਾਤਾ ਪਿਤਾ ਨੂੰ ਥੈਂਕ ਯੂ ਵੀ ਕਹਿੰਦੇ ਸੀ ਕਿ ਤੁਸੀਂ ਸਾਨੂੰ ਪਾਲ ਪੋਸ ਕੇ ਏਦਾਂ ਦਾ ਕਰ ਦਿੱਤਾ ਕਿ ਅਸੀਂ ਅੱਜ ਬਹੁਤ ਚੰਗਾ ਕਮਾ ਸਕਦੇ ਹਾਂ, ਖਾ ਸਕਦੇ ਹਾਂ ਔਰ ਕਈਆਂ ਨੂੰ ਖਵਾ ਸਕਦੇ ਹਾਂ। ਤਾਂ ਹੋਇਆ ਕਿ ਜਦੋਂ ਇੱਕ ਦਿਨ ਮਾਤਾ ਪਿਤਾ ਨੂੰ ਦਵਾਈ ਦੀ ਲੋੜ ਪਈ, ਉਹਨਾਂ ਨੇ ਆਪਣੇ ਵੱਡੇ ਬੇਟੇ ਨੂੰ ਕਿਹਾ ਤਾਂ ਉਹ ਕੀ ਕਰੇ, ਉਹਨਾਂ ਨੂੰ ਚਿੱਠੀਆਂ ਲਿਖ ਕੇ ਦਿੱਤੀਆਂ। ਜਦੋਂ ਦੋਨਾਂ ਨੂੰ, ਅਸੀਂ ਇਹ ਸਟੋਰੀ ਕਈ ਵਾਰੀ ਸੁਣੀ ਹੈ ਨਾ, ਦੋਨੋਂ ਬੱਚਿਆਂ ਨੂੰ ਚਿੱਠੀ ਪਾਉਂਦੇ ਨੇ ਕਿ ਸਾਨੂੰ ਇਸ ਚੀਜ਼ ਦੀ ਲੋੜ ਹੈ। ਜਿਹੜਾ ਵੱਡਾ ਬੱਚਾ ਉਹ ਕੀ ਕਰਦਾ ਹੈ, ਉਸ ਚਿੱਠੀ ਨੂੰ ਮੱਥਾ ਟੇਕਦਾ ਹੈ, ਉਹਦੀ ਧੂਪ ਬੱਤੀ ਕਰਦਾ, ਉਹਨੂੰ ਸਭ ਕਰਦਾ ਕਿ ਮੇਰੇ ਮੰਮੀ ਪਾਪਾ ਦੀ ਚਿੱਠੀ ਆਈ ਹੈ, ਉਹਨੂੰ ਮੱਥਾ ਟੇਕਦਾ। ਲੇਕਿਨ ਦੂਜਾ ਬੱਚਾ ਇਹ ਕਰਦਾ, ਚਿੱਠੀ ਖੋਲ ਕੇ ਪੜ੍ਹ ਕੇ ਤੇ ਉਹ ਜੋ ਵੀ ਮੰਗਿਆ ਹੁੰਦਾ ਉਹਨਾਂ ਨੂੰ ਪ੍ਰੋਵਾਈਡ ਕਰਦਾ, ਉਹਨਾਂ ਨੂੰ ਦੇ ਕੇ ਆਉਂਦਾ ਹੈ। ਸੋ ਅਸਲ ਦੇ ਵਿੱਚ ਮਾਤਾ ਪਿਤਾ ਕਿਹਨਾਂ ਤੋਂ ਖੁਸ਼ ਹੋਣਗੇ? ਨੈਚੁਰਲੀ ਉਹਨਾਂ ਤੋਂ ਜਿੰਨੇ ਕਹਿਣਾ ਧੰਨਵਾਦ ਦੇ ਨਾਲ ਨਾ।
ਧੰਨਵਾਦ ਕਰਨੇ, ਉੱਥੇ ਨਾਲ ਦੀ ਨਾਲ ਜੋ ਗੁਰੂ ਸਾਨੂੰ ਕਹਿ ਰਹੇ ਨੇ, ਜੋ ਪਰਮਾਤਮਾ ਸਾਨੂੰ ਕਹਿ ਰਹੇ, ਉਹ ਗੱਲ ਨੂੰ ਵੀ ਮੰਨਣਾ ਚਾਹੀਦਾ। ਹਾਂਜੀ, ਧੰਨਵਾਦ। ਬਹੁਤ ਅੱਛੀ ਗੱਲ ਦੱਸੀ ਤੁਸੀਂ। ਨੈਕਸਟ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਬੇਟਾ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਮੇਰਾ ਇਹ ਕੁਐਸਚਨ ਇਹ ਸੀ ਵੀ ਅਸੀਂ ਵਾਹਿਗੁਰੂ ਦੇ ਗੁਣਾਂ ਦੇ ਨਾਲ ਵੀ ਉਹਨਾਂ ਦਾ ਸ਼ੁਕਰਾਨਾ ਕਰ ਸਕਦੇ ਹਾਂ? ਵਾਹਿਗੁਰੂ ਜੀ ਦੇ ਗੁਣਾਂ ਨੂੰ ਮਤਲਬ ਆਪਣੇ ਅੰਦਰ ਲੈ ਕੇ ਆ ਸਕਦੇ ਹਾਂ ਤੇ ਉਸ ਨਾਲ ਵੀ ਸ਼ੁਕਰਾਨਾ ਕਰ ਸਕਦੇ ਹਾਂ ਜੀ? ਹਾਂਜੀ, ਇਹ ਤਾਂ ਬਹੁਤ ਇੱਕ ਜ਼ਰੂਰੀ ਪੁਆਇੰਟ ਹੈ ਕਿ ਅਸੀਂ ਉਹਨਾਂ ਦੇ ਗੁਣਾਂ ਨੂੰ ਧਾਰਨ ਕਰੀਏ, ਉਹਨਾਂ ਨੂੰ ਇੱਕ ਅਸੀਂ ਕਹਿੰਦੇ ਨਾ ਇੱਕ ਅੱਛੀ ਸੋਚ ਜਿਹੜੀ ਹੈ ਉਹ ਹੀ ਅੱਛੇ ਗੁਣ ਅੰਦਰ ਧਾਰਨ ਕਰੇਗੀ। ਅੱਛੀ ਸੋਚ ਸਾਨੂੰ ਗੁਰੂ ਸਾਹਿਬ ਬਖਸ਼ਦੇ ਹਨ। ਉਹਨਾਂ ਦੇ ਗੁਣ ਜੋ ਹੁਣ ਅਸੀਂ ਪਹਿਲਾਂ ਕੀਤਾ ਵੀ ਗੁਰੂ ਸਾਹਿਬ ਕਹਿੰਦੇ ਆ ਵੀ ਮਿੱਠਾ ਬੋਲੋ, ਕਿਸੇ ਦਾ ਦਿਲ ਨਾ ਦੁਖਾਓ, ਐਸੇ ਅਗਰ ਕਰਮ ਕਰੋਗੇ, ਇਹ ਸਭ ਗੁਣ ਪੈਦਾ, ਕਿਉਂਕਿ ਸਾਡੇ ਗੁਰੂ ਦੇ ਗੁਣ ਹਨ। ਜਦੋਂ ਅਸੀਂ ਗੁਰੂ ਦੇ ਗੁਣ, ਗੁਰੂ ਸਾਡਾ ਨਿਰਭਉ ਹੈ, ਨਿਰਵੈਰ ਹੈ ਨਾ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿਬੰਗ ਹੈ। ਅਸੀਂ ਵੀ ਸਹਿਬੰਗ ਹੋ ਸਕਦੇ ਹਾਂ, ਪਰ ਕਿਵੇਂ? ਸਹਿਬੰਗ ਹੋਣ ਲਈ ਕੀ ਹੋਣਾ ਪਏਗਾ? ਗੁਰੂ ਦਾ ਹੀ ਰੂਪ ਹੋਣਾ ਪਏਗਾ। ਸਾਡੇ ਅੰਦਰ ਗੁਰੂ ਦੀ ਹੀ ਅੰਸ਼ ਹੈ। ਅਸੀਂ ਕਹਿੰਦੇ ਨਾ ਆਤਮਾ ਜੋ ਹੈ ਉਹ ਗੁਰੂ ਦੀ ਅੰਸ਼ ਹੈ, ਮਤਲਬ ਅਸੀਂ ਗੁਰੂ ਦੇ ਬੱਚੇ ਹਾਂ। ਤੇ ਜੇ ਗੁਰੂ ਦੇ ਮਾਤਾ ਪਿਤਾ ਵਾਲੇ ਗੁਣ ਬੱਚਿਆਂ ਵਿੱਚ ਆਉਂਦੇ ਹਨ ਤੇ ਮਾਤਾ ਪਿਤਾ ਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਦੇ ਗੁਣ ਅਸੀਂ ਧਾਰਨ ਕਰਾਂਗੇ ਤੇ ਗੁਰੂ ਸਾਹਿਬ ਨੂੰ ਵੀ ਬਹੁਤ ਚੰਗਾ ਲੱਗੇਗਾ। ਉਹ ਵੀ ਇੱਕ ਸ਼ੁਕਰਾਨੇ ਦਾ ਹੀ ਰੂਪ ਹੋਏਗਾ, ਕਿਉਂਕਿ ਅਸੀਂ ਸੁਸਾਇਟੀ ਲਈ ਅੱਛਾ ਕਰਾਂਗੇ, ਅਸੀਂ ਆਪਣੇ ਘਰ-ਬਾਰ ਲਈ ਅੱਛਾ ਕਰਾਂਗੇ, ਅਸੀਂ ਜਿੱਥੇ ਜਾਵਾਂਗੇ ਉੱਥੇ ਗੁਣਾਂ ਦੀ ਹੀ ਸਾਂਝ ਕਰਾਂਗੇ। ਗੁਰੂ ਸਾਹਿਬ ਕਹਿੰਦੇ ਆ ਨਾ, ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਐ। ਇੱਕ ਸਾਖੀ ਵੀ ਅਸੀਂ ਇੱਥੇ ਸ਼ੇਅਰ ਕਰ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਇੱਕ ਪਿੰਡ ਦੇ ਬਾਹਰ ਜਾਂਦੇ ਹਨ ਤੇ ਉੱਥੇ ਦੇ ਲੋਕ ਗੁਰੂ ਸਾਹਿਬ ਦੇ ਨਾਲ ਬੜਾ ਮਾੜਾ ਵਿਹਾਰ ਕਰਦੇ ਹਨ। ਸ਼ਾਇਦ ਤੁਸੀਂ ਸਭ ਬੱਚਿਆਂ ਨੇ ਸੁਣੀ ਵੀ ਹੋਏਗੀ, ਇੰਨੇ ਦਿਨਾਂ ਤੋਂ ਤੁਸੀਂ ਇਹ ਕੈਂਪ ਅਟੈਂਡ ਕਰ ਰਹੇ ਹੋ। ਤੇ ਉੱਥੇ ਗੁਰੂ ਸਾਹਿਬ ਕਹਿੰਦੇ ਹੈ ਕਿ ਵਸਦੇ ਰਹੋ, ਵਸਦੇ ਰਹੋ। ਤੇ ਜਦੋਂ ਦੂਜੇ ਪਿੰਡ ਜਾਂਦੇ ਹੈ ਤੇ ਉੱਥੇ ਉਹਨਾਂ ਦੇ ਬਹੁਤ ਹੀ ਸਤਿਕਾਰ ਕਰਦੇ ਹੈ, ਭੋਜਨ ਛਕਾਉਂਦੇ ਹੈ, ਰਹਿਣ ਪਹਿਣ ਨੂੰ ਸਾਰਾ ਜਗ੍ਹਾ ਪ੍ਰੋਵਾਈਡ ਕਰਦੇ ਹੈ। ਤੇ ਉੱਥੇ ਗੁਰੂ ਸਾਹਿਬ ਕਹਿੰਦੇ ਉਜੜ ਜਾਓ। ਤੇ ਭਾਈ ਮਰਦਾਨਾ ਜੀ ਬੜੇ ਹੀ ਹੈਰਾਨ ਹੁੰਦੇ ਹਨ ਵੀ ਜਿੱਥੇ ਦੇ ਪਿੰਡ ਦੇ ਲੋਕਾਂ ਨੇ ਸਾਨੂੰ ਪੁੱਛਿਆ ਤੱਕ ਵੀ ਨਹੀਂ, ਤੁਸੀਂ ਉਹਨਾਂ ਨੂੰ ਕਿਹਾ ਵਸਦੇ ਰਹੋ। ਤੇ ਜਿਨ੍ਹਾਂ ਨੇ ਸਾਡਾ ਇੰਨਾ ਸਵਾਗਤ ਕੀਤਾ, ਇੰਨਾ ਸਾਨੂੰ ਮਾਣ ਆਦਰ ਸਤਿਕਾਰ ਦਿੱਤਾ, ਤੁਸੀਂ ਉਹਨਾਂ ਨੂੰ ਕਿਹਾ ਉਜੜ ਜਾਓ। ਤੇ ਫਿਰ ਗੁਰੂ ਸਾਹਿਬ ਨੇ ਦੱਸਿਆ ਇਹਦੇ ਵਿੱਚ ਕੀ ਭੇਦ ਹੈ। ਭੇਦ ਇਹੀ ਹੈ ਕਿ ਇਹਨਾਂ ਦੇ ਕੋਲ ਬਹੁਤ ਗੁਣ ਨੇ ਤੇ ਜਿੱਥੇ ਜਾਣਗੇ ਇਹ ਗੁਣਾਂ ਨੂੰ ਵੰਡਣਗੇ। ਜੇ ਇਹ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿ ਗਏ ਤੇ ਸਿਰਫ ਇੱਥੇ ਹੀ ਗੁਣ ਜਿਹੜੇ ਨੇ ਸਿਮਟ ਕੇ ਰਹਿ ਜਾਣਗੇ। ਜਦੋਂ ਇਹ ਉਜੜ ਜਾਣਗੇ ਮਤਲਬ ਹੋਰ ਦੁਨੀਆ ਦੇ ਵਸ ਵਿੱਚ ਵਿਚਰਨਗੇ ਜਦੋਂ, ਤੇ ਗੁਣ ਹੋਣ ਕਰਕੇ ਗੁਣ ਹੀ ਵੰਡਣਗੇ। ਤੇ ਉਸ ਪਿੰਡ ਵਿੱਚ ਅਸੀਂ ਕਿਉਂ ਕਿਹਾ ਕਿ ਵਸਦੇ ਰਹੋ? ਕਿਉਂਕਿ ਉੱਥੇ ਉਹਨਾਂ ਕੋਲ ਗੁਣ ਨਹੀਂ, ਅਵਗੁਣ ਨੇ, ਤੇ ਜਿੱਥੇ ਜਾਣਗੇ ਉੱਥੇ ਅਵਗੁਣ ਦੇਣਗੇ। ਇਸ ਕਰਕੇ ਉਹ ਅਵਗੁਣ ਇੱਕ ਜਗ੍ਹਾ ਟਕੇ ਰਹਿਣ, ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਵਸਦੇ ਰਹੋ। ਤੇ ਜਿੱਥੇ ਗੁਣ ਹੋਣਗੇ ਉੱਥੇ ਹੀ ਅਸਲ ਵਿੱਚ ਪਰਮੇਸ਼ਰ ਹੋਏਗਾ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਹੈਂਡ ਰੇਜ਼ ਹੋਰ ਕੋਈ ਬੱਚਾ ਹੈ ਜੀ? ਹਾਂਜੀ, ਅਵਨੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਕੁਝ ਹੁੰਦਿਆਂ ਵੀ ਜੋ ਰੋਂਦੇ ਰਹਿੰਦੇ ਨੇ ਉਹਨਾਂ ਬਾਰੇ ਵੀ ਸੋਚੋ ਜੋ ਭੁੱਖੇ ਸੌਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਵੀ ਹੈ ਕਿ ਕੁਝ ਸਭ ਕੁਝ ਹੁੰਦੇ ਵੀ ਰੋਂਦੇ ਰਹਿੰਦੇ ਆ। ਹਾਂਜੀ, ਤੇ ਕੁਝ ਹਾਂਜੀ ਬੇਟਾ ਜੀ, ਅਨਮਿਊਟ ਕਰੋ ਬੇਟਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਕਈ ਵਾਰ ਮੇਰਾ ਕੁਐਸਚਨ ਸੀ ਕਿ ਕਈ ਵਾਰ ਕੀ ਹੁੰਦਾ, ਕਈ ਲੋਕ ਕੋਈ ਕਿਸੇ ਨੂੰ ਕਹਿੰਦਾ ਕਿ ਤੂੰ ਵਾਹਿਗੁਰੂ ਦਾ ਸ਼ੁਕਰਾਨਾ ਕਰ ਕੇ ਤੈਨੂੰ ਵਾਹਿਗੁਰੂ ਜੀ ਨੇ ਇੰਨਾ ਕੁਝ ਬਖਸ਼ਿਆ ਹੈ, ਤਾਂ ਉਹ ਕਹਿੰਦਾ ਹੈ ਕਿ ਇਹ ਸਭ ਤਾਂ ਮੈਂ ਆਪਦਾ ਆਪ ਬਣਾਇਆ, ਤਾਂ ਵਾਹਿਗੁਰੂ ਨੇ ਕੀ ਦਿੱਤਾ ਹੈ। ਤਾਂ ਉਹਨੂੰ ਕਿਵੇਂ ਸਮਝਾਇਆ ਜਾਵੇ ਕਿ ਇਹ ਸਭ ਵਾਹਿਗੁਰੂ ਦੀ ਦਾਤ ਹੈ, ਤੂੰ ਤਾਂ ਸ਼ੁਕਰਾਨਾ ਕਰ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਇਹ ਸਰੀਰ ਹੀ ਗੁਰੂ ਸਾਹਿਬ ਦੀ ਦਾਤ ਮਿਲੀ ਹੈ, ਸਭ ਤੋਂ ਵੱਡੀ ਦਾਤ। ਇਹ ਅਸੀਂ ਆਪ ਨਹੀਂ ਬਣਾ ਸਕਦੇ, ਹੈ ਨਾ। ਅਸੀਂ ਆਪਣੇ
ਕਿਤੇ ਕਿਸੇ ਵੀ ਐਫਰਟ ਦੇ ਨਾਲ ਇਸ ਸਰੀਰ ਨੂੰ ਨਹੀਂ ਬਣਾ ਸਕਦੇ। ਫਿਰ ਸਾਨੂੰ ਕੁਦਰਤ ਬਖਸ਼ੀ ਹੈ ਗੁਰੂ ਸਾਹਿਬ ਨੇ, ਹਵਾ, ਪਾਣੀ, ਮਿੱਟੀ, ਆਕਾਸ਼, ਅੱਗ, ਸਾਰੇ ਤੱਤ ਬਖਸ਼ੇ ਹਨ, ਹੈ ਨਾ। ਤੇ ਬਾਣੀ ਤਾਂ ਖੁੱਲਾ ਚੈਲੰਜ ਵੀ ਕਰਦੀ ਹੈ, ਕੋਈ 6ਵਾਂ ਤੱਤ ਬਣਾ ਕੇ ਦਿਖਾਵੇ। ਹਾਂਜੀ, ਖੁੱਲਾ ਚੈਲੰਜ ਕਰਦੀ ਹੈ ਬਾਣੀ ਸਾਨੂੰ। ਕੋਈ ਵੀ ਇਹਨਾਂ 5 ਤੱਤਾਂ ਤੋਂ ਇਲਾਵਾ ਕੋਈ 6ਵਾਂ ਤੱਤ ਨਹੀਂ ਬਣਾ ਸਕਦਾ। ਜੋ ਵੀ ਸੰਸਾਰ ਵਿੱਚ ਕੁਛ ਵੀ ਕ੍ਰੀਏਟ ਹੋਇਆ, ਕੁਛ ਵੀ ਚੀਜ਼ ਬਣੀ ਹੈ, ਉਹ ਚੀਜ਼ ਇਹਨਾਂ 5 ਤੱਤਾਂ ਦੇ ਨਾਲ ਮਿਲ ਕੇ ਹੀ ਬਣ ਸਕਦੀ ਹੈ, ਇਸ ਤੋਂ ਇਲਾਵਾ ਨਹੀਂ ਬਣ ਸਕਦੀ। ਤੇ ਜੇ ਅਸੀਂ ਇਹ 5 ਤੱਤ ਵਿੱਚੋਂ ਇੱਕ ਤੱਤ ਵੀ ਨਹੀਂ ਬਣਾ ਸਕਦੇ ਤੇ ਫਿਰ ਅਸੀਂ ਆਪਣੇ ਕੀਤੇ ਐਫਰਟਸ ਦੇ ਨਾਲ ਕਿਵੇਂ ਪਾਇਆ? ਇਹ ਸਭ ਸਾਨੂੰ ਗੁਰੂ ਸਾਹਿਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੇ। ਜੇ ਸਾਨੂੰ ਹਵਾ ਨਾ ਦੇਣ ਤੇ ਅਸੀਂ 1 ਮਿੰਟ ਵੀ ਜ਼ਿੰਦਾ ਨਹੀਂ ਰਹਿ ਸਕਦੇ। ਸਵਾਸਾਂ ਦੀ ਗੱਲ ਹੁਣੇ ਅਸੀਂ ਕੀਤੀ ਪਿੱਛੇ, ਆਕਸੀਜਨ ਦੀ, ਹੈ ਨਾ। ਇਸੇ ਤਰ੍ਹਾਂ ਜੇ ਅਗਨੀ ਨਾ ਦੇਣ, ਸਾਡੇ ਪੇਟ ਦੇ ਅੰਦਰ ਅਗਨੀ ਹੈ, ਅਗਨੀ ਨਾ ਦੇਣ ਤੇ ਅਸੀਂ ਆਪਣੇ ਭੋਜਨ ਨੂੰ ਪਚਾ ਨਹੀਂ ਸਕਦੇ। ਤੇ ਫਿਰ ਕੀ ਅਸੀਂ ਇਹ ਕੰਮ ਐਫਰਟਸ ਕਰ ਸਕਦੇ ਹਾਂ ਜੋ ਅਸੀਂ ਬਾਹਰ ਕਰਦੇ ਹਾਂ? ਜਾਂ ਅਸੀਂ ਕਹਿੰਦੇ ਹਾਂ ਅਸੀਂ ਕਮਾ ਰਹੇ ਹਾਂ, ਅਸੀਂ ਇਹ ਸਭ ਕੁਝ ਬਣਾਇਆ ਹੈ? ਨਹੀਂ ਬਣਾ ਸਕਦੇ। ਸਾਡੇ ਅੰਦਰ 70% ਪਾਣੀ ਹੈ। ਅੱਗ ਔਰ ਪਾਣੀ ਦਾ ਮੇਲ ਗੁਰੂ ਸਾਹਿਬ ਨੇ ਰੱਖਿਆ ਇੱਕ ਅਸਚਰਜ ਖੇਡ ਹੈ। ਜੇ ਪਾਣੀ ਸਾਨੂੰ ਨਾ ਮਿਲੇ, 70% ਪਾਣੀ ਹੁੰਦਿਆਂ ਹੋਇਆਂ ਵੀ ਸਾਨੂੰ ਬਾਹਰੋਂ ਪਾਣੀ ਦੀ ਲੋੜ ਹੈ, ਪਰ ਅਸੀਂ ਪਾਣੀ ਬਣਾ ਤਾਂ ਨਹੀਂ ਸਕਦੇ ਨਾ, ਫਿਲਟਰ ਕਰ ਸਕਦੇ ਹਾਂ ਸਿਰਫ। ਇਹਦਾ ਮਤਲਬ ਕੋਈ ਸੁਪਰੀਮ ਪਾਵਰ ਹੈ ਜੋ ਸਾਨੂੰ ਚਲਾ ਰਹੀ ਹੈ ਤੇ ਉਹ ਹੀ ਇਹ ਸਭ ਦਾਤਾਂ, ਇਹ ਸਭ ਖੇਡ ਦੀ ਰਚਨਾ ਕਰ ਰਹੀ ਹੈ। ਉਹਦੇ ਹੁਕਮ ਵਿੱਚ ਹੀ ਅਸੀਂ, ਜੇ ਅਸੀਂ ਕੁਝ ਕਮਾ ਰਹੇ ਹਾਂ, ਕੁਝ ਅਸੀਂ ਕਰਨ ਦੇ ਯੋਗ ਹਾਂ, ਸਾਡੇ ਅੰਦਰ ਕੋਈ ਗੁਣ ਨੇ ਤੇ ਉਹ ਗੁਣ ਉਸ ਪਰਮੇਸ਼ਰ ਦੇ ਦਿੱਤੇ ਹੋਏ ਹੀ ਹਨ, ਕਿਉਂਕਿ ਉਹ ਸਰਬ ਕਲਾ ਸਮਰੱਥ ਹੈ। ਕਲਾ ਮਤਲਬ ਸਾਰੀਆਂ ਕਲਾਵਾਂ, ਸਾਰੇ ਗੁਣਾਂ ਨਾਲ ਭਰਪੂਰ ਹੈ। ਉਹਦੇ ਕੋਲੋਂ ਹੀ ਸਾਨੂੰ ਕੁਛ ਇੱਕ ਗੁਣ ਮਿਲਦੇ ਆ। ਅਸੀਂ ਦੇਖਦੇ ਹਾਂ ਕਿਸੇ ਵਿੱਚ ਕੋਈ 2, 4, 6, 8, 10 ਗੁਣ ਹੋ ਸਕਦੇ ਆ, ਪਰ ਸਾਰੇ ਗੁਣ ਨਹੀਂ ਹੋ ਸਕਦੇ। ਕੋਈ ਅੱਛਾ ਗਾ ਸਕਦਾ ਹੈ, ਅੱਛਾ ਵਜਾ ਸਕਦਾ ਹੈ, ਪਰ ਹੋ ਸਕਦਾ ਹੈ ਉਹ ਅੱਛਾ ਲਿਖ ਨਾ ਸਕਦਾ ਹੋਏ, है ना। इसी तरह कोई अच्छा प्लेयर हो सकता है, पर जरूरी तो नहीं कि वो अच्छा सिंगर भी होवे। सारे गुण सानू गुरु साहब साडे अपने किते हुए कर्मां अनुसार सानू देंदे हन, बख्शदे हन, तां ही असी किसी काबिल बनते हैं कि असी कुछ कर सकीए। उस परमेश्वर दे असी कहने ना भी ओदी परमेश्वर दे हुक्म तो बिना तो एक पत्ता भी नहीं हिलदा, फिर असी कुछ बनाण या कुछ कमाण दे काबिल किवें होवांगे ਜਦੋਂ ਤੱਕ ਉਹਦਾ ਹੁਕਮ ਨਹੀਂ ਹੋਏਗਾ। ਇਸ ਕਰਕੇ ਅਸੀਂ ਉਹਦੀ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਜਾਈਏ। ਬਸ ਸਾਡੇ ਹੱਥ ਵਿੱਚ ਸਿਰਫ ਇਹੀ ਹੈ, ਇੱਕ ਅਰਦਾਸ, ਇੱਕ ਸ਼ੁਕਰਾਨਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇੱਥੇ ਜਿਵੇਂ ਅਸੀਂ ਗੁਰੂ ਨਾਲ ਜੁੜਦੇ ਹਾਂ ਤਾਂ ਸ਼ੁਕਰਾਨੇ 'ਚ ਜਾਂਦੇ ਹਾਂ। ਜੇ ਹਾਂਜੀ, ਇੱਕ ਮਿੰਟ ਜੀ। ਜੇ ਅਸੀਂ ਗੁਰੂ ਨਾਲ ਜੁੜਦੇ ਹਾਂ ਤਾਂ ਅਸੀਂ ਸ਼ੁਕਰਾਨੇ ਵਿੱਚ ਜਾਂਦੇ ਹਾਂ। ਜਦੋਂ ਅਸੀਂ ਮੈਂ ਕਰਕੇ ਜੁੜਦੇ ਹਾਂ, ਜਿਵੇਂ ਅਸੀਂ ਪਿੰਡਾਂ ਦੀ ਉਦਾਹਰਨ ਹੀ ਲਵਾਂਗੇ, ਪਿੰਡਾਂ ਵਿੱਚ ਅਸੀਂ ਖੇਤੀ ਕਰਦੇ ਹਾਂ, ਤਾਂ ਜਦੋਂ ਅਸੀਂ ਖੇਤੀ ਕਰਨ ਦੇ ਨਾਲ ਮੈਂ ਨੂੰ ਜੋੜਾਂਗੇ ਵੀ ਮੈਂ ਬੀਜੀ ਹੈ, ਮੈਂ ਇਸ ਨੂੰ ਪਾਣੀ ਲਾਇਆ, ਮੈਂ ਇਸ ਨੂੰ ਸਪਰੇਅ ਕੀਤੀ ਤੇ ਮੈਂ ਇਸ ਨੂੰ ਦੇਖਦਾ ਮੈਂ ਬਣਾਈ ਹੈ, ਮੈਂ ਖੇਤੀ ਕੀਤੀ ਆ, ਭਾਵ ਮੈਂ ਉਗਾਈ ਆ ਫਸਲ, ਤਾਂ ਉਦੋਂ ਸਾਡੀ ਮੈਂ ਸ਼ੁਕਰਾਨੇ ਵਿੱਚ ਨਹੀਂ ਜਾਂਦੀ। ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ ਤਾਂ ਉਦੋਂ ਅਸੀਂ ਗੁਰੂ ਦਾ ਸ਼ੁਕਰਾਨਾ ਕਰਕੇ ਕਹਿੰਦੇ ਹਾਂ ਵਾਹਿਗੁਰੂ ਨੇ ਧਰਤੀ ਬਣਾਈ ਹੈ ਤਾਂ ਬੀਜਿਆ ਗਿਆ ਵਿੱਚ ਕੁਝ, ਵਾਹਿਗੁਰੂ ਨੇ ਪਾਣੀ ਦਿੱਤਾ ਹੈ ਤਾਂ ਲਾਇਆ ਪਾਣੀ, ਤੇ ਵਾਹਿਗੁਰੂ ਨੇ ਮੈਨੂੰ ਇਹ ਹੱਥ ਪੈਰ ਸਰੀਰ ਦਿੱਤਾ ਤਾਂ ਮੈਂ ਇੱਥੇ ਮਿਹਨਤ ਕੀਤੀ, ਤੇ ਵਾਹਿਗੁਰੂ ਨੇ ਹੀ ਇਸ ਕਣਕ ਨੂੰ ਜਾਂ ਜੋ ਵੀ ਫਸਲ ਹੈ ਇਸ ਨੂੰ ਫਲ ਲਾਇਆ। ਸੂਰਜ ਦੀਆਂ ਕਿਰਨਾਂ, ਸੂਰਜ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਹੀ ਹੈ ਨਾ, ਤਾਂ ਫਿਰ ਅਸੀਂ ਸ਼ੁਕਰਾਨੇ ਵਿੱਚ ਜਾਂਦੇ ਹਾਂ। ਇਸੇ ਤਰ੍ਹਾਂ ਇੱਕ ਮੈਨੂੰ ਛੋਟਾ ਜਿਹਾ ਹੋਰ ਪੁਆਇੰਟ ਯਾਦ ਆਇਆ ਕਿ ਜਦੋਂ ਅਸੀਂ ਇੱਕ ਵਾਰੀ ਕੋਈ ਮਹਾਂਪੁਰਖ ਕਿਸੇ ਨੌਜਵਾਨ ਨੂੰ ਕਹਿੰਦੇ ਵੀ ਸ਼ੁਕਰਾਨਾ ਕਰਿਆ ਕਰੋ ਉਸ ਵਾਹਿਗੁਰੂ ਪਰਮਾਤਮਾ ਦਾ, ਤੇ ਉਹ ਕਹਿੰਦਾ ਮੈਂ ਸ਼ੁਕਰਾਨਾ ਕਿਉਂ ਕਰਾਂ, ਮੈਨੂੰ ਤੇ ਕੁਝ ਵੀ ਨਹੀਂ, ਮੇਰਾ ਛੋਟੇ ਹੁੰਦੇ ਮਾਂ ਬਾਪ ਚੜਾਈ ਕਰ ਗਿਆ, ਮੇਰੇ ਕੋਲੇ ਕੁਝ ਵੀ ਨਹੀਂ, ਨਾ ਮੇਰੇ ਕੋਲੇ ਘਰ ਹੈ ਤੇ ਮੇਰੇ ਕੋਲੇ ਕੁਝ ਨਹੀਂ, ਮੈਂ ਸ਼ੁਕਰਾਨਾ ਕਿਵੇਂ ਕਰਾਂ। ਤਾਂ ਮਹਾਂਪੁਰਖ ਕਹਿੰਦੇ ਕੋਈ ਗੱਲ ਨਹੀਂ, ਭਾਵੇਂ ਕੁਝ ਨਹੀਂ ਪਰ ਫਿਰ ਵੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ।
ਜੇ ਅੱਜ ਅਸੀਂ ਦਾਤਾਂ ਲੈ ਕੇ ਉਸ ਵਾਹਿਗੁਰੂ ਦਾ ਸਭ ਕੁਝ ਲੈ ਕੇ ਸ਼ੁਕਰਾਨਾ ਨਹੀਂ ਕਰਦੇ ਫਿਰ ਤੇ ਬਹੁਤ ਮਾੜੀ ਗੱਲ ਹੈ। ਪਰ ਮਹਾਂਪੁਰਖ ਕਹਿੰਦੇ ਜੇ ਨਹੀਂ ਕੁਝ ਵੀ ਹੈਗਾ ਨਾ, ਤੈਨੂੰ ਲੱਗਦਾ ਵੀ ਨਹੀਂ ਕੁਝ, ਪਰ ਫਿਰ ਵੀ ਸ਼ੁਕਰਾਨਾ ਕਰ। ਤਾਂ ਉਹ ਕਹਿੰਦਾ ਤੁਰਿਆ ਜਾਂਦਾ ਹੈ, ਕਹਿੰਦਾ ਵੀ ਮੈਂ ਸ਼ੁਕਰਾਨਾ ਸੋਚਦਾ ਵੀ ਮੈਂ ਸ਼ੁਕਰਾਨਾ ਕਿਉਂ ਕਰਾਂ, ਮੇਰੇ ਕੋਲੇ ਤਾਂ ਕੁਝ ਵੀ ਨਹੀਂ ਹੈਗਾ, ਕਿਹੜੀ ਗੱਲ ਦਾ ਮੈਂ ਸ਼ੁਕਰਾਨਾ ਕਰਾਂ। ਤਾਂ ਜਦੋਂ ਇੱਕ ਲੰਘਣ ਲੱਗਿਆ ਨਾ, ਕਿਸੇ ਬਹੁਤ ਵੱਡੀ ਕੋਠੀ, ਬਹੁਤ ਵੱਡਾ ਘਰ ਪਾਇਆ ਹੋਇਆ, ਤੇ ਜਦੋਂ ਉਸ ਘਰ ਅੱਗੋਂ ਦੀ ਲੰਘਣ ਲੱਗਿਆ ਤਾਂ ਸਾਹਮਣੇ ਇੱਕ ਮੰਜਾ ਡਾਇਆ ਤੇ ਮੰਜੇ ਤੇ ਇੱਕ ਨੌਜਵਾਨ ਬੈਠਾ ਹੈ, ਤੇ ਨੌਜਵਾਨ ਦੇ ਅੱਗੇ ਇੱਕ ਥਾਲੀ ਦੇ ਵਿੱਚ ਖਾਣਾ ਪਰੋਸਿਆ ਹੋਇਆ, ਤੇ ਖਾਣਾ ਪਿਆ ਉਵੇਂ ਥਾਲੀ ਦੇ ਵਿੱਚ, ਤੇ ਉਹ ਨੌਜਵਾਨ ਦੇਖੀ ਜਾ ਰਿਹਾ ਖਾਣੇ ਨੂੰ, ਤੇ ਥੋੜੇ ਉਹ ਖੜਾ ਹੋ ਕੇ ਦੇਖਣ ਲੱਗ ਗਿਆ ਦਰਵਾਜ਼ੇ ਅੱਗੇ ਵੀ ਇੰਨਾ ਵੱਡਾ ਘਰ-ਬਾਰ ਹੈ, ਇੰਨਾ ਇਹ ਨੌਜਵਾਨ ਤਕੜਾ ਹੈ, ਮੰਜੇ ਤੇ ਪਿਆ ਪਰ ਖਾਣਾ ਮੂਹਰੇ ਪਿਆ, ਖਾ ਨਹੀਂ ਰਿਹਾ। ਤਾਂ ਥੋੜੀ ਕੁ ਦੇਰ ਬਾਅਦ ਉਹਦੀ ਮਾਤਾ ਆਈ ਉਸ ਨੌਜਵਾਨ ਦੀ, ਤੇ ਉਹ ਮਾਤਾ ਉਸ ਨੂੰ ਖਾਣਾ ਖਵਾਉਣ ਲੱਗੀ। ਤਾਂ ਫਿਰ ਉਸਦਾ ਇੱਕਦਮ ਉਸ ਮਹਾਂਪੁਰਖ ਦੇ ਬਚਨਾਂ ਵੱਲ ਧਿਆਨ ਗਿਆ ਕਿ ਸੱਚਮੁੱਚ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਿਸ ਗੱਲ ਦਾ? ਕਹਿੰਦੇ ਉਸ ਨੌਜਵਾਨ ਦੇ ਹੱਥ ਹੀ ਕੋਈ ਨਹੀਂ ਸੀ, ਉਸ ਨੌਜਵਾਨ ਨੂੰ ਉਸਦੀ ਮਾਤਾ ਨੇ ਆ ਕੇ ਖਾਣਾ ਖਿਲਾਇਆ। ਤਾਂ ਫਿਰ ਉਸਨੂੰ ਯਾਦ ਆਇਆ ਕਿ ਮੈਨੂੰ ਵਾਹਿਗੁਰੂ ਨੇ ਮੇਰੇ ਹੱਥ ਪੈਰ ਤਾਂ ਸਲਾਮਤ ਦਿੱਤੇ ਹੈ, ਮੈਨੂੰ ਇਹ ਸਰੀਰ ਦੇਗਾ, ਤਾਂ ਇਸ ਕਰਕੇ ਵੀ ਮੈਨੂੰ ਸ਼ੁਕਰਾਨਾ, ਹਰ ਵੇਲੇ ਸ਼ੁਕਰਾਨੇ ਦੇ ਵਿੱਚ ਰਹਿਣਾ ਚਾਹੀਦਾ ਹੈ। ਸੋ ਅੱਗੇ ਆਪਾਂ ਹੈਂਡ ਰੇਜ਼ ਲੈਂਦੇ ਹਾਂ ਜੀ। ਹੋਇਆ ਨਹੀਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਹੋਇਆ? ਵਾਹਿਗੁਰੂ ਜੀ ਹਾਂਜੀ ਕੀ ਹੁਣ ਫਤਿਹ। ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਸਭ ਜੀ। ਤੋਂ ਪਹਿਲਾਂ ਮੈਂ ਮੈਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਉਹਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਮ ਮੇਰਾ ਕੁਐਸਚਨ ਹੈ, ਜੋ ਲੋਕ ਪਰਮਾਤਮਾ ਦਾ ਵੀ ਨਹੀਂ ਸ਼ੁਕਰ ਕਰਦੇ, ਦਿਖਾਵਾ ਕਰਦੇ ਨੇ ਮੇਰੇ ਕੋਲ ਇੰਨਾ ਕੁਛ ਹੈ, ਉਹਨਾਂ ਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਕਿਵੇਂ ਚਾਹੀਦਾ? ਉਹ ਹੁਣੇ ਹੀ ਪਿੱਛੇ ਬੱਚੇ ਨੇ ਇਹੀ ਕੁਐਸਚਨ ਪੁੱਛਿਆ ਸੀ ਨਾ ਵੀ ਉਹਨਾਂ ਨੂੰ ਅਸੀਂ ਕਿਵੇਂ ਕਹੀਏ। ਜਿਵੇਂ ਤੁਹਾਡੇ ਮੈਮ ਨੇ ਹੁਣੇ ਹੀ ਜਵਾਬ ਦਿੱਤਾ, ਜਦੋਂ ਅਸੀਂ ਬੀਜ ਪਾਉਂਦੇ ਹਾਂ ਧਰਤੀ ਦੇ ਵਿੱਚ, ਅਸੀਂ ਉਹਦੇ ਵਿੱਚ ਕੁਝ ਸਾਡਾ ਐਫਰਟ ਨਹੀਂ ਹੁੰਦਾ ਹੈ ਨਾ। ਬੀਜ ਨੂੰ ਅਸੀਂ ਸਿਰਫ ਖਾਦ ਪਾਣੀ ਦੇ ਸਕਦੇ ਹਾਂ, ਲੇਕਿਨ ਬੀਜ ਨੂੰ ਪੌਦਾ ਬਣਾਉਣ ਦੀ ਸ਼ਕਤੀ ਸਾਡੇ ਕੋਲ ਨਹੀਂ ਹੈ। ਪੌਦਾ ਗੁਰੂ ਦੀ ਬਖਸ਼ਿਸ਼ ਨਾਲ ਹੀ ਬਣਦਾ ਹੈ। ਤੇ ਜਿਹੜੇ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਨੇ ਜਾਂ ਆਪਣੇ ਆਪ ਨੂੰ ਬੜਾ ਉੱਚਾ ਸਮਝਦੇ ਨੇ, ਤੇ ਉਹਨਾਂ ਨੂੰ ਅਸੀਂ ਆਪਣਾ ਜੀਵਨ ਚੰਗਾ ਬਣਾ ਕੇ ਜਿਉਂ ਕਿ ਅਸੀਂ ਇੱਕ ਰੋਲ ਮਾਡਲ ਬਣ ਕੇ ਦਿਖਾ ਸਕਦੇ ਹਾਂ ਕਿ ਸ਼ੁਕਰਾਨਾ ਕਰਦਿਆਂ ਹੋਇਆਂ ਬਹੁਤਾ ਕੁਛ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਨਹੀਂ ਹੈ ਜਿਹਦੇ ਨਾਲ ਕਿ ਵੀ ਅਸੀਂ ਦਿਖਾਵਾ ਕਰਕੇ ਤੇ ਸ਼ੁਕਰਾਨਾ ਕਰੀਏ। ਠੀਕ ਹੈ, ਸਾਨੂੰ ਐਵੇਂ ਜਿਵੇਂ ਹੁਣ ਇੱਕ ਸਟੋਰੀ ਅਸੀਂ ਸੁਣੀ ਕਿ ਬਈ ਬੱਚੇ ਦੇ ਦੋਨੋਂ ਹੱਥ ਨਹੀਂ ਸੀ, ਮਾਤਾ ਨੇ ਖਾਣਾ ਖਵਾਇਆ ਹੈ ਨਾ। ਸਾਨੂੰ ਸਾਡੀਆਂ ਦਾਤਾਂ ਗੁਰੂ ਸਾਹਿਬ ਨੇ ਦਿੱਤੀਆਂ ਨੇ, ਅਸੀਂ ਸ਼ੁਕਰਾਨਾ ਕਰਦੇ ਜਾਵਾਂਗੇ ਨਾ, ਤੇ ਸਾਡਾ ਜੀਵਨ ਵੀ ਜਦੋਂ ਚੇਂਜ ਹੋ ਜਾਏਗਾ ਤੇ ਫਿਰ ਸਾਨੂੰ ਦੇਖ ਕੇ ਵੀ ਉਹ ਲੋਕ ਆਪਣੇ ਆਪ ਹੀ ਸਿੱਖ ਜਾਣਗੇ ਕਿ ਵਾਕਈ ਸ਼ੁਕਰਾਨੇ ਵਿੱਚ ਕਿੰਨੀ ਤਾਕਤ ਹੈ। ਕਈ ਵਾਰੀ ਸਾਨੂੰ ਸਮਝਾਉਣਾ ਨਹੀਂ ਆ ਸਕਦਾ, ਨਹੀਂ ਆਉਂਦਾ ਕਈ ਵਾਰੀ, ਹੈ ਨਾ, ਤੇ ਫਿਰ ਸਾਡਾ ਜੀਵਨ ਦੱਸੇਗਾ ਉਹਨਾਂ ਨੂੰ ਸ਼ੁਕਰਾਨਾ ਕਿਵੇਂ ਹੈ। ਪੁਰਾਤਨ ਸਿੰਘਾਂ ਦਾ ਜੀਵਨ ਦੱਸਦਾ ਹੁੰਦਾ ਸੀ, ਠੀਕ ਹੈ ਨਾ। ਉਹ ਥੋੜੀ ਚੀਜ਼ ਨੂੰ ਵੀ ਬਹੁਤ ਜ਼ਿਆਦਾ ਕਹਿ ਕੇ ਇਸਤੇਮਾਲ ਕਰਦੇ ਸੀ। ਤੁਹਾਨੂੰ ਪਤਾ ਜਦੋਂ ਜੰਗਲਾਂ ਵਿੱਚ ਸਿੰਘ ਰਹਿੰਦੇ ਸੀ ਨਾ, ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਸਿੰਘਾਂ ਦੇ, ਤੇ ਫਿਰ ਉਹਨਾਂ ਨੂੰ ਮਜਬੂਰਨ ਜੰਗਲਾਂ ਦੇ ਵਿੱਚ ਜਾ ਕੇ ਰਹਿਣਾ ਪੈਂਦਾ ਸੀ, ਤੇ ਉੱਥੇ ਉਹਨਾਂ ਕੋਲ ਬਹੁਤ ਕੁਝ ਖਾਣ ਨੂੰ ਜਾਂ ਹੰਡਾਣ ਨੂੰ ਨਹੀਂ ਸੀ ਹੁੰਦਾ। ਘੋੜਿਆਂ ਦੀ ਕਾਠੀਆਂ ਦੇ ਉੱਤੇ ਸੌਂਦੇ ਸੀ, ਤੇ ਪਰ ਫਿਰ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਸੀ। ਹਰ ਸਮੇਂ ਉਸ ਗੁਰੂ ਦੀ ਸ਼ੁਕਰਾਨਾ ਕਰਦੇ ਸੀ। ਤੇ ਜਿਵੇਂ ਜਦੋਂ ਕਦੀ ਭੋਜਨ ਨਸੀਬ ਹੋਣਾ, ਜਦੋਂ ਕਦੀ ਭੋਜਨ ਦਾ ਕੋਈ ਸਾਧਨ ਮਿਲਣਾ, ਬਣਨਾ ਭੋਜਨ, ਹਨਾ, ਲੰਗਰ ਤਿਆਰ ਕਰਨਾ, ਤੇ ਫਿਰ ਵੀ ਪਹਿਲੇ ਆਵਾਜ਼ ਮਾਰਨੀ ਕਿ ਕੋਈ ਭੁੱਖਾ ਹੈ ਜਿਹੜਾ ਭੋਜਨ ਛਕਣ ਵਾਸਤੇ ਆ ਸਕਦਾ ਹੈ। ਤੇ ਉਹਨਾਂ ਨੂੰ ਵੀ ਉਹ ਦੁਸ਼ਮਣ ਦਾ ਜਾਂ ਆਪਣੇ ਮਿੱਤਰ ਦਾ ਕੋਈ ਭੇਦਭਾਵ ਨਹੀਂ ਸੀ ਰੱਖਦੇ ਵੀ ਅਸੀਂ ਸਿਰਫ ਸਿੰਘਾਂ ਨੂੰ ਛਕਾਣਾ ਕਿਉਂਕਿ ਸਾਡੇ ਕੋਲ ਥੋੜਾ ਹੈ। ਜੋ ਬਾਅਦ ਵਿੱਚ ਬਚ ਜਾਂਦਾ ਸੀ ਉਹਦੇ ਵਿੱਚੋਂ ਛਕਦੇ ਸੀ। ਤੇ ਉਹਦੇ ਵਿੱਚੋਂ ਵੀ ਤੁਹਾਨੂੰ ਪਤਾ ਅਸੀਂ ਇੱਕ ਵਰਡ ਯੂਜ਼ ਕਰਦੇ ਹਾਂ, ਸਵਾਇਆ। ਸਵਾਇਆ ਦਾ ਮਤਲਬ ਅਸੀਂ ਕਹਿੰਦੇ ਆ, ਅਸੀਂ ਜਦੋਂ ਦੇਗ ਲੈਣੀ ਹੁੰਦੀ ਨਾ, ਅਸੀਂ ਐਵੇਂ ਹੱਥ ਕਰਕੇ ਤੇ ਅਸੀਂ ਭਾਈ ਸਾਹਿਬ ਨੂੰ ਕਹਿੰਦੇ ਸਵਾਇਆ ਦੇਣਾ। ਸਵਾਇਆ ਦਾ ਮਤਲਬ ਅਸੀਂ ਕਹਿੰਦੇ ਥੋੜਾ ਦੇਣਾ, ਠੀਕ ਹੈ। ਪਰ ਸਵਾਇਆ ਦਾ ਮਤਲਬ ਹੁੰਦਾ ਸਵਾ ਗੁਣਾ।
ਜ਼ਿਆਦਾ। ਜਦੋਂ ਭੋਜਨ ਥੋੜਾ ਹੋ ਜਾਂਦਾ ਸੀ ਨਾ ਤੇ ਗੁਰੂ ਕੇ ਪਿਆਰੇ ਐ ਨਹੀਂ ਸੀ ਕਹਿੰਦੇ ਕਿ ਭੋਜਨ ਖਤਮ ਹੋ ਗਿਆ, ਕਹਿੰਦੇ ਸੀ ਭੋਜਨ ਮਸਤਾਨਾ ਹੋ ਗਿਆ, ਫਤਿਹ ਹੋ ਗਿਆ। ਹੁਣ ਵੀ ਅੱਜ ਵੀ ਗੁਰੂ ਸਾਹਿਬ ਲੰਗਰਾਂ ਵਿੱਚ ਅਸੀਂ ਵਰਤਦੇ ਆ, ਚੀਜ਼ਾਂ ਦੇਖਦੇ ਆ ਕਿ ਫਤਿਹ ਹੋ ਗਿਆ। ਤੇ ਇਸੇ ਤਰ੍ਹਾਂ ਜਦੋਂ ਥੋੜਾ ਥੋੜਾ ਭੋਜਨ ਸਾਰਿਆਂ ਨੂੰ ਵੰਡਿਆ ਜਾਂਦਾ ਸੀ ਨਾ, ਤੇ ਫਿਰ ਉਸ ਵੇਲੇ ਕਹਿੰਦੇ ਸੀ ਸਵਾਇਆ ਭੋਜਨ ਹੈ। ਸਵਾਇਆ ਮਤਲਬ ਜ਼ਿਆਦਾ, ਬਹੁਤ ਜ਼ਿਆਦਾ ਭੋਜਨ ਹੈ, ਸਾਰੇ ਖਾਓ, ਸਾਰੇ ਛਕੋ। ਐਸੀ ਚੜ੍ਹਦੀ ਕਲਾ ਵਿੱਚ ਉਹ ਰਹਿੰਦੇ ਸੀ। ਸਵਾਇਆ ਦਾ ਮਤਲਬ ਜ਼ਿਆਦਾ, ਸਵਾ ਗੁਣਾ। ਪਰ ਅਸੀਂ ਅੱਜ ਦੇ ਟਾਈਮ ਵਿੱਚ ਅਸੀਂ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਕਹਾਂਗੇ ਸਾਡੇ ਕੋਲ ਹੈ ਹੀ ਨਹੀਂ, ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ, ਹੈ ਨਾ। ਤੇ ਉਹ ਥੋੜੇ ਨੂੰ ਵੀ ਬਹੁਤ ਜ਼ਿਆਦਾ ਕਰਕੇ ਮੰਨਦੇ ਸੀ ਤਾਂ ਕਿ ਉਹਨਾਂ ਦਾ ਮਨੋਬਲ ਨਾ ਗਿਰੇ। ਇਸੇ ਤਰ੍ਹਾਂ ਜੇ ਸਾਡਾ ਮਨੋਬਲ ਨਹੀਂ ਗਿਰੇਗਾ ਤੇ ਸਾਡੇ ਵੱਲ ਦੇਖ ਕੇ ਦੁਨੀਆ ਵੀ ਸਿੱਖੇਗੀ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ 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 ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਪਹਿਲਾਂ ਤਾਂ ਮੈਂ ਮੈਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਹੈ। ਅਤੇ ਮੈਮ ਮੇਰਾ ਕੁਐਸਚਨ ਹੈ ਕਿ ਮੈਮ ਨੇ ਆਖਿਆ ਸੀਗਾ ਵੀ ਅਸੀਂ ਸ਼ੁਕਰਾਨੇ ਵਿੱਚ ਭਿੱਜ ਜਾਈਏ, ਤੇ ਮੈਮ ਅਸੀਂ ਸ਼ੁਕਰਾਨੇ ਵਿੱਚ ਕਿਵੇਂ ਭਿੱਜ ਸਕਦੇ ਹਾਂ? ਸੋ ਸਵੀਟ ਬੱਚੇ, ਤੁਸੀਂ ਇਸ ਗੱਲ ਨੂੰ ਪਕੜਿਆ, ਬਹੁਤ ਅੱਛਾ ਲੱਗਿਆ। ਭਿੱਜਣਾ ਹੁੰਦਾ ਹੈ ਪਿਆਰ। ਜਦੋਂ ਅਸੀਂ ਕਿਸੇ ਚੀਜ਼ ਨੂੰ ਪਿਆਰ ਨਾਲ ਕਰਦੇ ਆ ਨਾ ਤੇ ਸਾਨੂੰ ਉਹ ਬੋਝ ਨਹੀਂ ਲੱਗਦਾ, ਉਹ ਸਿਰਫ ਇੱਕ ਕਰਮ ਕਾਂਡ ਨਹੀਂ ਰਹਿ ਜਾਂਦਾ, ਹੈ ਨਾ। ਜਦੋਂ ਅਸੀਂ ਅਸੀਂ ਵੈਸੇ ਵੀ ਇੱਕ ਸੰਸਾਰ ਵਿੱਚ ਦੇਖੀਏ ਜਿਸ ਦੇ ਨਾਲ ਸਾਨੂੰ ਪਿਆਰ ਹੁੰਦਾ ਹੈ ਨਾ, ਤੇ ਉਹਦੀ ਮਾੜੀਆਂ ਗੱਲਾਂ ਵੀ ਸਾਨੂੰ ਮਾੜੀਆਂ ਨਹੀਂ ਲੱਗਦੀਆਂ, ਕਿਉਂਕਿ ਸਾਨੂੰ ਉਹਦੇ ਨਾਲ ਪਿਆਰ ਹੈ ਨਾ। ਤੇ ਜਿਹਦੇ ਨਾਲ ਸਾਨੂੰ ਪਿਆਰ ਨਹੀਂ ਹੈ ਉਹ ਸਾਡੇ ਲਈ ਕੁਝ ਅੱਛਾ ਵੀ ਕਰਦਾ ਨਾ, ਅਸੀਂ ਉਹਦੇ ਵਿੱਚੋਂ ਬੁਰਾ ਲੱਭ ਲੈਂਦੇ ਆ, ਅਸੀਂ ਉਹਨੂੰ ਕਿਉਂਕਿ ਬੁਰਾ ਮੰਨਦੇ ਆ। ਇਸੇ ਤਰ੍ਹਾਂ ਜਦੋਂ ਅਸੀਂ ਭਿੱਜ ਕੇ ਮਤਲਬ ਪਿਆਰ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਨਾ, ਤੇ ਫਿਰ ਗੁਰੂ ਸਾਹਿਬ ਨੂੰ ਵੀ ਸਾਡੇ ਤੇ ਪਿਆਰ ਆਉਂਦਾ ਹੈ। ਉਹ ਵੀ ਸਾਡੀਆਂ ਫਿਰ ਗਲਤੀਆਂ ਨਹੀਂ ਦੇਖਦੇ, ਠੀਕ ਹੈ ਨਾ। ਤੇ ਫਿਰ ਸਾਡੇ ਪਾਪ ਕੱਟੇ ਜਾਂਦੇ ਆ। ਭਿੱਜਣ ਦਾ ਮਤਲਬ ਹੈ ਹਰ ਗੱਲ ਵਿੱਚ, ਜਿਵੇਂ ਹੁਣ ਇੱਕ ਬੱਚੇ ਨੇ ਕਿਹਾ ਸੀ ਜਦੋਂ ਅਸੀਂ ਦੁੱਧ ਪੀਏ ਅਸੀਂ ਤਾਂ ਵੀ ਸ਼ੁਕਰਾਨਾ ਕਰੀਏ, ਜਦੋਂ ਅਸੀਂ ਭੋਜਨ ਛਕੀਏ ਅਸੀਂ ਤਾਂ ਵੀ ਸ਼ੁਕਰਾਨਾ ਕਰੀਏ, ਜਦੋਂ ਅਸੀਂ ਹੋਰ ਦੁਨੀਆ ਦੇ ਕਾਰ ਵਿਹਾਰ ਕਰੀਏ। ਮੈਂ ਤੇ ਇੱਥੋਂ ਤੱਕ ਵੀ ਕਈ ਸਿੰਘ ਦੇਖੇ ਹਨ, ਜਿਵੇਂ ਅਸੀਂ ਇਹ ਇੱਕ ਚੀਜ਼, ਅਸੀਂ ਇੱਕ ਸਪੋਜ਼ ਇੱਕ ਪੈਨ ਹੀ ਚੁੱਕਿਆ ਹੈ ਨਾ, ਤੇ ਉਹ ਚੁੱਕਣ ਦੀ ਸ਼ਕਤੀ ਤੋਂ ਦਿੱਤੀ, ਇਸ ਲਈ ਵੀ ਤੇਰਾ ਸ਼ੁਕਰਾਨਾ। ਐਸੇ ਸਿੰਘ ਵੀ ਹਨ ਜਿਹੜੇ ਪ੍ਰੇਮ ਦੇ ਵਿੱਚ ਇੰਨੇ ਭਿੱਜ ਚੁੱਕੇ ਹਨ, ਹਰ ਗੱਲ ਲਈ ਇੱਕ ਬੋਲ ਮੂੰਹੋਂ ਕੱਢਿਆ ਉਹਦੇ ਲਈ ਵੀ ਸ਼ੁਕਰਾਨਾ। ਭਾਈ ਵੀਰ ਜੀ ਕਹਿੰਦੇ ਨੇ, ਜੇ ਤੁਸੀਂ ਭਾਈ ਵੀਰ ਸਿੰਘ ਜੀ ਕਹਿੰਦੇ ਸੀ ਕਿ ਵੀ ਜੇ ਤੁਸੀਂ ਇੱਕ ਵਾਰੀ ਆਪਣੇ ਮੂੰਹ ਤੋਂ ਵਾਹਿਗੁਰੂ ਬੋਲ ਦਿੱਤਾ ਨਾ, ਉਹਦੇ ਲਈ ਤੁਸੀਂ 5 ਵਾਰੀ ਹੋਰ ਵਾਹਿਗੁਰੂ ਬੋਲੋ, ਉਹ ਇੱਕ ਵਾਰੀ ਬੋਲਣ ਦਾ ਸ਼ੁਕਰਾਨਾ ਕਰਨ ਲਈ ਕਿ ਤੁਹਾਨੂੰ ਗੁਰੂ ਸਾਹਿਬ ਨੇ ਇਹ ਤਾਕਤ ਦਿੱਤੀ ਬੋਲਣ ਦੀ, ਤੇ ਤੁਸੀਂ ਵਾਹਿਗੁਰੂ ਬੋਲਿਆ। ਇਹਨੂੰ ਕਹਿੰਦੇ ਭਿੱਜ ਕੇ ਕਰਨਾ। ਭਿੱਜ ਕੇ ਮਤਲਬ ਪਿਆਰ ਵਿੱਚ, ਰੰਗ ਵਿੱਚ, ਸਿਰਫ ਤੇ ਸਿਰਫ ਉਹਦੇ ਹੋ ਕੇ, ਸਿਰਫ ਇੱਕੋ ਵਾਹਿਗੁਰੂ ਦੇ ਹੋ ਕੇ ਜਦੋਂ ਅਸੀਂ ਸ਼ੁਕਰਾਨਾ ਕਰਾਂਗੇ ਨਾ, ਫਿਰ ਸਾਨੂੰ ਹੋਰ ਪਾਸੇ ਝਾਂਕਣ ਦੀ ਲੋੜ ਨਹੀਂ ਪੈਂਦੀ। ਤੇ ਫਿਰ ਗੁਰੂ ਵੀ ਸਾਨੂੰ ਪਿਆਰ ਕਰਦੇ ਨੇ ਤੇ ਸਾਡੇ ਔਗਣ ਬਖਸ਼ ਦਿੰਦੇ ਨੇ, ਜਿਵੇਂ ਉਹ ਚਿੜੀ ਦੇ ਬਖਸ਼ ਦਿੱਤੇ ਸੀ। ਠੀਕ ਹੈ ਜੀ। ਜੀ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਪਰ ਇੱਕ ਪੁਆਇੰਟ ਮੈਂ ਵੀ ਐਡ ਕਰਨਾ ਚਾਹਾਂਗੀ ਕਿ ਬੱਚੇ ਨੇ ਜਿਹੜਾ ਕੁਐਸਚਨ ਪੁੱਛਿਆ ਨਾ ਵੀ ਸ਼ੁਕਰਾਨਾ ਕਿਵੇਂ ਕਰੀਏ, ਅਸੀਂ ਨਾ ਕਦੇ ਵੀ ਕਿਤੋਂ ਲੰਘਦੇ ਹੋਈਏ ਨਾ, ਜਿੱਦਾਂ ਭੈਣ ਜੀ ਨੇ ਵੀ ਇਹ ਗੱਲ ਕੀਤੀ ਸੀ, ਮੈਂ ਉਹਨੂੰ ਰਿਪੀਟ ਵੀ ਕਰ ਰਹੀ ਹਾਂ ਵਿੱਚ, ਕਿ ਕਿਤੇ ਵੀ ਲੰਘਦੇ ਹੋਈਏ ਉੱਥੇ ਦੇਖੀਏ ਕਿ ਜਿੱਦਾਂ ਹੁਣ ਕਈ ਵਾਰ ਕੋਈ ਭਿਖਾਰੀ ਹੁੰਦਾ ਹੈ ਜਾਂ ਕੋਈ ਕਿਸੇ ਦੇ ਘਰ ਜਾਂਦੇ ਆ, ਉਹਦਾ ਘਰ ਦੇਖਿਆ ਵੀ ਇਹਦੇ ਘਰ 'ਚ ਤਾਂ ਉਹ ਫੈਸਿਲਿਟੀ ਵੀ ਨਹੀਂ ਹੈ ਜੋ ਮੇਰੇ ਕੋਲ ਹੈ, ਤਾਂ ਹਮੇਸ਼ਾ ਉੱਥੇ ਦੇਖ ਕੇ ਇੱਕਦਮ ਕੀ ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਘੱਟੋ ਘੱਟ ਸਾਨੂੰ ਇੰਨਾ ਤਾਂ ਦਿੱਤਾ ਹੀ ਹੈ ਨਾ। ਪਰ ਕਈ ਚੀਜ਼ਾਂ ਸਾਡੇ ਕੋਲ ਐਸੀਆਂ ਨੇ ਜਿਨ੍ਹਾਂ ਨੂੰ ਪਾਉਣ ਲਈ ਹਜੇ ਵੀ ਲੋਕ ਤਰਸਦੇ ਨੇ। ਔਰ ਉਸ ਤੋਂ ਬਾਅਦ ਨਾ ਕਦੇ ਸਾਨੂੰ ਕਿਤੇ ਹਸਪੀਟਲ ਜਾਣ ਦਾ ਮੌਕਾ ਮਿਲੇ ਨਾ,
ਕਦੇ ਵੀ ਕਿਤੇ ਦਵਾਈ ਲੈਣ ਜਾਣ ਦਾ ਮੌਕਾ ਮਿਲੇ, ਉੱਥੇ ਜਾ ਕੇ ਤਾਂ ਤੁਸੀਂ ਜਦੋਂ ਦੇਖੋਗੇ ਨਾ ਮਰੀਜ਼ਾਂ ਦੀ ਹਾਲਤ, ਤਾਂ ਉੱਥੇ ਜਾ ਕੇ ਤਾਂ ਜ਼ਰੂਰ ਵਾਹਿਗੁਰੂ ਕਈ ਵਾਰ ਇਸ ਕਰਕੇ ਲੈ ਕੇ ਜਾਂਦਾ ਹੈ ਕਿ ਸ਼ੁਕਰਾਨਾ ਕਰਨ ਦੇ ਲਈ, ਸ਼ੁਕਰਾਨਾ। ਕਿ ਉੱਥੇ ਏਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਦੇਖ ਕੇ ਆਂਦੇ ਸ਼ੁਕਰ ਹੈ ਵਾਹਿਗੁਰੂ ਜੀ ਕਿ ਮੇਰੇ ਹੱਥ ਪੈਰ ਠੀਕ ਨੇ, ਸ਼ੁਕਰ ਹੈ ਵਾਹਿਗੁਰੂ ਜੀ ਕਿ ਮੇਰਾ ਦਿਮਾਗ ਠੀਕ ਹੈ, ਸ਼ੁਕਰ ਹੈ ਵਾਹਿਗੁਰੂ ਜੀ ਮੇਰੀ ਅੱਖਾਂ ਠੀਕ ਚਲਦੀਆਂ ਪਈਆਂ ਨੇ। ਇੱਥੇ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਦਿਖਦਾ ਨਹੀਂ ਹੈ, ਤੇ ਕਈ ਵਾਰ ਤੇ ਇਹ ਸ਼ੁਕਰ ਨਿਕਲਦਾ ਹੈ ਕਿ ਕਈ ਵਾਰ ਵਾਹਿਗੁਰੂ ਜੀ ਸ਼ੁਕਰ ਹੈ ਕਿ ਜੇ ਮੈਂ ਇਲਾਜ ਕਰਵਾਉਣ ਆਇਆ ਜਾਂ ਮੈਂ ਇਲਾਜ ਕਰਵਾਉਣ ਆਈ ਹਾਂ ਤਾਂ ਮੇਰੇ ਕੋਲ ਪੈਸੇ ਹੈਗੇ ਨੇ। ਬੜੇ ਦੁਨੀਆ ਏਦਾਂ ਦੀ ਹੈ ਜਿਹੜੇ ਇਲਾਜ ਕਰਾਉਣ ਤੋਂ ਵਾਂਝੇ ਨੇ, ਔਰ ਕਈ ਦੁਨੀਆ ਐਸੀ ਹੈ, ਤੁਸੀਂ ਨਾ ਕਦੇ ਦੇਖਿਆ ਹੋਏਗਾ, ਤੁਸੀਂ ਨਾਰਮਲੀ ਗੋਲ ਗੱਪੇ ਖਾਣ ਜਾਂਦੇ ਹੋ, ਰੇੜੀਆਂ ਤੇ ਬੜਾ ਕੁਝ ਖਾਂਦੇ ਆਪਾਂ, ਉੱਥੇ ਜਾਓਗੇ ਤੁਸੀਂ ਬੜੇ ਲੋਕੀ ਦੇਖੋਗੇ ਜਿਹੜੇ ਸਿਰਫ ਉਹਦੇ ਕੋਲ ਦੇਖਦੇ ਹੁੰਦੇ ਨੇ, ਹੈ ਕਿ ਨਹੀਂ, ਸਿਰਫ ਕਈ ਵਾਰ ਗੱਲ 5 ਜਾਂ 10 ਰੁਪਏ ਦੀ ਚੀਜ਼ ਹੁੰਦੀ, ਦੇਖ ਰਹੇ ਹੁੰਦੇ ਨੇ ਕਿ ਸਾਨੂੰ ਇਹ ਮਿਲ ਜਾਵੇ, ਔਰ ਅਸੀਂ ਵਾਹਿਗੁਰੂ ਜੀ ਦਾ ਸ਼ੁਕਰ ਕਰਿਆ ਕਰੀਏ ਕਿ ਵਾਹਿਗੁਰੂ ਜੀ ਨੇ ਸਾਨੂੰ ਇੰਨਾ ਦਿੱਤਾ ਕਿ ਅਸੀਂ ਇਸ ਜੋਗੇ ਹੈਗੇ। ਸੋ ਅਸੀਂ ਮੈਂ ਬੱਚਿਆਂ ਨੂੰ ਬੇਨਤੀ ਕਰਾਂਗੀ, ਕਿਉਂਕਿ ਕਈ ਬੱਚਿਆਂ ਦੀ ਕਲਾਸ ਹੁੰਦੀ ਹੈ, ਬੱਚੇ ਅਟੈਂਡੈਂਸ ਲਗਾਉਣਗੇ, ਜਦ ਤੱਕ ਭੈਣ ਜੀ ਜਿਹੜੇ ਹੋਰ ਬੱਚਿਆਂ ਦੇ ਕੁਐਸਚਨਸ ਉਹਨਾਂ ਦੇ ਆਨਸਰਸ ਕਰਨਗੇ ਜੀ। ਇੱਕ ਥੋੜੀ ਜਿਹੀ ਇੱਥੇ ਅਸੀਂ ਹੋਰ ਵੀ ਗੱਲ ਐਡ ਆਨ ਕਰ ਸਕਦੇ ਹਾਂ ਕਿ ਸਾਨੂੰ ਜੋ ਕੁਝ ਬਖਸ਼ਿਆ ਹੈ ਨਾ ਗੁਰੂ ਸਾਹਿਬ ਨੇ, ਉਹਦੇ ਵਿੱਚੋਂ ਅਸੀਂ ਥੋੜੀ ਜਿਹੀ ਵੰਡਣ ਦੀ ਆਦਤ ਜ਼ਰੂਰ ਪਾਈਏ। ਜਿੰਨਾ ਕੁਝ ਵੀ ਬਖਸ਼ਿਆ ਹੈ, ਜਿਵੇਂ ਉਹ 5 ਜਾਂ 10 ਰੁਪਏ ਦੀ ਚੀਜ਼ ਨਹੀਂ ਸੀ, ਹੈ ਨਾ। ਇਹ ਐਵੇਂ ਹੀ ਇੱਕ ਛੋਟੀ ਜਿਹੀ ਸਟੋਰੀ ਮੈਂ ਹੋਰ ਸਾਂਝੀ ਕਰ ਸਕਦੀ ਹਾਂ ਇੱਥੇ ਸ਼ੁਕਰਾਨੇ ਵਿੱਚ ਹੀ, ਕਿ ਵੀ ਅਸੀਂ ਵੰਡ ਕਿਵੇਂ ਸਕਦੇ ਹਾਂ। ਇੱਕ ਠੀਕ ਠਾਕ ਜਾਂ ਬਹੁਤ ਮਜ਼ਦੂਰ ਟਾਈਪ ਇੱਕ ਬੰਦਾ ਨਾ ਆਪਣੀ ਬਿਟੀਆਂ ਨੂੰ ਲੈ ਕੇ ਤੇ ਰੈਸਟੋਰੈਂਟ 'ਚ ਜਾਂਦਾ ਹੈ, ਤੇ ਉੱਥੇ ਇੱਕ ਡੋਸਾ ਆਰਡਰ ਕਰਦਾ ਹੈ। ਡੋਸਾ ਆਰਡਰ ਕਰਦਾ ਤੇ ਉਹ ਬੜਾ ਖੁਸ਼ ਹੁੰਦਾ ਹੈ, ਉਹਦੀ ਬੇਟੀ ਵੀ ਬੜੀ ਖੁਸ਼ ਹੁੰਦੀ ਹੈ, ਤੇ ਉਹਦਾ ਉੱਥੇ ਨਾਲ ਵਾਲੇ ਟੇਬਲ ਤੇ ਹੀ ਇੱਕ ਬੰਦਾ ਬੈਠ ਕੇ ਉਹਨਾਂ ਨੂੰ ਦੇਖ ਰਿਹਾ ਹੁੰਦਾ ਹੈ ਵੀ ਬੰਦੇ ਤਾਂ 2 ਆਏ ਆ, ਪਰ ਇਹਨਾਂ ਨੇ ਆਰਡਰ ਇੱਕੋ ਹੀ ਕੀਤਾ ਹੈ ਡੋਸਾ। ਤੇ ਵਿੱਚ ਹੀ ਨਾ ਫੋਨ ਆ ਜਾਂਦਾ ਇੱਕ, ਤੇ ਉਹ ਬੰਦਾ ਜਿਹੜਾ ਉਹਦੇ ਕੋਲ ਬਹੁਤ ਛੋਟਾ ਜਿਹਾ ਪੁਰਾਣਾ ਫੋਨ ਹੁੰਦਾ ਹੈ, ਤੇ ਉਹਦੇ ਤੇ ਉਹ ਆਪਣੇ ਫਰੈਂਡ ਨਾਲ ਗੱਲ ਕਰ ਰਿਹਾ ਹੁੰਦਾ ਹੈ, ਤੇ ਉਹਦੇ ਫਰੈਂਡ ਨੂੰ ਦੱਸ ਰਿਹਾ ਹੁੰਦਾ ਕਿ ਵੀ ਨਾ ਮੇਰੀ ਬੇਟੀ ਨਾ ਬੜੇ ਅੱਛੇ ਨੰਬਰ ਲੈ ਕੇ ਪਾਸ ਹੋਈ ਹੈ, ਤੇ ਮੈਂ ਇਹਨੂੰ ਵਾਅਦਾ ਕੀਤਾ ਸੀ ਕਿ ਮੈਂ ਨਾ ਇਹਨੂੰ ਡੋਸਾ ਜ਼ਰੂਰ ਖਿਲਾਵਾਂਗਾ ਜਦੋਂ ਇਹ ਅੱਛੇ ਨੰਬਰ ਪਾਸ ਹੋਏਗੀ, ਤੇ ਮੈਂ ਇਹਨੂੰ ਹੋਟਲ ਵਿੱਚ ਜਾ ਕੇ ਡੋਸਾ ਖਿਲਾਵਾਂਗਾ। ਤੇ ਉਹਦਾ ਫਰੈਂਡ ਪੁੱਛਦਾ ਵੀ ਤੂੰ ਵੀ ਡੋਸਾ ਖਾ ਰਿਹਾ, ਕਿਉਂਕਿ ਪਤਾ ਹੋਏਗਾ ਉਹਦੇ ਫਰੈਂਡ ਨੂੰ ਵੀ ਇਹਨਾਂ ਦੀ ਮਾਲੀ ਹਾਲਤ ਇੰਨੀ ਅੱਛੀ ਨਹੀਂ ਹੈ। ਤੇ ਉਹ ਫਿਰ ਉਹਨੂੰ ਕਹਿੰਦਾ ਕਿ ਵੀ ਨਹੀਂ ਮੈਂ ਡੋਸਾ ਕਿਵੇਂ ਖਾ ਸਕਦਾ, ਤੈਨੂੰ ਤਾਂ ਪਤਾ ਹੀ ਹੈ ਮੈਂ ਆਪਣੀ ਬੇਟੀ ਨੂੰ ਡੋਸਾ ਖਵਾ ਰਿਹਾ, ਕਿਉਂਕਿ ਇਹ ਬੜੇ ਅੱਛੇ ਨੰਬਰ ਲੈ ਕੇ ਪਾਸ ਹੋਈ ਹੈ, ਤੇ ਨਾਲੇ ਅੱਜ ਇਹਦਾ ਜਨਮ ਦਿਨ ਵੀ ਹੈ। ਤੇ ਜਦੋਂ ਉਹ ਨਾਲ ਵਾਲੇ ਟੇਬਲ ਤੇ ਬੈਠਾ ਬੰਦਾ ਸੁਣ ਰਿਹਾ ਹੁੰਦਾ ਨਾ, ਤੇ ਉਹ ਉਸਨੂੰ ਜਾਂਦੇ ਜਾਂਦੇ ਹੋਟਲ ਦੇ ਮਾਲਕ ਨੂੰ ਕਹਿੰਦਾ 2 ਡੋਸਿਆਂ ਦੇ ਪੈਸੇ ਉਹਨੂੰ ਐਕਸਟਰਾ ਹੋਰ ਪੇ ਕਰਦਾ, ਆਪਣੇ ਦੇ ਵੀ ਤੇ 2 ਹੋਰ ਉਸ ਟੇਬਲ ਵਾਲੇ ਬੰਦੇ ਦੇ ਲਈ। ਤੇ ਉਹ ਉਹਨੂੰ ਕਹਿੰਦਾ ਕਿ ਵੀ ਤੁਸੀਂ ਨਾ ਉਸ ਬੰਦੇ ਨੂੰ ਦੱਸਣਾ ਨਹੀਂ, ਉੱਥੇ ਤੁਸੀਂ ਇੱਕ ਦੀ ਜਗ੍ਹਾ ਤੇ 2 ਡੋਸੇ ਦੇਣਾ, ਔਰ ਉਹਦੀ ਪੇਮੈਂਟ ਤੁਸੀਂ ਮੇਰੇ ਕੋਲੋਂ ਲੈ ਲਓ। ਕਿਉਂਕਿ ਤੁਸੀਂ ਦੱਸਣਾ ਕਿਉਂ ਨਹੀਂ, ਕਿਉਂਕਿ ਉਹਦੇ ਆਤਮ ਸਨਮਾਨ ਨੂੰ ਜਿਹੜੀ ਨਾ ਠੇਸ ਨਾ ਪਹੁੰਚੇ, ਉਹ ਇਹ ਨਾ ਸੋਚੇ ਵੀ ਮੈਨੂੰ ਫ੍ਰੀ ਵਿੱਚ ਡੋਸਾ ਖਵਾਇਆ, ਠੀਕ ਹੈ, ਇਸ ਕਰਕੇ ਤੁਸੀਂ ਉਹਨੂੰ ਮੇਰੀ ਤਰਫ ਤੋਂ ਡੋਸਾ ਦੇਣਾ। ਪਰ ਜਿਹੜਾ ਰੈਸਟੋਰੈਂਟ ਦਾ ਮਾਲਿਕ ਹੁੰਦਾ ਉਹ ਕਹਿੰਦਾ ਕਿ ਵੀ ਨਹੀਂ, ਜੇ ਇਹ ਤੁਸੀਂ ਇੰਨੀ ਅੱਛੀ ਗੱਲ ਸਾਨੂੰ ਦੱਸੀ ਹੈ ਵੀ ਉਹਦੀ ਬੇਟੀ ਦਾ ਜਨਮ ਦਿਨ ਵੀ ਹੈ ਔਰ ਉਹ ਪਾਸ ਹੋਈ ਹੈ, ਔਰ ਫਿਰ ਵੀ ਉਹਨਾਂ ਨੇ ਕਿਸੇ ਨੂੰ ਮੰਗਿਆ ਨਹੀਂ ਹੈ ਨਾ, ਤੇ ਇਸ ਕਰਕੇ ਉਹਨਾਂ ਨੂੰ ਅਸੀਂ ਆਪਣੇ ਹੋਟਲ ਦੀ ਤਰਫ ਤੋਂ ਹੀ ਇਹ ਗਿਫਟ ਦੇਾਂਗੇ 2 ਡੋਸੇ। ਮਤਲਬ ਜੋ ਕੁਝ ਵੀ ਹੈ ਸਾਡੇ ਕੋਲ ਅਸੀਂ ਉਹਦੇ ਵਿੱਚੋਂ ਵੰਡ ਛਕ ਸਕਦੇ ਹਾਂ, ਥੋੜਾ ਹੈ ਜ਼ਿਆਦਾ ਹੈ ਆਪਣੀ ਹੈਸੀਅਤ ਅਨੁਸਾਰ ਆਪਣੇ ਇੱਕ ਸੁਭਾਅ ਬਣਾ ਲਈਏ ਵੰਡਣ ਦਾ। ਜਿੱਥੇ ਸ਼ੁਕਰਾਨਾ ਕਰ ਰਹੇ ਹਾਂ ਉੱਥੇ ਵੰਡਣ ਦੀ ਵੀ ਜਾਚ ਸਾਨੂੰ ਆ ਜਾਏ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਂ ਇੱਕ ਬੁੱਕ ਦੇ ਵਿੱਚ ਪੜ੍ਹਿਆ ਸੀ ਕਿ ਸ਼ੁਕਰਾਨਾ ਅਸਲ ਦੇ ਵਿੱਚ ਜਿਹੜਾ ਹੁੰਦਾ ਉਹ ਇੱਕ ਨੈਚੁਰਲ ਭਾਵਨਾ ਹੁੰਦੀ ਹੈ। ਬੇਟਾ ਆਵਾਜ਼ ਬੜੀ ਸਲੋ ਆ ਰਹੀ ਹੈ ਤੁਹਾਡੀ ਮੈਨੂੰ ਨਾ। ਹੈਲੋ ਹਾਂਜੀ। ਮੈਮ ਇੱਕ ਬੁੱਕ ਦੇ ਵਿੱਚ ਪੜ੍ਹਿਆ ਸੀ ਕਿ ਸ਼ੁਕਰਾਨਾ ਨਾ ਇੱਕ ਨੈਚੁਰਲ ਭਾਵਨਾ ਹੁੰਦੀ ਹੈ ਜੋ ਸਾਡੇ ਅੰਦਰੋਂ ਆਪਣੇ ਆਪ ਪੈਦਾ ਹੁੰਦੀ ਹੈ, ਤੇ ਇਹ ਭਾਵਨਾ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਨੂੰ ਅਰਦਾਸ ਕਰਨ ਦੀ ਜਾਚ ਆ ਜਾਂਦੀ ਹੈ।
ਅਕਸਰ ਅਸੀਂ ਦੇਖਦੇ ਹਾਂ ਕਿ ਅਸੀਂ ਅਰਦਾਸ ਕਰਦੇ ਹਾਂ ਤੇ ਉਹ ਅਰਦਾਸ ਪੂਰੀ ਨਹੀਂ ਹੁੰਦੀ ਤੇ ਅਸੀਂ ਕਹਿੰਦੇ ਕਿ ਕਿਹੋ ਜਿਹਾ ਰੱਬ ਹੈ ਜਿਹੜੀ ਸਾਡੀ ਅਰਦਾਸ ਹੀ ਨਹੀਂ ਸੁਣਦਾ। ਜਦੋਂ ਸਾਨੂੰ ਅਸਲ 'ਚ ਇਹ ਗੱਲ ਸਮਝ ਆ ਜਾਂਦੀ ਹੈ ਕਿ ਅਰਦਾਸ ਸਾਡਾ ਹੱਕ ਨਹੀਂ, ਅਰਦਾਸ ਵਾਹਿਗੁਰੂ ਜੀ ਤੋਂ ਖੈਰ ਮੰਗਣਾ ਹੁੰਦੀ ਹੈ, ਸਾਡਾ ਹੱਕ ਨਹੀਂ ਹੈ। ਜਦੋਂ ਸਾਨੂੰ ਇਹ ਗੱਲ ਸਮਝ ਆ ਜਾਂਦੀ ਹੈ ਤਾਂ ਸਾਡੇ ਦਿਲੋਂ ਹੀ ਹਰ ਗੱਲ ਦੇ ਲਈ ਸ਼ੁਕਰਾਨਾ ਆਪਣੇ ਆਪ ਪੈਦਾ ਸ਼ੁਰੂ ਹੋਣਾ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਨੂੰ ਤਾਂ ਸਿਖਾਇਆ ਗਿਆ ਗਿਆ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਜਦੋਂ ਸਰਬਤ ਦਾ ਭਲਾ ਮੰਗਾਂਗੇ ਆਪੇ ਸ਼ੁਕਰਾਨਾ ਕਰਨਾ ਵੀ ਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਕੁਐਸਚਨ ਸੀਗਾ ਕਿ ਅਧਿਆਤਮਿਕ ਸਿੱਖਿਆ ਤੇ ਆਤਮਿਕ ਸਿੱਖਿਆ ਦੇ ਵਿੱਚ ਕੀ ਫਰਕ ਹੁੰਦਾ ਹੈ ਜਾਂ ਇਹ ਦੋਨੋਂ ਸੇਮ ਹੁੰਦੇ ਹਨ? ਅਧਿਆਤਮਿਕ ਸਿੱਖਿਆ ਤੇ ਆਤਮਿਕ ਸਿੱਖਿਆ, ਇਹੀ ਪੁੱਛਿਆ ਨਾ ਬੱਚੇ? ਹਾਂਜੀ ਹਾਂਜੀ ਹਾਂਜੀ, ਮੇਰੇ ਹਿਸਾਬ ਨਾਲ ਇਹ ਦੋਨੋਂ ਆਪਸ ਵਿੱਚ ਮਿਲਦੇ ਜੁਲਦਾ ਹੀ ਵਿਸ਼ਾ ਹੈ, ਕਿਉਂਕਿ ਆਤਮਕ ਮਤਲਬ ਸਾਡਾ ਆਪਣਾ ਆਪ, ਆਪਣਾ ਆਪਾ। ਜੇ ਸਾਡਾ ਆਪਣਾ ਆਪਾ ਸਵਰ ਜਾਂਦਾ ਹੈ ਤੇ ਉਹ ਅਧਿਆਤਮ ਵਾਲੇ ਪਾਸੇ ਆਪੇ ਹੀ ਤੁਰ ਪੈਂਦਾ। ਜੇ ਸਾਡਾ ਆਤਮਕ ਮਤਲਬ ਸਾਡੀ ਆਤਮਾ ਦਾ, ਜੋ ਆਤਮਾ ਦੀ ਆਵਾਜ਼ ਹੁੰਦੀ ਹੈ, ਔਰ ਆਤਮਾ ਕਿਉਂਕਿ ਪਰਮਾਤਮਾ ਦਾ ਅੰਸ਼ ਹੈ। ਅਧਿਆਤਮ ਮਤਲਬ ਪਰਮਾਤਮਾ ਦੀਆਂ ਗੱਲਾਂ। ਜਦੋਂ ਆਤਮਾ ਪਰਮਾਤਮਾ ਦੀਆਂ ਗੱਲਾਂ ਕਰੇਗੀ ਤੇ ਉਹਦੇ ਵਿੱਚ ਇਕਮਿਕ ਹੋ ਹੀ ਜਾਏਗੀ। ਅਧਿਆਤਮ ਤੇ ਆਤਮਕ ਇੱਕੋ ਹੀ ਚੀਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨੀਆਂ ਐਗਜ਼ਾਮਪਲਸ ਦੇ ਕੇ ਸਮਝਾਇਆ ਕਿ ਸਾਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਮੈਂ ਇਸ ਉੱਪਰ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ। ਮੈਮ, ਜਿਵੇਂ ਕਿ ਸਾਨੂੰ ਵਾਹਿਗੁਰੂ ਸ਼ੁਕਰਾਨਾ ਰੋਜ਼ ਕਰਨਾ ਚਾਹੀਦਾ ਹੈ ਅਤੇ ਇਸ ਦੇ ਲਈ ਸਾਨੂੰ ਇੱਕ ਨੋਟਬੁੱਕ ਲਗਾਉਣੀ ਚਾਹੀਦੀ ਹੈ ਜਿਸ ਦੇ ਉੱਪਰ ਅਸੀਂ ਜਿਵੇਂ ਰੋਜ਼ਾਨਾ ਲਿਖੀਏ ਕਿ ਅੱਜ ਜਿਵੇਂ ਸਾਨੂੰ ਵਾਹਿਗੁਰੂ ਨੇ ਦੁੱਧ ਦਿੱਤਾ ਹੈ, ਵਾਹਿਗੁਰੂ ਜੀ ਮੈਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ। ਸਾਨੂੰ ਜਿਹੜੀ ਵੀ ਚੀਜ਼ ਹੈ ਜਿਵੇਂ ਉਸ ਦੇ ਵਿੱਚੋਂ ਕੋਈ 3 ਚੀਜ਼ਾਂ ਲੈ ਲੈਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਆਪਣੀ ਨੋਟਬੁੱਕ ਦੇ ਉੱਪਰ ਲਿਖਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਜਿੱਦਣ ਜਿਵੇਂ ਸਾਨੂੰ ਫੀਲ ਹੁੰਦਾ ਕਿ ਸਾਨੂੰ ਅੱਜ ਇਹ ਚੀਜ਼ ਨਹੀਂ ਮਿਲੀ ਤੇ ਸਾਨੂੰ ਉਸ ਨੋਟਬੁੱਕ ਨੂੰ ਪੜ੍ਹਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਨੇ ਤਾਂ ਸਾਨੂੰ ਇੰਨੀਆਂ ਚੀਜ਼ਾਂ ਦਿੱਤੀਆਂ ਹੈ ਪਰ ਅਸੀਂ ਫਿਰ ਵੀ ਵਾਹਿਗੁਰੂ ਜੀ ਨੂੰ ਬਲੇਮ ਕਰਦੇ ਹਾਂ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਇਹ ਨਹੀਂ ਦਿੱਤਾ। ਸੁਖਮਨੀ ਸਾਹਿਬ ਦੀ ਇੱਕ ਬਾਣੀ ਦੀ ਇੱਕ ਪੰਕਤੀ ਆਂਦੀ ਹੈ, एक भी ना दे 10 भी हिरले तो मूड़ा कहो कहाँ करे, है ना। एक कारण भी खोट गवावे। एक वस्तु जो सानू गुरु साहब नहीं ना देंदे ते असी गिला शिकवा करन लग जाने आ, पर असी ओ जड़ियां होर 10 वस्तुआं सानू गुरु साहब ने बख्शियां ने ना ओदा असी शुकराना नहीं करते, है ना। ते इस करके यह चीज गुरु साहब नूं भी चंगी नहीं लगती। और गुरु साहब कहंदे ने भी जे वो 10 दाता ना दवे, एक भी ना दे 10 भी हिरले, होर एक भी दात नवी भी ना दवे ते जड़ियां 10 दाता उन्हें पहले बख्शियां ने जे ओ भी गुरु साहब साडे कोलों खो लैण, कहंदे तो मूड़ा कहो कहाँ करे, तां असीं की कर सकदे हां, साडे हत्थ वस विच नहीं है, ठीक है ना। इस करके सदा शुकराने विच रहिए। ਉਹ ਅਗਰ ਸਾਨੂੰ ਦੇਣ ਦੀ ਤਾਕਤ ਰੱਖਦਾ ਹੈ ਨਾ ਤੇ ਸਾਡੇ ਕੋਲੋਂ ਵਾਪਸ ਖੋ ਲੈਣ ਦੀ ਵੀ ਤਾਕਤ ਪਰਮੇਸ਼ਰ ਕੋਲ ਹੈ। ਇਸ ਕਰਕੇ ਸਦਾ ਉਹਦੀ ਭੈ ਭਾਵਨਾ ਵਿੱਚ ਰਹੀਏ ਤੇ ਉਹਦਾ ਸ਼ੁਕਰ ਕਰੀਏ। ਹੈਲੋ, ਹਾਂਜੀ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਮ, ਤੁਸੀਂ ਸ਼ੁਕਰਾਨੇ ਬਾਰੇ ਆਪਾਂ ਗੱਲ ਕਰ ਰਹੇ। ਹਾਂਜੀ ਹਾਂਜੀ ਮੈਮ, ਸ਼ੁਕਰਾਨਾ ਮੈਂ ਇਹ ਕਹਿੰਦੀ ਹਾਂ ਕਿ ਮਹਾਰਾਜ ਦਾ ਆਪਾਂ ਕਰ ਹੀ ਨਹੀਂ ਸਕਦੇ ਜੇ ਆਪਾਂ ਚਾਹੀਏ ਵੀ ਤੇ ਮਹਾਰਾਜ ਆਪਾਂ ਚਾਹੀਏ ਨਾ ਕੁਝ ਮੈਮ। ਹਾਂਜੀ ਹਾਂਜੀ ਹਾਂਜੀ, ਸ਼ੁਕਰਾਨਾ ਆਪਾਂ ਹਾਂਜੀ ਸ਼ੁਕਰਾਨਾ ਉਹਨਾਂ ਦਾ ਆਪਾਂ ਕਰੀਏ, ਜਿੰਨਾ ਵੀ ਕਰੀਏ ਉਨਾ ਹੀ ਥੋੜਾ, ਮੈਂ ਕਹਿੰਦੀ। ਹਾਂਜੀ ਬਸ ਹਾਂ, ਪਰ ਇਸ ਦਾ ਅਸੀਂ ਉਹਦਾ ਕਰ ਨਹੀਂ ਸਕਦੇ, ਪਰ ਫਿਰ ਵੀ ਕਰਨਾ ਤਾਂ ਪਏਗਾ ਹੀ। ਹਾਂਜੀ ਹਾਂਜੀ ਮੈਮ, ਇਹ ਤੇ ਹੈ ਨਾ,
ਕਿਉਂਕਿ ਜਿੰਨੀਆਂ ਦਾਤਾਂ ਉਹਨਾਂ ਨੇ ਦਿੱਤੀਆਂ ਨੇ ਸਾਨੂੰ, ਅਸੀਂ ਬੜਾ ਕੁਝ ਦਿੱਤਾ ਮੈਮ। ਜਿੰਨਾ ਵੀ ਕਰੀਏ ਨਾ ਉਹ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਹਾਂਜੀ ਹਾਂਜੀ, ਉਹਨਾਂ ਹੀ ਥੋੜਾ ਵਾ। ਹਾਂਜੀ ਹਾਂਜੀ, ਤਾਂ ਇਸ ਕਰਕੇ ਪਰ ਅਸੀਂ ਸ਼ੁਕਰਾਨੇ ਵਿੱਚ ਜੁੜੇ ਰਹੀਏ ਤੇ ਉਹ ਆਪ ਹੀ ਆਪਣੇ ਵਿੱਚ ਭੇਦ ਕਰ ਲੈਂਦੇ ਆ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਮੇਰਾ ਕੁਐਸਚਨ ਹੈ, ਜਦ ਆਪਣੇ ਘਰੇ ਕੋਈ ਖੁਸ਼ੀ ਆਉਂਦੀ ਹੈ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਪਰ ਆਪਣੇ ਘਰੇ ਜਦ ਖੁਸ਼ੀ ਹੁੰਦੀ ਹੈ ਕਈ ਲੋਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰਦੇ, ਆਪਾਂ ਉਹਨਾਂ ਨੂੰ ਸ਼ੁਕਰਾਨਾ ਕਰਨ ਵਾਹਿਗੁਰੂ ਜੀ। ਅਸੀਂ ਪਿੱਛੇ ਇੱਕ ਪੰਕਤੀ ਵਿਚਾਰੀ ਸੀ ਵੀ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ, ਹੈ ਨਾ। ਵੀ ਗੁਰੂ ਸਾਹਿਬ ਜੋ ਵੀ ਦਿੰਦੇ ਆ, ਸੁੱਖ ਦਿੰਦੇ ਆ, ਦੁੱਖ ਦਿੰਦੇ ਆ, ਅਸੀਂ ਸ਼ੁਕਰਾਨੇ ਦੇ ਭਾਵ ਵਿੱਚ ਰਹੀਏ। ਤੁਸੀਂ ਕੁਐਸਚਨ ਪੁੱਛ ਰਹੇ ਹੋ ਵੀ ਅਸੀਂ ਦੂਜਿਆਂ ਨੂੰ ਕਿਵੇਂ ਸਿਖਾਈਏ। ਹਾਂਜੀ ਮੈਮ। ਹਾਂਜੀ, ਉਹ ਅਸੀਂ ਹੁਣੇ ਪਿੱਛੇ ਵਿਚਾਰਿਆ ਸੀ ਨਾ ਵੀ ਅਸੀਂ ਆਪਣੇ ਜੀਵਨ ਨੂੰ ਅਗਰ ਉੱਚਾ ਚੁੱਕ ਲਾਂਗੇ ਤੇ ਦੂਸਰੇ ਆਪਣੇ ਆਪ ਹੀ ਸਿੱਖ ਜਾਣਗੇ ਜੋ ਸਿੱਖਣਾ ਨਹੀਂ ਚਾਹੁੰਦੇ। ਕਈਆਂ ਨੂੰ ਅਸੀਂ ਥੋੜਾ ਜਿਹਾ ਵੀ ਸਮਝਾਉਂਦੇ ਆ ਨਾ, ਜੋ ਅੱਜ ਅਸੀਂ ਲੈਕਚਰ ਦਿੱਤਾ ਹੈ ਉਹਦੇ ਵਿੱਚੋਂ ਕੋਈ 1-2 ਪੁਆਇੰਟਸ ਤੁਸੀਂ ਨੋਟ ਕਰ ਲਓ, ਉਹਦੇ ਵਿੱਚੋਂ ਤੁਸੀਂ ਕੁਝ ਗੱਲਾਂ ਉਹਨਾਂ ਨੂੰ ਸਮਝਾਓਗੇ ਤੇ ਜੋ ਸਮਝਣ ਵਾਲੇ ਹੋਣਗੇ ਉਹ ਸਮਝ ਲੈਣਗੇ। ਤੇ ਜਿਨ੍ਹਾਂ ਕਈ ਬੜੇ ਆਪਣੇ ਆਪ ਵਿੱਚ ਮੈਂ ਵਿੱਚ ਰਹਿੰਦੇ ਨਾ, ਜਿਵੇਂ ਮੈਮ ਨੇ ਹੁਣੇ ਦੱਸਿਆ ਸੀ ਬੇੜਾ ਮੈਂ ਕਰਦੇ ਆ, ਹੈਨਾ, ਤੇ ਉਸ ਤੁਹਾਡੀ ਗੱਲ ਨੂੰ ਜਾਣ ਬੂਝ ਕੇ ਵੀ ਸਮਝਣਗੇ ਨਹੀਂ, ਸਮਝ ਕੇ ਵੀ ਨਹੀਂ ਸਮਝਣਗੇ। ਤੇ ਜਦੋਂ ਤੁਸੀਂ ਤੁਹਾਡਾ ਜੀਵਨ ਦੱਸੇਗਾ ਨਾ ਪੁਰਾਣੇ ਸਿੰਘਾਂ ਵਾਂਗ, ਜੋ ਅਸੀਂ ਕਹਿੰਦੇ ਆ ਨਾ ਕਥਨੀ ਤੇ ਕਰਨੀ, ਕਹਿਣਾ ਤੇ ਕਰਨਾ ਸਾਡਾ ਜਦੋਂ ਇੱਕੋ ਹੋ ਜਾਏਗਾ ਨਾ ਤੇ ਫਿਰ ਐਸੇ ਲੋਕ ਆਪੇ ਹੀ ਮੰਨ ਜਾਣਗੇ। ਤੇ ਅਸੀਂ ਵੀ ਸੁੱਖ ਔਰ ਦੁੱਖ ਦੋਨੋਂ ਸਮਿਆਂ ਵਿੱਚ ਹੀ ਗੁਰੂ ਦਾ ਸ਼ੁਕਰਾਨਾ ਕਰਨਾ। ਹਾਂਜੀ, ਸ਼ੁਕਰਾਨੇ ਦੀ ਜਾਂਚ ਸੰਗਤ ਵਿੱਚ ਆਉਂਦੀ ਹੈ ਜੀ। ਤੇ ਅੱਜ ਦੇ ਕੈਂਪ ਦਾ ਉਹਨਾਂ ਨੂੰ ਲਿੰਕ ਭੇਜੋ ਜੀ, YouTube ਤੇ ਹੋਏਗਾ ਅੱਜ ਦਾ ਕੈਂਪ ਸੁਣ ਕੇ ਸ਼ੁਕਰਾਨੇ ਦੇ ਵਿੱਚ ਆਪਣੇ ਆਪ ਹੀ ਆਣਗੇ ਜੀ। ਹਾਂਜੀ, ਇਹ ਵਧੀਆ ਤਰੀਕਾ ਹੈ ਜੋੜਨ ਦਾ ਜੀ। ਅੱਜ ਹਾਂਜੀ, ਸਾਰਾ ਆਪਣਾ ਸ਼ੁਕਰਾਨੇ ਤੇ ਹੀ ਹੋਇਆ ਜੀ ਟੌਪਿਕ, ਤੇ ਹਾਂਜੀ, ਇਹ ਲਿੰਕ ਤੁਸੀਂ ਭੇਜੋ ਜਿਹਨੂੰ ਵੀ ਜੋੜਨਾ ਚਾਹੁੰਦੇ ਆ। ਮੈਨੂੰ ਨਹੀਂ ਲੱਗਦਾ ਵੀ ਕੋਈ ਇਹ ਕੈਂਪ ਸੁਣ ਕੇ ਸ਼ੁਕਰਾਨਾ ਨਹੀਂ ਕਰੂਗਾ। ਸਾਰਿਆਂ ਦੇ ਮਨ ਵਿੱਚ ਇੱਕ ਵਾਰੀ ਤੇ ਜ਼ਰੂਰ ਸ਼ੁਕਰਾਨੇ ਦੀ ਜਿਹੜੀ ਭਾਵਨਾ ਆਵਾਜ਼ ਆਪਣੇ ਆਏਗੀ। ਆਪ ਨਿਕਲੂਗੀ। ਹਾਂਜੀ, ਬਿਲਕੁਲ ਸੋ ਸਹੀ ਜੀ। ਬਹੁਤ ਬਹੁਤ ਧੰਨਵਾਦ ਜੀ। ਹੈਂਡਰੇਜ ਤੇ ਹੋਰ ਵੀ ਬਹੁਤ ਨੇ ਜੀ, ਪਰ ਹਾਂਜੀ, ਆਪਾਂ ਜਿੰਨੀ ਦੇਰ ਤੱਕ ਚਲੋ ਅਟੈਂਡੈਂਸ ਲੱਗਦੀ ਹੈ ਉਨੀ ਦੇਰ ਤੱਕ ਆਪਾਂ ਕਈ ਬੱਚਿਆਂ ਦਾ ਮੈਸੇਜ ਆ ਰਿਹਾ ਅੱਛਾ ਜੀ, ਵੀ ਅਸੀਂ ਲੀਵ ਕਰ ਜਾਈਏ ਜੀ। ਤੇ ਜਿਹੜੇ ਹਾਂਜੀ, ਬੱਚੇ ਅਟੈਂਡੈਂਸ ਲਾ ਚੁੱਕੇ ਆ ਜਾਂ ਕਲਾਸ ਵਗੈਰਾ ਹੁੰਦੀ ਆ ਉਹ ਲੀਵ ਕਰ ਸਕਦੇ ਆ ਜੀ। ਬਾਕੀ ਅੱਛਾ ਜਿੰਨੀ ਜੀ, ਦੇਰ ਤੱਕ ਅਟੈਂਡੈਂਸ ਲੱਗਦੀ ਆਪਾਂ 1-2 ਹੈਂਡਰੇਜ ਹੋਰ ਲਵਾਂਗੇ ਜੀ। ਠੀਕ ਹੈ ਜੀ। ਹਾਂਜੀ ਬੇਟਾ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਸਟੋਰੀ ਦੱਸਣਾ ਚਾਹੁੰਦੀ ਹਾਂ। ਇੱਕ ਵੀਰ ਸੀਗੇ ਔਰ ਉਹ ਉਹਨਾਂ ਦੇ ਜਿਹੜੇ ਫਾਦਰ ਉਹ ਵੀ ਕਿਰਤ ਕਰਦੇ ਸੀਗੇ ਤੇ ਉਹ ਆਪ ਫੁੱਲਵੜੀਆਂ ਪੈਕ ਕਰਕੇ ਤੇ ਵੇਚਦੇ ਹੁੰਦੇ ਸੀਗੇ। ਜਦੋਂ ਉਹ ਬਾਹਰ ਵੇਚਣ ਗਿਆ ਬੱਸ ਸਟੈਂਡ ਤੇ ਖੜੇ ਸੀਗੇ ਤੇ ਉੱਥੇ ਇੱਕ ਕਾਰ ਰੁਕੀ ਹੋਈ ਸੀ, ਉਹਨਾਂ ਦੇ ਵਿੱਚ 2 ਸਿੰਘ ਸਨ ਤੇ ਉਹਨਾਂ ਸਿੰਘਾਂ ਨੂੰ ਆਵਾਜ਼ ਦਿੱਤੀ ਕਿ ਤੁਸੀਂ ਇਹ ਫੁੱਲਵੜੀਆਂ ਲੈ ਲਓ। ਤੇ ਸਿੰਘਾਂ ਨੇ ਕਿਹਾ ਸਾਨੂੰ ਫੁੱਲਵੜੀਆਂ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਤੁਹਾਨੂੰ ਉਂਝ ਹੀ ਪੈਸੇ ਦੇ ਦੇਣੇ ਆ। ਪਰ ਉਹ ਵੀਰ ਨੇ ਕਿਹਾ ਕਿ ਨਹੀਂ, ਮੈਂ ਉਂਝ ਪੈਸੇ ਨਹੀਂ ਲੈਂਦਾ। ਤੇ ਗੁਰੂ ਦਾ ਸਿੱਖ ਕਦੇ ਮੰਗਦਾ ਨਹੀਂ, ਉਹ ਬਸ ਮੰਗਦਾ ਤਾਂ ਪਰਮਾਤਮਾ ਤੋਂ ਹੀ ਮੰਗਦਾ ਹੈ। ਤੇ ਉਹ ਸਿੰਘਾਂ ਨੇ ਉਹਨਾਂ ਦੀ ਵੀਡੀਓ ਬਣਾ ਲਈ ਤੇ ਫਿਰ ਅੱਗੇ ਪਹੁੰਚੇ, ਅੱਗੇ ਜਾ ਕੇ ਉਹਨਾਂ ਦੀ ਮਦਦ ਹੋਈ। ਸੋ ਮੈਮ ਜਿਹੜੇ ਗੁਰੂ ਦੇ ਸਿੱਖ ਆ ਉਹ ਕਦੀ ਮੰਗਦੇ ਨਹੀਂ ਆ, ਮਦਦ ਜ਼ਰੂਰ ਕਰਦੇ ਆ। ਜੇ ਮੰਗਦੇ ਬਸ ਪਰਮਾਤਮਾ ਤੋਂ ਮੰਗਦੇ ਆ ਤੇ ਜਿੰਨਾ ਦਿੱਤਾ ਵਾ ਉਹਦੇ ਵਿੱਚ ਹੀ ਰਹਿੰਦੇ ਆ, ਉਹਦੇ ਵਿੱਚ ਸੰਤੁਸ਼ਟੀ ਫੀਲ ਕਰਦੇ ਆ ਤੇ ਹਮੇਸ਼ਾ ਸ਼ੁਕਰਾਨਾ ਕਰਦੇ ਰਹਿੰਦੇ ਆ ਜੀ। ਤੇ ਕਰਨਾ ਵੀ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ, ਬਹੁਤ ਅੱਛਾ ਵਿਚਾਰ ਦਿੱਤਾ ਤੁਸੀਂ। ਇਹ ਅਸੀਂ ਦੇਖਿਆ ਵੀ ਹੋਏਗਾ ਵੀ ਇੱਕ ਵਾਰੀ ਇੱਕ ਬੰਦਾ ਕਹਿੰਦਾ ਕਿ ਬਈ ਨਾ ਤੁਸੀਂ ਸਿੱਖ ਲੋਕ ਬੜੇ ਆਪਣੇ ਆਪ ਨੂੰ ਗਰੂਰ ਵਿੱਚ ਰਹਿੰਦੇ ਹੋ, ਤੁਹਾਨੂੰ ਬੜਾ ਹੰਕਾਰ ਹੈ ਤੇ ਬੜਾ ਉਹਨੂੰ ਬੁਰਾ ਭਲਾ ਕਹਿੰਦਾ, ਬਹੁਤ ਕੁਛ ਕਹਿੰਦੇ ਹੈ ਤੇ ਉਹਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦਾ ਵੀ ਅੱਜ ਮੈਂ ਤੇਰਾ ਹੰਕਾਰ ਤੋੜ ਦੇਣਾ। ਤੇ ਉਹ ਉਲਟਾ ਜਿਸ ਸਿੰਘ ਨੂੰ ਉਹ ਕਹਿ ਰਹੇ ਹੁੰਦੇ ਆ ਨਾ ਦੂਸਰੇ ਲੋਕ, ਤੇ ਉਹ ਉਹਨੂੰ 1 ਰੁਪਇਆ ਸਿੱਕਾ ਦੇ ਕੇ ਤੇ ਕਹਿੰਦਾ ਹੈ ਕਿ ਤੂੰ ਇਹ ਅੱਜ 1 ਰੁਪਏ ਦਾ ਸਿੱਕਾ ਆਪਣੇ ਕੋਲ ਰੱਖ ਲੈ ਤੇ ਤੈਨੂੰ ਜੀਵਨ ਵਿੱਚ ਕਦੀ ਵੀ ਕੋਈ ਗੁਰੂ ਸਿੱਖ ਮੰਗਤਾ ਮਿਲੇ ਨਾ, ਮੰਗਤਾ ਉਹਨੂੰ ਦੇ ਦੀ, ਕਿਉਂਕਿ ਸਿੱਖ ਕਦੀ ਮੰਗਦੇ ਨਹੀਂ ਹੁੰਦੇ, ਸਿੱਖ ਹਮੇਸ਼ਾ
ਦੇਣ ਵਾਲੇ ਨੇ। ਠੀਕ ਹੈ, ਲਾਲ ਕਿਲੇ ਦਾ ਰਾਜ 3 ਵਾਰੀ ਦਿੱਲੀ ਦਾ ਤਖਤ ਸਿੰਘਾਂ ਨੇ ਜਿੱਤਿਆ ਔਰ ਉਹ ਐਵੇਂ ਦਾਨ ਵਿੱਚ ਦੇ ਕੇ ਆ ਗਏ। ਇਹ ਹੈ ਸਿੰਘਾਂ ਦੀ ਵਡਿਆਈ। ਹਾਂਜੀ, ਕਿਉਂਕਿ ਟੌਪਿਕ ਬਹੁਤ ਵੱਡਾ ਮਤਲਬ ਬਹੁਤ ਵਾਈਡ ਹੈ, ਇਹਨੂੰ 15-20 ਮਿੰਟ ਦੇ ਲੈਕਚਰ ਚ ਅਸੀਂ ਕਵਰ ਨਹੀਂ ਕਰ ਸਕਦੇ ਸੀ, ਮੁਸ਼ਕਿਲ ਸੀ। ਹਾਂਜੀ, ਹੁਣ ਆਪਣੇ ਆਪ ਹੋ ਰਿਹਾ ਜੀ, ਹੁਣ ਬੱਚਿਆਂ ਦੇ ਸਵਾਲਾਂ ਰਾਹੀਂ ਆਪਣੇ ਆਪ ਹੋ ਰਿਹਾ। ਹਾਂਜੀ ਹਾਂਜੀ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਹਾਂਜੀ ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਮੇਰਾ ਕੁਐਸਚਨ ਇਹ ਸੀ, ਜਦੋਂ ਕਿਸੇ ਵਿਅਕਤੀ ਨੂੰ ਦੁੱਖ ਹੁੰਦਾ ਤਦ ਉਹ ਗੁਰਦੁਆਰੇ ਜਾਂਦਾ ਹੈ, ਜਦੋਂ ਉਹਨੂੰ ਆਵਾਜ਼ ਨਾ ਸਲੋ ਹੋ ਗਈ ਬੱਚੇ ਤੁਹਾਡੀ, ਥੋੜਾ ਜਿਹਾ ਉੱਚੀ ਬੋਲੋ ਬੇਟਾ। ਦੁੱਖ ਹੁੰਦਾ ਹੈ ਗੁਰਦੁਆਰਾ ਸਾਹਿਬ ਜਾਂਦਾ ਹੈ। ਹਾਂਜੀ, ਜਦ ਸੁੱਖ ਹੋ ਜਾਂਦਾ ਉਸ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਨਹੀਂ ਕਰਦਾ, ਏਦਾਂ ਕਿਉਂ ਹੁੰਦਾ ਜੀ? ਸਵਾਰਥੀ ਜੀ ਅਸੀਂ। ਬੱਚੇ ਤੁਹਾਡੇ ਬੜੇ ਇੰਟੈਲੀਜੈਂਟ ਹੈ, ਬੜੇ ਅੱਛੇ ਕੁਐਸਚਨਸ ਲੈ ਕੇ ਆਉਂਦੇ ਆ। ਬਹੁਤ ਅੱਛੀ ਗੱਲ ਹੈ। ਸਵਾਰਥੀ ਹੈ ਜੀ ਅਸੀਂ। ਬਿਲਕੁਲ ਬਿਲਕੁਲ, ਅਸੀਂ ਸਵਾਰਥੀ ਹਾਂ, ਅਸੀਂ ਮਾਇਆ ਦੇ ਬਹੁਤ ਪ੍ਰਭਾਵ ਦੇ ਹੇਠ ਹਾਂ। ਹਾਂਜੀ, ਸਾਨੂੰ ਹਰ ਸਮੇਂ ਮਤਲਬ ਕਿਉਂਕਿ ਅਸੀਂ ਦੁਨੀਆ ਦੇ ਸੁੱਖਾਂ ਨੂੰ ਹੀ ਸਭ ਕੁਝ ਮੰਨ ਲਿਆ, ਪਰ ਜੋ ਸੁੱਖ ਸਦਾ ਰਹਿਣ ਵਾਲੇ ਨਹੀਂ ਨੇ, ਹੈ ਨਾ। ਅਸੀਂ ਦੇਖਦੇ ਹਾਂ ਕਿ ਵੀ ਸਪੋਜ਼ ਮੈਨੂੰ ਨਾ ਇੱਕ ਨਵਾਂ ਸੂਟ ਚਾਹੀਦਾ ਹੈ ਨਾ, ਤੇ ਮੈਨੂੰ ਉਦੋਂ ਤੱਕ ਮੇਰੇ ਅੰਦਰ ਖਿੱਚ ਬਣੀ ਰਹੇਗੀ, ਮੈਨੂੰ ਨਵਾਂ ਸੂਟ ਚਾਹੀਦਾ, ਮੈਨੂੰ ਨਵਾਂ ਸੂਟ ਚਾਹੀਦਾ ਹੈ ਨਾ। ਤੇ ਕਈ ਵਾਰੀ ਸਾਡੇ ਹਾਲਾਤ ਇੰਨੇ ਅੱਛੇ ਨਹੀਂ ਹੁੰਦੇ ਕਿ ਅਸੀਂ ਨਹੀਂ ਲੈ ਪਾਉਂਦੇ, ਤੇ ਅਸੀਂ ਗੁਰੂ ਸਾਹਿਬ ਅੱਗੇ ਵੀ ਅਰਦਾਸ ਕਰਦੇ ਵੀ ਮੈਨੂੰ ਮੇਰੀ ਮੰਮੀ ਨਵਾਂ ਸੂਟ ਨਹੀਂ ਲੈ ਕੇ ਦੇ ਰਹੀ, ਹੈ ਨਾ, ਨਵਾਂ ਸੂਟ ਲੈਣਾ, ਨਵਾਂ ਸੂਟ ਲੈਣਾ, ਤੇ ਅੰਦਰ ਇੱਕ ਤਲਖੀ ਲੱਗੀ ਰਹਿੰਦੀ ਹੈ। ਤੇ ਜਦੋਂ ਉਹ ਨਵਾਂ ਸੂਟ ਮਿਲ ਜਾਂਦਾ ਫਿਰ ਅਸੀਂ ਭੁੱਲ ਹੀ ਜਾਂਦੇ ਹਾਂ, ਕਿਉਂਕਿ ਮਿਲ ਗਈ ਨਾ ਦਾਤ, ਤੇ ਦਾਤਾਰ ਵਿਸਰ ਗਿਆ। ਹਾਂਜੀ, ਕਿਉਂਕਿ ਸਾਡਾ ਜੋ ਫੋਕਸ ਹੈ ਉਹ ਸਿਰਫ ਦਾਤਾ ਨੇ, ਪਰਮੇਸ਼ਰ ਨਹੀਂ ਹੈ, ਦਾਤਾਰ ਨਹੀਂ ਹੈ। ਤੇ ਗੁਰੂ ਸਾਹਿਬ ਤਾਂ ਸਾਨੂੰ ਕਹਿੰਦੇ ਆ ਕਿ ਤੁਸੀਂ ਦਾਤਾ ਨਾਲ ਜੁੜੋ। ਇੱਕ ਸਟੋਰੀ ਇੱਥੇ ਸਾਂਝੀ ਕਰ ਲੈਂਦੇ ਆ। ਇੱਕ ਰਾਜਾ ਹੁੰਦਾ ਹੈ, ਉਹ ਰਾਜਾ ਬੜਾ ਉਹਦੇ ਘਰ ਬੱਚਾ ਨਹੀਂ ਹੁੰਦਾ, ਤੇ ਉਹ ਆਪਣੇ ਪੂਰੇ ਇਲਾਕੇ ਵਿੱਚ ਨਾ ਅਨਾਉਂਸ ਕਰਾ ਦਿੰਦਾ ਕਿ ਬਈ ਸਵੇਰੇ ਜਦੋਂ ਦਰਬਾਰ ਖੁੱਲੇਗਾ ਨਾ, ਤੇ ਨਗਰ ਦੇ ਜਿੰਨੇ ਵਾਸੀ ਨੇ ਨਾ, ਤੁਸੀਂ ਆ ਕੇ ਜਿਸ ਚੀਜ਼ ਨੂੰ ਕੋਈ ਹੱਥ ਲਗਾਏਗਾ ਨਾ, ਉਹ ਚੀਜ਼ ਉਸਦੀ ਹੋ ਜਾਏਗੀ। ਤੇ ਨਗਰ ਵਾਸੀਆਂ 'ਚ ਬੜਾ ਉਤਸ਼ਾਹ ਹੁੰਦਾ ਹੈ ਵੀ ਅਸੀਂ ਸਵੇਰੇ ਰਾਜ ਮਹਿਲ ਖੁੱਲੇਗਾ ਹੈ। ਤੇ ਕਈਆਂ ਨੇ ਕਿਉਂਕਿ ਰਾਜ ਮਹਿਲ ਦੇਖਿਆ ਵੀ ਹੋਇਆ ਸੀ, ਤੇ ਉਹ ਸੋਚਦਾ ਉੱਥੇ ਚਾਂਦੀ ਦਾ ਨਾ ਬੜਾ ਵੱਡਾ ਵਾਸ ਪਿਆ, ਮੈਂ ਉਹ ਚੁੱਕਾਂਗਾ। ਕੋਈ ਸੋਚਦਾ ਉੱਥੇ ਬੜੀ ਅੱਛੀ ਮੀਨਾਕਾਰੀ ਵਾਲੀ ਇੱਕ ਨਾ ਪੇਂਟਿੰਗ ਪਈ ਹੈ, ਮੈਂ ਉਹ ਚੁੱਕਾਂਗਾ। ਕੋਈ ਕੁਝ ਸੋਚਦਾ, ਕੋਈ ਕੁਝ ਸੋਚਦਾ। ਤੇ ਇਸ ਤਰ੍ਹਾਂ ਨਾ ਜਦੋਂ ਸਵੇਰ ਹੁੰਦੀ ਹੈ ਤੇ ਉਹ ਦਰਬਾਰ ਖੁੱਲਦਾ, ਤੇ ਸਾਰੇ ਦੌੜ ਕੇ ਅੰਦਰ ਜਾਂਦੇ ਆ, ਜਿਹੜੀ ਚੀਜ਼ਾਂ ਕਿਸੇ ਦੇ ਹੱਥ 'ਚ ਲੱਗਦੀਆਂ ਨੇ ਉਹ ਚੁੱਕ ਲੈਂਦੇ ਆ। ਤੇ ਇੱਕ ਛੋਟੀ ਜਿਹੀ ਬੱਚੀ ਹੁੰਦੀ ਹੈ, ਤੇ ਉਹ ਨਾ ਬਸ ਤੁਰਦੀ ਰਹਿੰਦੀ, ਉਹ ਦੇਖ ਨਹੀਂ ਰਹੀ ਇੱਧਰ ਉੱਧਰ, ਉਹ ਸਿਰਫ ਦੇਖ ਰਹੀ ਹੈ ਵੀ ਰਾਜਾ ਕਿੱਥੇ ਹੈ। ਉਹ ਰਾਜੇ ਕੋਲ ਜਾਂਦੀ ਹੈ, ਤੇ ਰਾਜਾ ਵੀ ਸੋਚਦਾ ਵੀ ਛੋਟੀ ਜਿਹੀ ਬੱਚੀ ਹੈ, ਇਹਨੂੰ ਕੁਝ ਹੋਰ ਚੀਜ਼ ਮਿਲ ਨਹੀਂ ਰਹੀ ਹੋਏਗੀ, ਕਿਉਂਕਿ ਸਾਰੇ ਵੱਡੇ ਇੱਥੇ ਲੋਕ ਆਏ ਹੋਏ ਹੈ। ਤੇ ਉਹ ਰਾਜੇ ਕੋਲ ਪਹੁੰਚ ਜਾਂਦੀ ਹੈ, ਉਹ ਨਾ ਰਾਜੇ ਨੂੰ ਹੱਥ ਲਗਾ ਦਿੰਦੀ ਹੈ। ਜਦੋਂ ਹੁਣ ਰਾਜੇ ਨੇ ਤੇ ਕਿਹਾ ਸੀ ਵੀ ਜਿਹੜਾ ਜਿਸ ਚੀਜ਼ ਨੂੰ ਹੱਥ ਲਗਾਏਗਾ ਉਹ ਚੀਜ਼ ਉਹਦੀ ਹੋ ਜਾਏਗੀ। ਹੁਣ ਉਸ ਬੱਚੀ ਨੇ ਲਗਾ ਦਿੱਤਾ ਰਾਜੇ ਨੂੰ ਹੱਥ, ਤੇ ਹੁਣ ਜੋ ਕੁਝ ਵੀ ਰਾਜੇ ਦਾ ਹੈ ਉਹ ਸਾਰਾ ਕਿਹਦਾ ਹੋ ਗਿਆ? ਉਸ ਬੱਚੀ ਦਾ। ਕਿਉਂਕਿ ਉਹਨੇ ਉਸ ਮਾਲਕ ਨੂੰ ਲੈ ਲਿਆ, ਮਾਲਕ ਨੂੰ ਪਾ ਲਿਆ, ਜਿਹਦਾ ਇਹ ਸਭ ਕੁਝ ਸੀ, ਜਿਹਦਾ ਰਾਜ ਭਾਗ ਸੀ, ਜਿਹਦੇ ਜ਼ਮੀਨਾਂ ਜਾਇਦਾਦ ਸੀ, ਪਿੰਡ ਸੀ, ਜਿਹਦੇ ਹੋਰ ਸੋਨਾ ਚਾਂਦੀ ਖਜ਼ਾਨੇ ਸੀ। ਬਸ ਇਹੀ ਅਸੀਂ ਕਰਨਾ ਹੈ। ਅਸੀਂ ਵੀ ਇਹਨਾਂ ਦਾਤਾਂ ਦੇ ਵਿੱਚ ਫਸ ਕੇ ਨਹੀਂ ਰਹਿ ਜਾਣਾ। ਗੁਰੂ ਸਾਹਿਬ ਕੋਲੋਂ ਇੱਕ ਚੀਜ਼ ਮੰਗੀ, ਉਹ ਮਿਲ ਗਈ, ਦੂਜੀ ਮੰਗੀ, ਚੌਥੀ ਮੰਗੀ, ਪੰਜਵੀਂ ਮੰਗੀ, ਦਾਤਾਂ ਹੀ ਮੰਗਦੇ ਰਹਿ ਗਏ ਸਾਰੀ ਜ਼ਿੰਦਗੀ। ਕਦੀ ਉਸ ਦਾਤੇ ਨੂੰ ਵੀ ਮੰਗੀਏ, ਤੇ ਜਦੋਂ ਦਾਤੇ ਨੂੰ ਮੰਗ ਲਾਂਗੇ ਨਾ, ਜਿਵੇਂ ਉਸਨੇ ਰਾਜੇ ਨੂੰ ਮੰਗ ਲਿਆ, ਤੇ ਸਾਰਾ ਕੁਝ ਉਸ ਕੁੜੀ ਦਾ ਹੋ ਗਿਆ। ਐਵੇਂ ਹੀ ਜਦੋਂ ਅਸੀਂ ਵਾਹਿਗੁਰੂ ਜੀ ਨੂੰ ਮੰਗ ਲਾਂਗੇ,
ਤੇ ਫਿਰ ਸਾਰਾ ਕੁਝ ਸਾਡਾ ਹੀ ਹੋ ਜਾਏਗਾ। ਫਿਰ ਅਸੀਂ ਕਦੀ ਭੁੱਲਾਂਗੇ ਨਹੀਂ, ਕਿਉਂਕਿ ਹੁਣ ਹਾਲੇ ਕੀ ਕਰਦੇ ਆ, ਇੱਕ ਦਾਤ ਮਿਲਦੀ ਹੈ ਤੇ ਫਿਰ ਉਹਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ, ਕਿਉਂਕਿ ਇੱਛਾ ਵਿੱਚ ਅੰਦਰ ਹੋਰ ਦਾਤਾਂ ਦਾ ਮੰਗ ਉੱਠ ਪੈਂਦੀ ਹੈ, ਹੋਰ ਮਾਇਆ ਦਾ ਪ੍ਰਭਾਵ ਆ ਜਾਂਦਾ, ਇਸ ਕਰਕੇ ਅਸੀਂ ਉਹ ਦੂਸਰੀਆਂ ਦਾਤਾਂ ਨੂੰ ਭੁੱਲ ਜਾਂਦੇ ਹਾਂ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਭੈਣ ਜੀ ਜਸਪ੍ਰੀਤ ਭੈਣ ਜੀ ਨੂੰ ਬੇਨਤੀ ਹੈ ਜੀ ਕਿ ਆਪਣੀ ਕੋਈ ਅਨਾਉਂਸਮੈਂਟ ਵਗੈਰਾ ਬਾਕੀ ਹੈ ਜਾਂ ਕੁਝ ਹੋਰ ਕਰਨਾ ਹੈ ਜੀ, ਕਿ ਸਮਾਪਤੀ ਕਰੀਏ ਜੀ। ਸਮਾਪਤੀ ਕਰੀਏ ਜੀ। ਹਾਂਜੀ ਭੈਣ ਜੀ, ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਅੱਗੇ ਤੋਂ ਵੀ ਬੇਨਤੀ ਕਰਦੇ ਹਾਂ ਜੀ ਕਿ ਜ਼ਰੂਰ ਸਮਾਂ ਕੱਢਣਾ, ਜ਼ਰੂਰ ਇੱਕ ਵਾਰੀ ਫੇਰ ਦਰਸ਼ਨ ਦੇਣੇ ਜੀ। ਭੈਣ ਜੀ ਜਸਪ੍ਰੀਤ ਕੌਰ ਦਾ ਵੀ ਮੇਰੀ ਤਰਫ ਤੋਂ ਬਹੁਤ ਧੰਨਵਾਦ, ਪੂਰੇ ਤੁਹਾਡੀ ਟੀਮ ਦਾ ਧੰਨਵਾਦ। ਤੁਸੀਂ ਵੀ ਬਹੁਤ ਅੱਛਾ ਸਭ ਬੱਚਿਆਂ ਨੂੰ ਸਮਝਾਉਂਦੇ ਹੋ, ਮੈਂ ਅਕਸਰ ਸੁਣਦੀ ਆ ਤੁਹਾਡਾ ਪ੍ਰੋਗਰਾਮ, ਤੁਹਾਡਾ ਸਭ ਦਾ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਬੱਚਿਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਜਾਪ ਦੀ ਸੇਵਾ ਜ਼ਰੂਰ ਲਓ ਜੀ। ਵਾਹਿਗੁਰੂ। ਤੇ ਹੁਣ ਇੱਥੇ ਆਪਣੀ ਸਮਾਪਤੀ ਹੈ ਜੀ, ਭੈਣ ਜੀ ਕੱਲ ਨੂੰ ਫੇਰ। ਹਾਂਜੀ ਹਾਂਜੀ ਕਰ ਰਿਹਾ ਸੀ ਤੇ ਮੈਂ ਸੋਚਿਆ ਵੀ ਅਗਰ ਉਹ ਲਾਸਟ ਬੱਚਾ ਹੀ ਅਗਰ ਆਪਾਂ ਹੋਈਏ। ਚਲੋ ਹਾਂਜੀ, ਚਲੋ ਕੋਈ ਗੱਲ ਨਹੀਂ, ਲੈ ਲਓ ਭੈਣ ਜੀ, ਲੈ ਲਓ। ਹਾਂਜੀ, ਸੁਖਦੀਪ ਕੌਰ ਜੀ। ਹਾਂਜੀ ਹਾਂਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਮੈਂ ਨਾ ਇੱਕ ਛੋਟੀ ਜਿਹੀ ਸਟੋਰੀ ਸ਼ੇਅਰ ਕਰੀ। ਮੈਮ ਇੱਕ ਛੋਟੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ ਤੇ ਉੱਥੇ ਇੱਕ ਠੇਕੇਦਾਰ ਸੀ ਤੇ ਉਹ ਨਾ ਇੱਕ ਮਜ਼ਦੂਰ ਨੂੰ ਕੰਮ ਕਰਦੇ ਨੂੰ ਵੇਖ ਰਿਹਾ ਸੀਗਾ। ਉਹਨੇ ਠੇਕੇਦਾਰ ਨੇ ਕੀ ਕੀਤਾ, ਮਜ਼ਦੂਰ ਦੇ ਕਣੀ ਨਾ 1 ਰੁਪਏ ਦਾ ਸਿੱਕਾ ਮਾਰਿਆ ਭਗਾ ਕੇ, ਤੇ ਜਿਹੜਾ ਕੰਮ ਕਰ ਰਿਹਾ ਸੀ ਮਜ਼ਦੂਰ, ਉਹਨੇ ਕੀ ਕੀਤਾ, ਜਿਹੜਾ ਸਿੱਕਾ ਸੀਗਾ ਉਹਨੇ ਚੱਕ ਕੇ ਆਪਣੀ ਜੇਬ ਦੇ ਵਿੱਚ ਪਾ ਲਿਆ। ਪਰ ਉਹਨੇ ਸੁਣਿਆ ਨੀ ਹੈਗਾ, ਮਤਲਬ ਵੀ ਉਹਨੂੰ ਬੁਲਾ ਰਿਹਾ ਗਾ ਜਿਹੜਾ ਕੰਮ ਕਰ ਮਾਲਕ ਹੈਗਾ ਉਹਦਾ। ਤੇ ਉਹਨੇ ਦੂਜੀ ਵਾਰ ਫੇਰ ਉਹਨੇ ਸੋਚਿਆ, ਜਿਹੜਾ ਵੀ ਮਾਲਕ ਹੈਗਾ ਉਹ ਕਹਿੰਦਾ ਵੀ ਮੇਰੀ ਗੱਲ ਤਾਂ ਸੁਣਦਾ ਨੀ, ਰੁਪਈਆ ਤਾਂ ਇਹਨੇ ਮਿੰਟ 'ਚ ਚੱਕ ਲਿਆ। ਉਹਨੇ ਇੱਕ ਵਾਰ ਫੇਰ 1 ਰੁਪਏ ਦਾ ਸਿੱਕਾ ਮਾਰਿਆ। ਉਹ ਮਜ਼ਦੂਰ ਨੇ ਫੇਰ ਉਵੇਂ ਕੀਤਾ, ਉਹਨੇ ਚੱਕ ਕੇ ਜੇਬ ਦੇ ਵਿੱਚ ਫੇਰ ਪਾ ਲਿਆ। ਤੇ ਫਿਰ ਤੀਜੀ ਵਾਰ ਉਹਨੇ ਕੀ ਕੀਤਾ, ਉਹ ਪੂਰਾ ਅੱਕ ਗਿਆ ਸੀ ਜਿਹੜਾ ਉਹ ਹੈਗਾ ਸੀਗਾ ਠੇਕੇਦਾਰ। ਉਹਨੇ ਤੀਜੀ ਵਾਰ ਕੀਤਾ, ਇੱਕ ਨਾ ਮਿੱਟੀ ਦੀ ਰੋੜੀ ਸੀਗੀ, ਰੋੜੀ ਚੱਕ ਕੇ ਉਹਦੇ ਉੱਪਰ ਮਾਰੀ। ਤੇ ਉਹ ਇੱਧਰ ਉੱਧਰ ਦੇਖਣ ਲੱਗ ਗਿਆ, ਜਿਹੜਾ ਮਜ਼ਦੂਰ ਸੀ ਉਹ ਹੈਰਾਨ ਰਹਿ ਗਿਆ ਵੀ ਮੇਰੇ ਰੋੜੀ ਕਿਹਨੇ ਮਾਰੀ। ਤੇ ਫਿਰ ਉਹ ਭੱਜਿਆ ਭੱਜਿਆ ਠੇਕੇਦਾਰ ਕੋਲੇ ਆਇਆ, ਕਹਿੰਦਾ ਵੀ ਮੇਰੇ ਕੋਈ ਰੋੜੀਆਂ ਮਾਰੀ ਜਾਂਦਾ, ਵੀ ਤੁਹਾਨੂੰ ਦਿਸਦਾ ਗਾ ਕੋਈ। ਤੇ ਫਿਰ ਠੇਕੇਦਾਰ ਨੇ ਸਮਝ ਲਿਆ, ਕਹਿੰਦਾ ਜਦੋਂ ਤਾਂ ਰੁਪਈਆ ਵੱਜਦਾ ਸੀਗਾ ਉਦੋਂ ਤਾਂ ਤੈਨੂੰ ਸੁਣਦਾ ਨੀ ਸੀ, ਵੀ ਜਦੋਂ ਹੁਣ ਤੇਰੇ ਰੋੜੀਆਂ ਵੱਜੀ ਜਾਂਦੀਆਂ ਨੇ ਹੁਣ ਤੈਨੂੰ ਸਾਰਾ ਕੁਛ ਪਤਾ ਲੱਗੀ ਜਾਂਦਾ। ਐਵੇਂ ਮੈਮ ਇਹ ਨਾ ਜਿਹੜੀਆਂ ਘਟਨਾਵਾਂ ਨੇਗੀਆਂ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ। ਕਈ ਵਾਰ ਜਿਹੜਾ ਪਰਮਾਤਮਾ ਜੀ ਹੁੰਦੇ ਆ ਨਾ, ਆਪਣੇ ਨਾਲ ਸੰਪਰਕ ਕਰਨਾ ਚਾਹੁੰਦੇ ਆ, ਪਰ ਆਪਾਂ ਆਪਣੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਇੰਨੇ ਬਿਜ਼ੀ ਹੁੰਦੇ ਆ ਵੀ ਆਪਾਂ ਸੋਚਦੇ ਨੀ ਵੀ ਪਰਮਾਤਮਾ ਦੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈਗਾ। ਇਸ ਲਈ ਮੈਮ ਸਾਨੂੰ ਨਾ ਰੱਬ ਬਹੁਤ ਖੁਸ਼ੀਆਂ ਦਿੰਦਾ, ਪਰ ਆਪਾਂ ਸੋਚ ਲੈਂਦੇ ਵੀ ਇਹ ਤਾਂ ਸਾਡੀ ਕਿਸਮਤ ਆ, ਅਸੀਂ ਆਪ ਮਿਹਨਤ ਕੀਤੀ ਆ, ਰੱਬ ਨੇ ਕੀ ਕੀਤਾ। ਐਵੇਂ ਫਿਰ ਰੱਬ ਕੀ ਕਰਦਾ ਨਾ, ਇੱਕ ਆਪਣੇ ਤੇ ਪੱਥਰ ਸਿੱਟਦਾ, ਜਿਵੇਂ ਪੱਥਰਾਂ ਦਾ ਭਾਵ ਜਿਵੇਂ ਦੁੱਖ ਤਕਲੀਫ਼ ਪਾ ਦਿੰਦਾ ਹੈਗਾ, ਕਿਉਂਕਿ ਸਭ ਤੋਂ ਪਹਿਲਾਂ ਉਹ ਪ੍ਰੀਖਿਆ ਲੈਂਦਾ ਹੁੰਦਾ। ਮੈਮ ਪਰਮਾਤਮਾ ਕਦੇ ਵੀ ਕੋਈ ਚੀਜ਼ ਐ ਨੀ ਦਿੰਦਾ, ਪ੍ਰੀਖਿਆ ਕਲਾਸ ਦੇ ਵਿੱਚ ਵੀ ਆਪਾਂ ਨੂੰ ਪ੍ਰੀਖਿਆ ਦੇਣੀ ਪੈਂਦੀ ਆ, ਫਿਰ ਹੀ ਆਪਾਂ ਪਾਸ ਹੁੰਦੇ ਹਾਂ। ਪਰਮਾਤਮਾ ਕੀ ਕਰਦਾ, ਦੁੱਖ ਤਕਲੀਫ਼ ਸਿੱਟਦਾ, ਜਦੋਂ ਬੰਦਾ ਪੂਰਾ ਨਿਰਾਸ਼ ਹੋ ਜਾਂਦਾ, ਉਹ ਕੀ ਕਰਦਾ, ਗੁਰਦੁਆਰੇ ਜਾ ਕੇ ਬੈਠਦਾ, ਮੱਥੇ ਟੇਕਦਾ, ਹੋਰ ਬਹੁਤ ਸਾਰੇ ਉਪਾਅ ਕਰਦਾ ਵੀ ਪਰਮਾਤਮਾ ਮੈਨੂੰ ਐਵੇਂ ਨਾ ਕਰ, ਵੀ ਮੈਨੂੰ ਇੱਕ ਵਾਰ ਮਾਫ਼ ਕਰ ਦੇ, ਮੈਂ ਤੇਰਾ ਦੁਬਾਰਾ ਮੰਨਾਂਗਾ। ਤੇ ਬਟ ਉਹ ਫਿਰ ਇੱਕ ਵਾਰ ਮੰਨ ਕੇ ਜਦੋਂ ਪਰਮਾਤਮਾ ਉਹਦੀ ਗੱਲ ਮੰਨ ਲੈਂਦਾ ਗਾ, ਉਹ ਦੂਜੀ ਵਾਰ ਫੇਰ ਭੁੱਲ ਜਾਂਦਾ ਗਾ। ਸੋ ਮੈਮ ਉਹਨੂੰ ਐਂ ਨੀ ਕਰਨਾ ਚਾਹੀਦਾ, ਕੀ ਪਤਾ ਪਰਮਾਤਮਾ ਨੇ ਉਹਨੂੰ ਕਿੰਨੀਆਂ ਕੁ ਖੁਸ਼ੀਆਂ ਦੇਣੀਆਂ ਚਾਹੁੰਦਾ ਗਾ ਪਰਮਾਤਮਾ। ਇਸ ਲਈ ਮੈਮ ਪਰਮਾਤਮਾ ਦਾ ਹਮੇਸ਼ਾ ਸੌਣ ਤੋਂ ਪਹਿਲਾਂ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ, ਚਾਹੇ ਆਪਾਂ ਦੁੱਖ ਵਿੱਚ ਆ ਚਾਹੇ ਸੁੱਖ ਵਿੱਚ ਆਂਗੇ। ਦੁੱਖ ਦੀ ਘੜੀ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਲਓ ਤੇ ਸੁੱਖ ਦੀ ਘੜੀ ਦੇ ਵਿੱਚ ਹੀ ਪਰਮਾਤਮਾ ਫਿਰ ਆਪਾਂ ਨੂੰ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਪਰਮਾਤਮਾ ਪ੍ਰਦਾਨ ਕਰ ਦੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਜਾਂਦੇ ਜਾਂਦੇ ਬੜੀ ਪਿਆਰੀ ਗੱਲ ਹੈ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਦੇ ਕੈਂਪ ਦੀ ਹੁਣ ਇੱਥੇ ਹੀ ਸਮਾਪਤੀ ਹੈ ਜੀ। ਸਾਰਿਆਂ ਦਾ ਹੀ, ਜਿੰਨੇ ਵੀ ਜੁੜ ਚੁੱਕੇ, ਸਭ ਦਾ ਹੀ ਬਹੁਤ ਬਹੁਤ ਧੰਨਵਾਦ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸਾਰੇ ਹੀ ਬੱਚੇ ਤੋਂ ਲੈ ਕੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰੂ ਸਾਹਿਬ ਇਸੇ ਤਰ੍ਹਾਂ ਬਖਸ਼ਿਸ਼ ਬਣਾਈ ਰੱਖਣ ਜੀ। ਕੱਲ ਨੂੰ ਫਿਰ ਮਿਲਦੇ ਆ 4 ਵਜੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ।